खुले है हले भी जी सही है। बाकी दे माइक बंद कराओगे डिस्टर्बेंस घट जाएगी जी। जी 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 पहले सुखजीवन अपने करदा अपने माइक बंद करो जी सारे जने हाँ सुन जी नहीं रहे कोई भी आज बहुत बुरा हाल हैगा पंजाब साहित्य अकेडमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਡਾਕਟਰ ਸਰਬਜੀਤ ਕੌਰ ਸੂਲ ਸਾਡੇ ਵਿਚਕਾਰ ਐਂਟਰ ਕਰ ਰਹੇ ਨੇ। ਮੈਂ ਇੱਕ ਵਾਰੀ ਫੇਰ ਬੇਨਤੀ ਕਰ ਰਿਹਾ ਸੁਖਜੀਵਨ ਮੇਰੀ ਆਵਾਜ਼ ਸੁਣ ਰਹੇ ਹੋ ਤਾਂ ਮਾਈਕ ਸਾਰਿਆਂ ਦੇ ਬੰਦ ਕਰ ਦਿਓ ਪਲੀਜ਼। ਕਰ ਸਕਦੇ ਆ ਸਭ ਤੇ ਮਾਈਕ ਜੀ ਇੱਕ ਵਾਰੀ ਫੇਰ ਪੰਜਾਬ ਸਾਹਿਤ ਅਕਾਦਮੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸਾਡੇ ਸਮੇਂ ਦਾ ਸ਼ਾਇਰ ਵਾਹਿਦ ਆਪਣੇ ਇੱਕ ਸ਼ੇਰ ਦੇ ਵਿੱਚ ਕਹਿੰਦਾ ਕਿ ਦੁਆਲੇ ਸ਼ਹਿਰ ਹੈ ਤੇ ਦੂਰ ਤੱਕ ਆਪਣਾ ਨਹੀਂ ਕੋਈ, ਬਸ ਇੱਕ ਪਹਿਚਾਨ ਹੈ ਸਭ ਨਾਲ ਪਰ ਰਿਸ਼ਤਾ ਨਹੀਂ ਕੋਈ, ਤੂੰ ਜ਼ਿੰਮੇਵਾਰੀਆਂ ਤੋਂ ਬਚ ਕੇ ਆਖਿਰ ਜਾਏਗਾ ਕਿੱਥੇ, ਕਿ ਦੁਨੀਆ ਤੋਂ ਪਰੇ ਲੰਘ ਜਾਣ ਦਾ ਰਸਤਾ ਨਹੀਂ ਕੋਈ। ਜੀ ਦੋਸਤੋ ਸੱਚਮੁੱਚ ਪਹਿਲਾਂ ਅਸੀਂ ਇੱਕ ਦੂਜੇ ਤੋਂ ਅਜਨਬੀ ਹੁੰਨੇ ਆ ਤੇ ਫਿਰ ਅਸੀਂ ਇੱਕ ਦੂਜੇ ਦੀ ਪਹਿਚਾਣ ਕਰਦੇ ਆ ਤੇ ਫਿਰ ਅਸੀਂ ਰਿਸ਼ਤੇ ਬਣਾਉਂਦੇ ਆ, ਪਰ ਜ਼ਰੂਰੀ ਨਹੀਂ ਕਿ ਹਰ ਪਹਿਚਾਣ ਰਿਸ਼ਤੇ ਦੇ ਵਿੱਚ ਬਦਲ ਜੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਹਿਚਾਣ ਨੂੰ ਰਿਸ਼ਤਿਆਂ ਦੇ ਵਿੱਚ ਬਦਲਿਆ ਜਾਵੇ। ਸੋ ਇਹ ਪਹਿਚਾਣ ਨੂੰ ਰਿਸ਼ਤਿਆਂ ਵਿੱਚ ਬਦਲ ਜਾਣ ਦਾ ਯਤਨ ਸੰਕਟ ਕਾਲ ਤੇ ਅਸੀਂ ਇਸ ਲੜੀ ਦੇ ਰੂਪ ਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਨੇ ਕੀਤਾ ਤੇ ਪੰਜਾਬ ਸਾਹਿਤ ਅਕੈਡਮੀ ਦਾ ਇਹ ਜੋ ਲਾਈਵ ਸ਼ੋਅ ਹੈ ਰੋਜ਼ਾਨਾ, ਇਹ ਅੱਜ 20ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਤੇ ਇਸ 20ਵੇਂ ਦਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ 3 ਮਹਿਮਾਨ ਹਨ ਜਿਨ੍ਹਾਂ ਨਾਲ ਅਸੀਂ ਤੁਹਾਡੀ ਗੱਲ ਕਰਨੀ ਹੈ ਅੱਜ ਆਪਾਂ ਖੁੱਲ ਕੇ, ਜਿਨ੍ਹਾਂ ਦੇ ਵਿੱਚੋਂ ਪਹਿਲੇ ਮਹਿਮਾਨ ਨੇ ਨਿਰਮਲ ਜੌੜਾ ਜੀ, ਦੂਜੇ ਮਹਿਮਾਨ ਨੇ ਡਾਕਟਰ ਨਵਜੋਤ ਕੌਰ, ਤੀਜੇ ਮਹਿਮਾਨ ਨੇ ਗੁਰਸੇਵਕ ਲੰਬੀ ਜੀ। ਸੋ ਸਭ ਤੋਂ ਪਹਿਲਾਂ ਸਾਡੇ ਤਿੰਨੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ-ਬਹੁਤ ਜੀ ਸ਼ੁਕਰੀਆ, ਧੰਨਵਾਦ ਦੀਪ ਜੀ। ਗੁਰਸੇਵਕ ਲੰਬੀ ਜੀ ਜੇ ਮੇਰੀ ਆਵਾਜ਼ ਸੁਣਦੇ ਨੇ ਤਾਂ ਉਹਨਾਂ ਦਾ ਵੀ ਸਵਾਗਤ ਹੈ। ਗੁਰਸੇਵਕ ਲੰਬੀ ਜੀ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਚਲੋ ਆਪਣੇ ਨਾਲ ਜੁਆਇਨ ਕਰ ਲੈਣਗੇ ਉਹ। ਡਾਕਟਰ ਸਰਬਜੀਤ ਕੌਰ ਸੂਲ ਮੈਮ ਜੀ। ਹਾਂਜੀ ਸਰ, ਹਾਂਜੀ ਸੁਣ ਰਹੇ ਹਾਂ ਜੀ ਜੀ ਵੈਲਕਮ, ਤੁਹਾਡਾ ਸਵਾਗਤ ਹੈ ਬਹੁਤ-ਬਹੁਤ। ਸ਼ੁਕਰੀਆ ਸਰ ਤੁਹਾਡਾ। ਸਰਬਜੀਤ ਸੂਲ ਮੈਮ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਪਲੀਜ਼ ਤੁਸੀਂ ਵੀ, ਤੁਹਾਡਾ ਵੀ ਇੱਕ ਵਾਰੀ ਬਹੁਤ-ਬਹੁਤ ਵੈਲਕਮ। ਥੈਂਕ ਯੂ ਸਰ, ਮੈਂ ਆਨਲਾਈਨ ਆ ਜੀ। ਜੀ 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 ਮੈਮ ਥੋੜਾ ਲੇਟ ਜੁਆਇਨ ਕੀਤਾ ਨਾ, ਅੱਜ ਪਹਿਲਾਂ ਪਤਾ ਨਹੀਂ ਲੱਗਿਆ ਇਸ ਗੱਲ ਦਾ। ਹਾਂਜੀ ਹਾਂਜੀ ਸੁਖਜੀਵਨ ਪਲੀਜ਼ ਮਾਈਕ ਬੰਦ ਕਰ ਦਿਓ, ਅੱਜ ਥੋੜੀ ਡਿਸਟਰਬੈਂਸ ਵੱਧ ਹੈ। ਸੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਜਿਹੜੇ 3 ਮਹਿਮਾਨਾਂ ਦੀ ਮੈਂ ਗੱਲ ਕਰ ਰਿਹਾ ਮੈਂ ਉਹਨਾਂ ਨਾਲ ਤੁਹਾਡੀ ਇੰਟਰੋਡਕਸ਼ਨ ਕਰਾ ਰਿਹਾ। ਸਭ ਤੋਂ ਪਹਿਲਾਂ ਨਿਰਮਲ ਜੌੜਾ ਜੀ ਨੇ ਸਾਡੇ ਵਿਚਕਾਰ, ਤੁਹਾਡੀ ਜਾਣੀ ਪਛਾਣੀ ਸ਼ਖਸੀਅਤ। ਟੈਲੀਵਿਜ਼ਨ ਤੇ ਤੁਸੀਂ ਅਕਸਰ ਇਹਨਾਂ ਨੂੰ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਦੇਖਦੇ ਹੋ, ਕਦੇ ਐਂਕਰਿੰਗ ਦੇ ਰੂਪ ਦੇ ਵਿੱਚ, ਕਦੇ ਐਕਟਿੰਗ ਦੇ ਰੂਪ ਦੇ ਵਿੱਚ, ਕਦੇ ਜਜਮੈਂਟ ਦੇ ਰੂਪ ਦੇ ਵਿੱਚ। ਬਹੁਤ ਸਾਰੇ ਰੂਪ ਨੇ ਇਹਨਾਂ ਦੀ ਪਰਸਨੈਲਿਟੀ ਦੇ। ਯੂਥ ਵੈਲਫੇਅਰ ਦੇ ਡਾਇਰੈਕਟਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ। ਅੱਜ ਕੱਲ੍ਹ ਉਪ ਪ੍ਰਧਾਨ ਨੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ। ਪੰਜਾਬੀ ਦੇ ਨਾਟਕਕਾਰ ਨੇ। ਇਹਨਾਂ ਦੀਆਂ ਕਿਤਾਬਾਂ ਮੈਂ ਕਿਹਾ ਸੀ, ਵਾਪਸੀ, ਸਵਾਮੀ, ਮੈਂ ਪੰਜਾਬ ਬੋਲਦਾ ਹਾਂ, ਸੌਦਾਗਰ, ਮਾਤਾ ਗੁਜਰੀ, ਸਾਕਾ ਸਰਹੰਦ, ਇਹ ਬਹੁਤ ਸਾਰੇ ਇਹਨਾਂ ਦੇ ਨਾਟਕਾਂ ਦੀਆਂ ਕਿਤਾਬਾਂ ਨੇ ਤੇ ਬਹੁਤ ਅੱਛੇ ਆਪ ਐਕਟਰ ਨੇ, ਰੰਗਕਰਮੀ ਨੇ। ਜੌੜਾ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਦੀਪ ਸਾਹਿਬ। ਉਸ ਤੋਂ ਬਾਅਦ ਦੂਜੇ ਮਹਿਮਾਨ ਨੇ ਸਾਡੇ ਡਾਕਟਰ ਨਵਜੋਤ ਕੌਰ ਮੈਡਮ। ਨਵਜੋਤ ਕੌਰ ਦਾ ਪੜ੍ਹਾਉਣ ਦਾ ਬਹੁਤ ਲੰਮਾ ਤਜਰਬਾ। 28 ਸਾਲ ਇਹਨਾਂ ਨੇ ਐਸੋਸੀਏਟ ਪ੍ਰੋਫੈਸਰ ਦੇ ਤੌਰ ਤੇ ਪੰਜਾਬੀ ਡਿਪਾਰਟਮੈਂਟ ਦੇ ਹੈਡ ਦੇ ਤੌਰ ਤੇ ਹੁਣ 4 ਸਾਲਾਂ ਤੋਂ ਪ੍ਰਿੰਸੀਪਲ ਲੈਲਪੁਰ ਖਾਲਸਾ ਜਲੰਧਰ, ਲੈਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੇ ਨੇ। 8 ਕਿਤਾਬਾਂ ਦੇ ਲੇਖਕ ਨੇ, ਪੰਜਾਬੀ ਤੇ ਵਾਰਤਾਕਾਰ ਨੇ। ਬਹੁਤ ਸਾਰੇ ਅਖਬਾਰਾਂ ਦੇ ਵਿੱਚ ਇਹਨਾਂ ਦੇ ਆਰਟੀਕਲ ਛਪਦੇ ਨੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਲਚਰਲ ਵਿੰਗ ਦੇ ਮੈਂਬਰ ਨੇ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਐਕਸਪਰਟ ਦੇ ਤੌਰ ਤੇ ਮੈਂਬਰ ਦੇ ਤੌਰ ਤੇ ਕੰਮ ਕਰਦੇ ਨੇ ਤੇ ਬਹੁਤ ਸਾਰੇ ਇਹਨਾਂ ਨੂੰ ਅਵਾਰਡ, ਮਾਨ ਸਨਮਾਨ ਮਿਲੇ ਨੇ। ਡਾਕਟਰ ਨਵਜੋਤ ਕੌਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ, ਬਹੁਤ-ਬਹੁਤ ਜੀ। ਸਾਡੇ ਨਾਲ ਤੀਜੇ ਜੋ ਮਹਿਮਾਨ ਨੇ ਅੱਜ ਦੇ ਪੈਨਲਿਸਟ ਨੇ ਉਹ ਨੇ ਗੁਰਸੇਵਕ ਲੰਬੀ। ਡਾਕਟਰ ਗੁਰਸੇਵਕ ਲੰਬੀ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਿਛਲੇ 5 ਸਾਲਾਂ ਤੋਂ ਇੰਚਾਰਜ ਯੂਥ ਵੈਲਫੇਅਰ ਦੇ ਤੌਰ ਤੇ ਕੰਮ ਕਰ ਰਹੇ ਨੇ। ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ। ਉਸ ਤੋਂ ਇਲਾਵਾ ਬਹੁਤ ਅੱਛੇ ਸ਼ਾਇਰ ਨੇ, ਬਹੁਤ ਅੱਛਾ ਗਾਉਂਦੇ ਨੇ, ਬਹੁਤ ਅੱਛਾ ਲਿਖਦੇ ਨੇ। ਇਹਨਾਂ ਦੀ ਪਹਿਲੀ ਕਿਤਾਬ ਸੀ ਮੈਂ ਬੀਜ ਹਾਂ, ਅਰਥਕ ਦੀ ਕਿਤਾਬ। ਉਸ ਤੋਂ ਬਾਅਦ ਇਹਨਾਂ ਦੀ ਇੱਕ ਹੁਣ ਨਵੀਂ ਕਿਤਾਬ ਪੋਇਟਰੀ ਦੀ ਆਈ ਹੈ, ਤਿਤਲੀਆਂ। 2 ਕਿਤਾਬਾਂ ਇਹਨਾਂ ਦੀਆਂ ਆਲੋਚਨਾ ਦੀਆਂ ਨੇ, ਆਧੁਨਿਕ ਪੰਜਾਬੀ ਸਾਹਿਤ ਚਿੰਤਨ। ਇੱਕ ਕਿਤਾਬ ਬਸਤੀ ਬਾਤ ਹੈ ਤੇ ਇੱਕ ਇਹਨਾਂ ਦੀ ਬਹੁਤ ਖੂਬਸੂਰਤ ਕਿਤਾਬ ਅਰਥਕ ਦੀ ਕਿਤਾਬ ਹੈ, ਦਿਲ ਦਿਮਾਗ ਦੀ ਵਾਰਤਾ।
ਸੋ ਗੁਰਸੇਵਕ ਲੰਬੀ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸ਼ੁਕਰੀਆ ਮੈਂ ਸਰ, ਤੁਹਾਡਾ ਸਵਾਗਤ। ਮੈਂ ਬੇਨਤੀ ਕਰੂੰਗਾ ਸਾਡੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਨੂੰ, ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਬਹੁਤ ਸਾਰੇ ਫੰਕਸ਼ਨ ਕੀਤੇ ਨੇ ਤੇ ਇਹ ਜਿਹੜਾ ਇੱਕ ਨਵੀਂ ਕਿਸਮ ਦਾ ਤਜਰਬਾ ਅਸੀਂ ਇਸ ਵਰਚੁਅਲ ਸੰਸਾਰ ਦੇ ਵਿੱਚ ਕੀਤਾ ਹੈ, ਜਿਹਦਾ ਬਹੁਤ ਅੱਛਾ ਰਿਸਪੌਂਸ ਸਾਨੂੰ ਮਿਲਿਆ ਇਹਨਾਂ ਦੀ ਅਗਵਾਈ ਦੇ ਵਿੱਚ। ਇਹਨਾਂ ਨੂੰ ਬੇਨਤੀ ਹੈ ਕਿ ਆਏ ਹੋਏ ਮਹਿਮਾਨਾਂ ਨੂੰ ਇੱਕ ਵਾਰੀ ਜੀ ਆਇਆਂ ਕਹਿਣਗੇ ਡਾਕਟਰ ਸਰਬਜੀਤ ਕੌਰ ਸੋਹਲ ਜੀ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਜੀ ਮੈਮ। ਉਹ ਕਹਿੰਦੇ ਕਿ ਅੱਖਰਾਂ ਵਿੱਚ ਸਮੁੰਦਰ ਹੋਸੀ ਪਰ ਅੱਖਰਾਂ ਦੇ ਅਰਥ ਵੀ ਚੁੱਪ। ਵਾਹ। ਚੁੱਪ ਜੋ ਹੋਇਆ ਸੱਜਣ ਮੇਰਾ ਹੋ ਗਈ ਸਭ ਹਯਾਤੀ ਚੁੱਪ। ਚੰਦ ਸੂਰਜ ਤਾਰੇ ਤੇ ਮੌਸਮ ਗਰਮੀ ਸਰਦੀ ਰੁੱਤਾਂ ਵੀ ਚੁੱਪ। ਚੁੱਪ ਜੀ ਐਸੀ ਚੰਦਰੀ ਵਾਦੀ ਸਾਹ ਪਿਆਵੇ ਦਿਲ ਪਰ ਚੁੱਪ। ਵਾਹ। ਹਸਰਤ ਹਰਕਤ ਹਜ਼ਰਤ ਕਾਦੀ ਊਲ ਜਲੂਲ ਜਹੀ ਆਦਤ ਚੁੱਪ। ਚੁੱਪ ਸ਼ਹਾਦਤ ਚੁੱਪ ਇਬਾਦਤ ਤਲਵਾਰ ਦੀ ਤਿੱਖੀ ਧਾਰ ਵੀ ਚੁੱਪ। ਸਭ ਕੁਝ ਵੇਂਦਾ ਕੁਝ ਨਾ ਕਹਿੰਦਾ, ਸਭ ਕੁਝ ਵੇਂਦਾ ਕੁਝ ਨਾ ਕਹਿੰਦਾ ਬੰਦਾ ਚੁੱਪ ਤੇ ਸ਼ੀਸ਼ਾ ਵੀ ਚੁੱਪ। ਕਲਮਕਾਰ ਸਹਿੰਦੜ ਹੋ ਗਿਆ, ਕਲਮਕਾਰ ਸਹਿੰਦੜ ਹੋ ਗਿਆ ਸਨਮਾਨ ਕਰਾਉਂਦਾ ਕਲਮ ਪਰ ਚੁੱਪ। ਚੁੱਪ ਦੀ ਵੀ ਹੁਣ ਜਿੰਦੇ ਲਾਤੇ, ਚੁੱਪ ਨੂੰ ਵੀ ਹੁਣ ਜਿੰਦੇ ਲਾਤੇ ਜੀ ਜੀ ਰਾਜਾ ਖੁਸ਼ ਰਿਆਇਆ ਚੁੱਪ। ਵਾਹ। तो पता नहीं बड़ी तकलीफ ਦੇ ਸਥਿਤੀ ਹੈ ਅੱਜ ਜਦੋਂ ਅਸੀਂ ਦੇਖ ਰਹੇ ਸੀ ਕਿ ਕਰੋਨਾ ਦੇ ਨਾਲ ਹੁਣ ਹੜ੍ਹ ਵੀ ਘੇਰ ਲਿਆ ਆ ਪੂਰੇ ਪੰਜਾਬ ਦੇ ਵਿੱਚ। ਹੜ੍ਹਾਂ ਦਾ ਵੀ ਬੜਾ ਜ਼ੋਰ ਹੋ ਗਿਆ ਤੇ ਅਜੇ ਕਿਸੇ ਵੀ ਪਾਸੇ ਕੋਈ ਉਮੀਦ ਨਹੀਂ ਦਿਸ ਰਹੀ ਜੀ। ਪਰ ਫਿਰ ਵੀ ਇੱਕ ਹੁੰਦਾ ਹੈ ਕਿ ਦੀਵਾ ਜਗਦਾ ਰਹੇ ਤੇ ਚੰਗਾ, ਜ਼ਿੰਦਗੀ ਮੰਗਦੀ ਰਹੇ ਤੇ ਚੰਗਾ। ਸੋ ਅੱਜ ਦੇ ਸਾਡੇ ਪੰਜਾਬ ਸਾਹਿਤ ਅਕੈਡਮੀ ਦੇ ਇਸ ਮੰਚ ਤੋਂ ਸਾਡੇ ਬਹੁਤ ਹੀ ਪਿਆਰੇ, ਬਹੁਤ ਹੀ ਮੁਹੱਬਤੀ, ਯੰਗ, ਐਨਰਜੈਟਿਕ, ਮੈਂ ਕੀ ਕਹਾਂ ਇਹਨਾਂ ਨੂੰ, ਮੇਰੇ ਆਪਣੇ ਡਾਕਟਰ ਨਵਜੋਤ ਕੌਰ ਜੀ, ਗੁਰਮੀਤ ਸਿੰਘ ਜੌੜਾ ਜੀ, ਗੁਰਸੇਵਕ ਲੰਬੀ ਜੀ, ਜਿਨ੍ਹਾਂ ਨਾਲ ਮੈਂ ਕੰਮ ਵੀ ਕੀਤਾ ਹੈ ਔਰ ਅਸੀਂ ਬੜੇ ਲੰਬੇ ਸਮੇਂ ਤੋਂ ਇੱਕ ਦੂਜੇ ਦਾ ਸਾਥ ਵੀ ਮਾਣਿਆ। ਇਹ ਸਾਹਿਤਕਾਰ ਨੇ, ਇਹ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਨੇ, ਉਹਨਾਂ ਦੀ ਸ਼ਖਸੀਅਤ ਉਸਾਰੀ ਕਰਦੇ ਨੇ ਔਰ ਹਰ ਦਮ ਇਹ ਇਸ ਗੱਲ ਤੇ ਅਗਰਸਰ ਰਹਿੰਦੇ ਨੇ ਕਿ ਅਸੀਂ ਬੱਚਿਆਂ ਲਈ ਹੋਰ ਕੀ ਕਰੀਏ, ਹੋਰ ਕਿਹੜਾ ਯੂਥ ਫੈਸਟੀਵਲ ਆ, ਹੋਰ ਕਿਹੜਾ ਕੰਪੀਟੀਸ਼ਨ ਆ। ਮੈਨੂੰ ਪਤਾ ਹੈ ਜੌੜਾ ਸਾਹਿਬ ਅਸੀਂ ਜਦੋਂ ਮੀਟਿੰਗ ਹਾਂਜੀ ਸੋ ਇਹੋ ਜਿਹੀਆਂ ਜਿਹੜੀਆਂ ਗਤੀਸ਼ੀਲ ਹਸਤੀਆਂ ਨੇ ਜਿਨ੍ਹਾਂ ਨੇ ਸਰਗਰਮੀਆਂ ਦੇ ਵਿੱਚ ਹਮੇਸ਼ਾ, ਔਰ ਅੱਜ ਕੱਲ ਤਾਂ ਅਸੀਂ, ਮੈਨੂੰ ਲੱਗਦਾ ਕਿ ਆਨਲਾਈਨ ਗਿੰਦੇ, ਅਸੀਂ ਸਾਡੇ ਬੱਚੇ ਕਹਿ ਰਹੇ ਸੀ ਕਿ ਆਨਲਾਈਨ ਤੀਆਂ ਕਰ ਲਈਏ। ਮੈਂ ਕਿਹਾ ਚਲੋ ਇਹ ਠੀਕ ਹੈ, ਤੀਆਂ ਆਨਲਾਈਨ ਕਰ ਲਓ, ਪਰ ਪੂੜੇ ਜਿਹੜੇ ਆ ਨਾ, ਖੀਰ ਪੂੜੇ, ਉਹ ਅਸਲੀ ਖਾ ਲਾਂਗੇ। ਹਾਂਜੀ ਸੋ ਇਹੋ ਜਿਹੇ ਮੌਸਮ, ਇਹੋ ਜਿਹੇ ਮਾਹੌਲ ਦੇ ਵਿੱਚ ਅੱਜ ਅਸੀਂ ਸਾਂਝੇ ਕਰਾਂਗੇ ਪੰਜਾਬ ਸਾਹਿਤ ਅਕੈਡਮੀ ਦੇ ਸਾਰੇ ਦਰਸ਼ਕਾਂ ਨਾਲ, ਸਾਰੇ ਸਰੋਤਿਆਂ ਨਾਲ। ਬਹੁਤ ਸਾਰੇ ਫੇਸਬੁੱਕ ਤੇ ਸਾਡੇ ਨਾਲ ਆਨਲਾਈਨ ਜੁੜੇ ਹੋਏ ਨੇ, ਬਹੁਤ ਸਾਰੇ ਸਾਨੂੰ ਮੈਸੇਜ ਭੇਜਦੇ ਨੇ, ਕਮੈਂਟ ਕਰਦੇ ਨੇ, ਤੇ ਸਮਾਂ ਬਹੁਤ ਥੋੜਾ ਹੁੰਦਾ ਹੈ ਸਗੋਂ ਸਾਡੇ ਕੋਲ। ਅੱਜ ਥੋੜਾ ਜਿਹਾ ਵੱਧ ਲੈ ਲਿਓ ਡਾਕਟਰ ਦੀਪ। ਕੋਈ ਨਹੀਂ ਜੀ, ਕੋਈ ਨਹੀਂ। ਹਾਂ ਸੋ ਮੈਂ ਜ਼ਿਆਦਾ ਕੁਛ ਨਹੀਂ ਕਹਿੰਦੀ। ਮੈਂ ਮੇਰੇ ਵੱਲੋਂ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਡਾਕਟਰ ਦੀਪ, ਡਾਕਟਰ ਵਰਮਾ ਔਰ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਹੈ, ਔਰ ਉਹਨਾਂ ਪਿਆਰੇ ਦਰਸ਼ਕਾਂ ਦਾ, ਸਰੋਤਿਆਂ ਦਾ ਜੋ ਸਾਰਾ ਟਾਈਮ ਕੱਢ ਕੇ ਕੰਮ ਕੁਮ ਛਡਾ ਕੇ ਤੇ ਸਾਡੇ ਨਾਲ ਜੁੜੇ ਹੁੰਦੇ ਨੇ। ਸੋ ਚਲੋ ਹੁਣ ਆਪਾਂ ਸਾਹਿਤ ਦੀਆਂ, ਸਮਾਜ ਦੀਆਂ ਗੱਲਾਂ ਕਰੀਏ, ਆਪਣੇ ਆਪ ਨਾਲ ਜੁੜੀਏ ਤੇ ਕੋਈ ਨਵਾਂ ਕਾਰਜ, ਕੋਈ ਨਵਾਂ ਹੱਲ ਲੱਭੀਏ। ਬਹੁਤ ਮਿਹਰਬਾਨੀ ਜੀ। ਬਹੁਤ ਧੰਨਵਾਦ ਮੈਡਮ, ਤੁਹਾਡੀ ਅਗਵਾਈ ਦੇ ਵਿੱਚ ਬਹੁਤ ਖੂਬਸੂਰਤੀ ਨਾਲ ਇਹ ਪ੍ਰੋਗਰਾਮ ਚੱਲ ਰਿਹਾ ਹੈ। ਬਹੁਤ ਅੱਛਾ ਉਪਰਾਲਾ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ ਜੀ। ਆਪਾਂ ਪ੍ਰੋਗਰਾਮ ਦਾ ਆਗਾਜ਼ ਸਰਗਮੀ ਟੱਚ ਤੋਂ ਕਰਾਂਗੇ। ਗੁਰਸੇਵਕ ਲੰਬੀ ਜੀ ਕੋਲੇ ਬਹੁਤ ਅੱਛਾ ਗਲਾ ਵੀ ਹੈ ਤੇ ਬਹੁਤ ਅੱਛੇ ਸ਼ਬਦ ਵੀ ਨੇ, ਤੇ ਅਸੀਂ ਸਿਰਜਣਾ ਦੇ ਕੋਈ ਰੰਗ ਅਸੀਂ ਹਰ ਰੋਜ਼ ਮਾਣਦੇ ਹਾਂ। ਪਹਿਲਾਂ 2-4 ਮਿੰਟ ਤੇ ਅਸੀਂ ਗੁਰਸੇਵਕ ਲੰਬੀ ਹੋਰਾਂ ਨੂੰ ਬੇਨਤੀ ਕਰਾਂਗੇ ਕਿ ਉਹ ਲਲਾਰੀ ਬਣ ਕੇ ਆਪਣੀ ਚੁੰਨੀ ਜ਼ਰੂਰ ਰੰਗਣ 2-3 ਮਿੰਟਾਂ ਦੇ ਵਿੱਚ। ਬਹੁਤ ਸੋਹਣਾ ਪੰਜਾਬੀ ਤੇ ਪੰਜਾਬੀ ਗੀਤ ਇਹਨਾਂ ਦਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ। ਸੋ ਗੁਰਸੇਵਕ ਲੰਬੀ ਜੀ। ਸ਼ੁਕਰੀਆ ਸਰ ਕੁਲਦੀਪ ਜੀ, ਔਰ ਖਾਸ ਤੌਰ ਤੇ ਮੈਡਮ ਸਰਬਜੀਤ ਕੌਰ ਸੋਹਲ ਹੋਰਾਂ ਦਾ ਸ਼ੁਕਰੀਆ, ਧੰਨਵਾਦ। ਤੁਸੀਂ ਸਾਨੂੰ ਯਾਦ ਕਰਦੇ ਹੋ, ਆਪਣੇ ਨਾਲ ਜੋੜਦੇ ਹੋ, ਔਰ ਵਰਮਾ ਜੀ ਦਾ, ਗੁਰੂ ਜੀ ਦਾ, ਔਰ
ਅਕੈਡਮੀ ਦਾ, ਪੂਰੀ ਟੀਮ ਦਾ ਬਹੁਤ ਸ਼ੁਕਰੀਆ। ਔਰ ਤੁਸੀਂ ਲੱਭਣ ਵਾਲੇ ਨਵੇਂ ਰਸਤੇ ਲੱਭ ਲੈਂਦੇ ਹੁੰਦੇ ਆ। ਜਿੰਨੇ ਮਰਜ਼ੀ ਕੰਡੇਦਾਰ ਹੋਣ, ਜਿੰਨੇ ਮਰਜ਼ੀ ਉਲਝਣ ਵਾਲੇ ਹੋਣ, ਪਰ ਜਿਨ੍ਹਾਂ ਨੇ ਪੁੱਜਣਾ ਹੁੰਦਾ ਉਹ ਪੁੱਜ ਜਾਂਦੇ। ਸੋ ਤੁਸੀਂ ਨਵਾਂ ਰਸਤਾ ਲੱਭਿਆ ਔਰ ਦੂਸਰੇ ਨੂੰ ਦੱਸ ਰਹੇ ਹੋ ਕਿ ਨਵੇਂ ਰਸਤੇ ਕਿਵੇਂ ਲੱਭੇ ਜਾ ਸਕਦੇ ਨੇ। ਇਸ ਲਈ ਤੁਹਾਡਾ ਸ਼ੁਕਰੀਆ। ਜੌੜਾ ਸਾਹਿਬ ਦਾ, ਮੈਡਮ ਨਵਜੋਤ ਕੌਰ ਹੋਰਾਂ ਦਾ ਵੀ ਮੈਂ ਜੀ ਆਇਆਂ ਨੂੰ ਕਹਿੰਦਾ, ਉਹਨਾਂ ਨੂੰ ਵੀ ਤੁਹਾਡੇ ਵੱਲੋਂ ਵੀ, ਆਪਣੇ ਵੱਲੋਂ ਵੀ। ਖੈਰ ਗੱਲਾਂ ਨਹੀਂ, ਪਹਿਲਾਂ ਇੱਕ ਗੀਤ ਚੁੰਨੀ ਵਾਲਾ ਸੁਣਨਾ ਸਰ? ਹਾਂਜੀ ਹਾਂਜੀ, ਹਾਂ ਬਿਲਕੁਲ। ਓਕੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ, ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਤੇਰੀ ਚੱਲੂਗੀ, ਤੇਰੀ ਚੱਲੂਗੀ, ਤੇਰੀ ਚੱਲੂਗੀ ਦੁਕਾਨ ਬਤੇਰੀ ਵੇ ਉੜਿਆੜਾ ਉੱਤੇ ਛਾਪ ਦੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਰੰਗ ਤੂੰ ਚੜਾ ਦੇ ਨੂੰ ਨਾਨਕ ਦੀ ਬਾਣੀ ਦਾ, ਇੱਕ ਪੱਲਾ ਰੰਗ ਦੇ ਗੋਬਿੰਦ ਦੀ ਕਹਾਣੀ ਦਾ। ਜੀਨੇ ਚੁੰਨੀਆਂ ਨੂੰ, ਜੀਨੇ ਚੁੰਨੀਆਂ ਨੂੰ, ਜੀਨੇ ਚੁੰਨੀਆਂ ਨੂੰ ਦਿੱਤੀ ਸੀ ਦਲੇਰੀ ਵੇ ਉੜਿਆੜਾ ਉੱਤੇ ਛਾਪ ਦੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਬੁੱਲੇ ਦੀਆਂ ਕਾਫੀਆਂ ਦਾ ਰੰਗ ਵੀ ਚੜਾ ਦੇਵੇ, ਵਾਰਸ ਦੀ ਹੀਰ ਮੇਰੀ ਚੁੰਨੀ ਗਾਉਣ ਲਾ ਦੇਵੇ। ਇਹਦੀ ਰੱਖੀ ਥੋੜੀ, ਇਹਦੀ ਰੱਖੀ ਥੋੜੀ, ਇਹਦੀ ਰੱਖੀ ਥੋੜੀ ਹੈ ਕੁਲ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਰੰਗ ਦੇ ਦੇ ਅਮਲੇ ਦੀ ਤੂੰ ਵੀ ਟੁਣਕਾਰਦਾ, ਦੱਸ ਦੇ ਉਦਾਸੀ ਕਿਵੇਂ ਮਹਿਲਾਂ ਨੂੰ ਵੰਗਾਰਦਾ। ਉੱਠੋ ਕੁੱਲੀਓ, ਉੱਠੋ ਕੁੱਲੀਓ, ਉੱਠੋ ਕੁੱਲੀਓ ਨਾ ਟਾਕੇ ਬੈਜੋ ਢੇਰੀ ਵੇ ਉੜਿਆੜਾ ਉੱਤੇ ਛਾਪ ਦੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਬਹੁਤ ਅੱਛਾ ਜੀ। ਗਾਰ ਕੀਤੇ ਔਲਖ ਦੀ ਨਾਟ ਪਾਸ਼ਾ ਪਾ ਦੇਵੇ, ਸ਼ਿਵ ਦਿਆਂ ਗੀਤਾਂ ਵਾਲੀ ਵੇਦਨਾ ਰਲਾ ਦੇਵੇ। ਗਾਰ ਕੀਤੇ ਔਲਖ ਦੀ ਨਾਟ ਪਾਸ਼ਾ ਪਾ ਦੇਵੇ, ਸ਼ਿਵ ਦਿਆਂ ਗੀਤਾਂ ਵਾਲੀ ਵੇਦਨਾ ਰਲਾ ਦੇਵੇ। ਪਾਸ਼ ਪਾਤਰ ਦੀ, ਪਾਸ਼ ਪਾਤਰ ਦੀ, ਪਾਸ਼ ਪਾਤਰ ਦੀ ਕਵਿਤਾ ਡੂੰਘੇਰੀ ਵੇ ਉੜਿਆੜਾ ਉੱਤੇ ਛਾਪ ਦੇ। ਚੁੰਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਤੇਰੇ ਟੱਪੇ ਮਾਈਏ ਛੰਦ ਸਿੱਠਣੀਆਂ ਸੇਰੇ ਵੇ, ਲਹਿਰੀਏ ਬਣਾ ਦੇ ਸਭ ਚੁੰਨੀ ਉੱਤੇ ਮੇਰੇ ਵੇ। ਆਵੇ ਘੋੜੀਆਂ ਨੂੰ, ਆਵੇ ਘੋੜੀਆਂ ਨੂੰ, ਆਵੇ ਘੋੜੀਆਂ ਨੂੰ ਰੰਗ ਤੂੰ ਵਧੇ। ਆਵਾਜ਼ ਤੁਹਾਡੀ ਬੰਦ ਹੋ ਗਈ ਜੀ। ਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ। ਉੜਿਆੜਾ ਈੜੀ ਸਸਾ ਕੱਕਾ ਕੱਕਾ ਵੇ, ਇਹਨਾਂ ਵਾਲਾ ਰੰਗ ਜ਼ਰਾ ਕਰਦੀ ਤੂੰ ਪੱਕਾ ਵੇ। ਰੰਗ ਉਡਾਉਣ ਵਾਲੀ, ਉਡਾਉਣ ਵਾਲੀ, ਰੰਗ ਉਡਾਉਣ ਵਾਲੀ ਫਿਰਦੀ ਹਨੇਰੀ ਵੇ ਉੜਿਆੜਾ ਉੱਤੇ ਛਾਪ ਦੇ। ਬਹੁਤ ਅੱਛਾ। ਨੀ ਰੰਗ ਦੇ ਲਲਾਰੀਆਂ ਮੇਰੀ ਵੇ ਉੜਿਆੜਾ ਉੱਤੇ ਛਾਪ ਦੇ, ਵੇ ਉੜਿਆੜਾ ਉੱਤੇ ਛਾਪ ਦੇ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਲਿੰਬ ਸਾਹਿਬ। ਮਾਂ ਬੋਲੀ ਪ੍ਰਤੀ ਤੁਹਾਡੇ ਇਹ ਸ਼ਬਦ ਬਹੁਤ ਕਮਾਲ ਨੇ। ਤੇ ਆਓ ਹੁਣ ਆਪਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲ ਸ਼ੁਰੂ ਕਰਾਂਗੇ ਡਾਕਟਰ ਨਵਜੋਤ ਕੌਰ ਹੋਰਾਂ। ਜੀ ਕਰੋ। ਮੈਡਮ ਨਵਜੋਤ, ਪੁਰਾਣੇ ਸਮੇਂ 'ਚ ਨੌਜਵਾਨਾਂ ਕੋਲੇ, ਬੱਚਿਆਂ ਕੋਲੇ ਸਿੱਖਣ ਦੀ ਇੱਕੋ ਇੱਕ ਏਜੰਸੀ ਸੀ ਜੋ ਅਧਿਆਪਕ ਹੀ ਹੁੰਦੇ ਸੀ ਪਰਿਵਾਰ ਤੋਂ ਬਾਅਦ। ਬਿਲਕੁਲ। ਪਰ ਹੁਣ ਗਿਆਨ ਦੇ ਬਹੁਤ ਸਾਰੇ ਸੋਮੇ ਨੇ। ਜਦੋਂ ਬੱਚਾ ਸਾਡੇ ਕੋਲੇ ਆਉਂਦਾ ਹੈ, ਖਾਸ ਤੌਰ ਤੇ ਕਾਲਜ ਤੱਕ ਆਉਂਦਾ ਹੈ, ਤਾਂ ਉਹਦਾ ਬਹੁਤ ਸਾਰੀਆਂ ਗਿਆਨ ਦੀਆਂ ਏਜੰਸੀਆਂ ਨਾਲ ਬਾਹਰ ਪਿਆ ਹੁੰਦਾ ਹੈ ਕਿ ਉਹ ਬਹੁਤ ਪਾਸੇ ਸਿੱਖ ਕੇ ਆਉਂਦਾ ਬਹੁਤ ਕੁਛ। ਇਹਦੇ ਨਾਲ ਸੰਸਥਾਵਾਂ ਦੇ ਮਾਹੌਲ ਤੇ ਬੱਚੇ ਤੇ ਅਧਿਆਪਕ ਦੇ ਰਿਸ਼ਤੇ ਤੇ ਕੀ ਫਰਕ ਪਿਆ, ਕੀ ਮਹਿਸੂਸ ਕਰਦੇ ਹੋ ਤੁਸੀਂ? ਦੇਖੋ ਜੀ, ਜਿਹੜੀ ਗੁਰੂ ਸ਼ਿਸ਼ ਪਰੰਪਰਾ ਹੈ ਉਹ ਸਾਡੀ ਸ਼ੁਰੂ ਤੋਂ ਰਹੀ ਹੈ। ਪਰ ਜੇ ਹੁਣ ਮੈਂ ਇਸ ਵੇਲੇ, ਜੇ ਤੁਸੀਂ ਇਸ ਹਾਲਾਤ ਦੀ, ਜਿਹੜੇ ਇਸ ਵੇਲੇ ਜਿਹੜੇ ਹਾਲਾਤ ਚੋਂ ਅਸੀਂ ਨਿਕਲ ਰਹੇ ਹਾਂ, ਅਸੀਂ ਇਕੱਲੇ ਹੀ ਨਹੀਂ ਨਿਕਲ ਰਹੇ,
ਪੂਰੀ ਜੀ। ਦੁਨੀਆ ਨਿਕਲ ਰਹੀ ਹੈ। ਔਰ ਇਸ ਹਾਲਾਤ ਦੇ ਵਿੱਚ ਮੈਂ ਗੱਲ ਕਰਾਂ ਤੇ ਕਲਾਸਿਸ ਜਿਹੜੀਆਂ ਅੱਜ ਕੱਲ ਆਨਲਾਈਨ ਸ਼ੁਰੂ ਹੋ ਗਈਆਂ ਹੈ ਨਾ। ਕਾਲਜ ਦੇ ਵਿੱਚ ਜਿਹੜੇ ਹੈ ਬੱਚਿਆਂ ਦੀ ਆਮਦ ਬਿਲਕੁਲ ਖਤਮ ਹੋ ਗਈ। ਪਰ ਜਦੋਂ ਕਰਫਿਊ ਦਾ ਦੌਰ ਸੀ, ਜਿਨ੍ਹਾਂ ਦਿਨਾਂ 'ਚ ਬੜੀ ਦਹਿਸ਼ਤ ਸੀ, ਉਸ ਵੇਲੇ ਕੋਈ ਵੀ ਘਰੋਂ ਨਹੀਂ ਸੀ ਨਿਕਲਦਾ। ਉਸ ਵੇਲੇ ਅਸੀਂ ਜਿਹੜਾ, ਜਿਸ ਤਰ੍ਹਾਂ ਤੁਸੀਂ ਉਪਰਾਲਾ ਕਰ ਰਹੇ ਹੋ, ਉਸ ਵੇਲੇ ਅਸੀਂ ਵੀ ਉਪਰਾਲਾ ਕੀਤਾ ਕਿ ਆਨਲਾਈਨ ਕਲਾਸਿਸ ਸ਼ੁਰੂ ਕੀਤੀਆਂ ਜਾਣ। ਔਰ ਬੱਚੇ ਜਿਹੜੇ ਹੈ, ਸਟੂਡੈਂਟਸ ਜਿਹੜੇ ਹੈ, ਉਹਨਾਂ ਕੋਲ ਜਿਵੇਂ ਤੁਸੀਂ ਦੱਸਿਆ ਕਿ ਆਲਰੇਡੀ ਬਹੁਤ ਸਾਰੇ ਜਿਹੜੇ ਉਹਨਾਂ ਕੋਲ ਆਲਟਰਨੇਟਿਵਸ ਹੈਗੇ ਆ ਨਾ। ਉਹ ਸੋਸ਼ਲ ਮੀਡੀਆ ਤੋਂ, ਇੰਟਰਨੈਟ ਤੇ ਇੰਨਾ ਕੁਝ ਪਿਆ ਆ ਕਿ ਉਹਨਾਂ ਤੋਂ ਆਪਣੀ ਲੋੜ ਦਾ ਜਿਹੜਾ ਮਟੀਰੀਅਲ ਉਹ ਲੈ ਲੈਂਦੇ ਆ। ਪਰ ਲੋੜ ਪੂਰੀ ਕਰਨੀ ਔਰ ਗਿਆਨ ਹਾਸਲ ਕਰਨਾ, ਮੈਂ ਕਹਾਂਗੀ ਦੋਨੋਂ ਬਹੁਤ ਵੱਖਰੀਆਂ ਵੱਖਰੀਆਂ ਚੀਜ਼ਾਂ ਆ। ਇੰਟਰਨੈਟ ਤੇ ਲੋੜ ਤਾਂ ਪੂਰੀ ਹੋ ਸਕਦੀ ਹੈ, ਪਰ ਗਿਆਨ ਜਿਹੜਾ ਹੈ ਉਹ ਹਾਸਲ ਨਹੀਂ ਹੋ ਸਕਦਾ। ਜੋ ਮਜ਼ਾ ਜਿਹੜਾ ਹੈ ਸਾਹਮਣੇ ਕਲਾਸ 'ਚ ਬੈਠ ਕੇ ਆਈ ਕੰਟੈਕਟ ਦੇ ਨਾਲ, ਸਟੂਡੈਂਟਸ ਦੇ ਨਾਲ, ਕਿਉਂਕਿ ਅਸੀਂ ਸਿਰਫ ਕਿਤਾਬੀ ਗਿਆਨ ਹੀ ਨਹੀਂ ਹਾਸਲ ਕਰਨਾ ਹੁੰਦਾ। ਕਾਲਜ ਦੇ ਵਿੱਚ ਆ ਕੇ, ਸੰਸਥਾਵਾਂ ਦੇ ਵਿੱਚ ਆ ਕੇ, ਉਹਨਾਂ ਕਿਤਾਬਾਂ ਨੂੰ ਪੜ੍ਹ ਕੇ, ਉਹਨਾਂ ਨੂੰ ਜਿਹੜੇ ਉਹਨਾਂ ਦੇ ਵਿੱਚੋਂ ਪੜ੍ਹੇ ਹੋਏ ਅੱਖਰ ਹੈ, ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਤਾਮੀਰ ਕਰਨ ਦਾ ਗੁਰ ਵੀ ਸਿੱਖਣਾ ਹੁੰਦਾ ਹੈ। ਔਰ ਮੈਂ ਤਾਂ ਇਹੀ ਕਹਾਂਗੀ ਕਿ ਕੋਈ ਬਦਲ ਹੀ ਨਹੀਂ ਹੈ। ਕਲਾਸਿਸ ਜਿਹੜੀਆਂ, ਕਲਾਸਰੂਮ ਟੀਚਿੰਗ ਜਿਹੜੀ ਹੈ, ਉਹਦਾ ਕੋਈ ਬਦਲ ਨਹੀਂ ਹੈ। ਜੇ ਅਸੀਂ ਕਹੀਏ ਤਾਂ ਆਨਲਾਈਨ ਕਲਾਸਿਸ ਵੀ ਬੁੱਤਾ ਸਾਰਿਆ ਜਾ ਸਕਦਾ ਹੈ, ਅਸੀਂ ਸਾਰ ਰਹੇ ਹਾਂ, ਪਰ ਉਹ ਗੱਲ ਨਹੀਂ ਹੈ। ਕਿਉਂਕਿ ਜਿਹੜਾ ਇੱਕ ਟੀਚਰ ਹੈ, ਉਹਦੀ ਪਰਸਨੈਲਿਟੀ ਜਿਹੜੀ ਹੈ, ਉਹਦੇ ਤੋਂ ਬੜਾ ਪ੍ਰਭਾਵਿਤ ਹੁੰਦਾ ਬੱਚਾ। ਉਹਦਾ ਤੁਰਨਾ ਫਿਰਨਾ, ਉਹਦੀ ਜ਼ਿੰਦਗੀ ਦਾ ਸਲੀਕਾ ਜਿਹੜਾ ਹੈ, ਉਹਦਾ ਜਿਹੜਾ ਅਕੀਦਾ ਹੈ, ਉਹਦੇ ਤੋਂ ਦੇਖ ਕੇ ਬੱਚੇ ਉਹਨਾਂ ਨੂੰ ਹੱਲਾਸ਼ੇਰੀ ਦੇਣੀ ਜਿਹੜੀ ਹੈ ਸਾਹਮਣੇ, ਉਹ ਗੱਲਾਂ ਜਿਹੜੀਆਂ ਉਹ ਮਿਸਿੰਗ ਹੈ। ਔਰ ਇੱਕ ਮਕੈਨੀਕਲ ਜਿਹਾ ਜਿਹੜਾ ਹੈ, ਮੈਂ ਕਹਾਂਗੀ ਕਿ ਕਲਾਸ ਦੇ ਵਿੱਚ ਜਿਹੜਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਆ। ਇੱਕ ਅੱਛਾ ਟੀਚਰ ਜਿਹੜਾ ਉਹ ਬੜਾ ਇੰਟਰਸਟਿੰਗ ਬਣਾ ਲੈਂਦਾ ਆਪਣੇ ਲੈਕਚਰ ਨੂੰ। ਪਰ ਜਦੋਂ ਤੁਸੀਂ ਇਸ ਤਰ੍ਹਾਂ ਆਨਲਾਈਨ ਕਲਾਸਿਸ ਲੈਂਦੇ, ਬੜਾ ਮਕੈਨੀਕਲ ਜਿਹਾ ਸਾਰਾ ਕੁਝ ਚੱਲ ਰਿਹਾ ਹੁੰਦਾ। ਅਸਰ ਤਾਂ ਬਹੁਤ ਪਿਆ ਆ, ਪਰ ਮੇਰੇ ਖਿਆਲ ਦੇ ਵਿੱਚ ਕੋਈ ਇਹ ਬਦਲ ਨਹੀਂ ਹੈ। ਆਨਲਾਈਨ ਕਲਾਸਿਸ ਜਿਹੜੀਆਂ ਹੈ, ਇਹ ਜਿਹੜੀ ਕਲਾਸਰੂਮ ਟੀਚਿੰਗ, ਉਹਦਾ ਨਹੀਂ ਹੈ ਕੋਈ ਸਬਸਟੀਟਿਊਟ। ਜੀ ਮੈਮ, ਬਿਲਕੁਲ ਅਧਿਆਪਕ ਦਾ ਕੋਈ ਬਦਲ ਨਹੀਂ ਹੈਗਾ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਜੋੜਾ ਸਾਹਿਬ, ਬੰਦਾ ਬੇਸਿਕਲੀ ਜਦੋਂ ਤੋਂ ਬੰਦਾ ਬਣਿਆ ਤਾਂ ਉਹ ਸਮੂਹ ਦੇ ਵਿੱਚ ਆ ਕੇ ਬੰਦਾ ਬਣਿਆ, ਤੇ ਸੰਕਟ ਕਾਲ ਨੇ ਬੰਦੇ ਨੂੰ ਸਮੂਹ ਨਾਲੋਂ ਤੋੜ ਕੇ ਘਰਾਂ ਦੇ ਵਿੱਚ ਬਿਠਾਤਾ, ਇਕੱਲੇ ਕਰਕੇ। ਖਾਸ ਤੌਰ ਤੇ ਨੌਜਵਾਨਾਂ ਦੀ ਇਹ ਨੇਚਰ ਨਹੀਂ ਹੁੰਦੀ ਹੈਗੀ ਕਿ ਉਹ ਇਕੱਲੇ ਰਹਿਣ। ਉਹ ਹਮੇਸ਼ਾ ਸਮੂਹ ਦੇ ਵਿੱਚ ਜਿਉਂਦੇ ਨੇ, ਪੀਅਰ ਗਰੁੱਪ ਦੇ ਵਿੱਚ ਜਿਉਂਦੇ ਨੇ। ਤੇ ਨੌਜਵਾਨਾਂ ਦੀ ਇਸ ਇਕੱਲਤਾ ਨੂੰ ਅਸੀਂ ਸਿਆਣਿਆਂ ਨੇ ਕਿੰਨਾ ਕੁ ਮਹਿਸੂਸ ਕੀਤਾ ਇਸ ਸੰਕਟ ਕਾਲ ਦੇ ਵਿੱਚ? ਦੇਖੋ, ਬਹੁਤ ਹੀ ਗੰਭੀਰਤਾ ਨਾਲ ਇਸ ਗੱਲ ਨੂੰ ਆਪਾਂ ਮਹਿਸੂਸ ਕੀਤਾ, ਔਰ ਉਹਦਾ ਨਤੀਜਾ ਇਹ ਆ, ਪ੍ਰਮਾਣ ਇਹ ਆ ਕਿ ਅੱਜ ਪੰਜਾਬ ਸਾਹਿਤ ਅਕੈਡਮੀ ਵੱਲੋਂ ਇਹ ਨੌਜਵਾਨਾਂ ਦੇ ਲਈ ਹੋਈ ਤੁਸੀਂ ਇੱਕ ਵਿਸ਼ੇਸ਼ ਜਿਹੜਾ ਸੈਮੀਨਾਰ ਰੱਖਿਆ। ਔਰ ਇਸ ਤੋਂ ਪਹਿਲਾਂ ਵੀ ਪੰਜਾਬ ਸਾਹਿਤ ਅਕੈਡਮੀ ਵੱਲੋਂ ਬਹੁਤ ਸਾਰੇ ਪ੍ਰੋਗਰਾਮ ਵਿਦਿਆਰਥੀਆਂ ਲਈ ਕੀਤੇ ਗਏ ਆ, ਆਨਲਾਈਨ ਤੁਸੀਂ ਕੀਤੇ ਆ। ਪੰਜਾਬ ਸੰਗੀਤ ਨਾਟਕ ਅਕੈਡਮੀ ਨੇ ਕੀਤੇ ਆ, ਪੰਜਾਬ ਸਾਹਿਤ ਅਕੈਡਮੀ ਕਰਦੀ ਰਹੀ ਆ। ਤੁਸੀਂ ਜੇ ਅੱਜ ਸੈਮੀਨਾਰ ਡਾਕਟਰ ਸਰਬਜੀਤ ਸੋਲ ਹੋਰਾਂ ਨੂੰ ਮੈਂ ਇਸ ਗੱਲ ਦੀ ਮੁਬਾਰਕਬਾਦ ਵੀ ਦਿੰਦਾ, ਉਹਨਾਂ ਦਾ ਧੰਨਵਾਦੀ ਵੀ ਆ, ਡਾਕਟਰ ਸਤੀਸ਼ ਵਰਮਾ ਜੀ ਦਾ, ਤੁਹਾਡਾ, ਕਿ ਤੁਸੀਂ ਮਤਲਬ ਸਾਹਿਤ ਦੀਆਂ ਵੱਖ ਜਿਹੜੀਆਂ ਬਾਕੀ ਵਿਧਾਵਾਂ ਦੀ ਜਦੋਂ ਗੱਲ ਕੀਤੀ ਹੈ ਤਾਂ ਤੁਸੀਂ ਨੌਜਵਾਨ ਪੀੜ੍ਹੀ ਬਾਰੇ ਵੀ ਸੋਚਿਆ। ਔਰ ਇਸ ਗੱਲ ਨੂੰ ਸਭ ਤੋਂ ਗੰਭੀਰਤਾ ਨਾਲ ਸਿਆਣਿਆਂ ਨੇ ਸੋਚਿਆ। ਇਹ ਨਹੀਂ ਕਿ ਜੇ ਨੌਜਵਾਨ ਪੀੜ੍ਹੀ ਇਸ ਵੇਲੇ ਟਾਰਗੇਟ ਬਣੀ ਆ ਲੋਕਡਾਊਨ ਦਾ, ਘਰਾਂ ਦੇ ਵਿੱਚ ਫਰਸਟ੍ਰੇਟ ਹੋ ਰਹੀ ਆ, ਤਾਂ ਉਹ ਪੇਰੈਂਟਸ ਵੀ ਸੋਚ ਰਹੇ ਆ, ਅਧਿਆਪਕ ਵੀ ਸੋਚ ਰਹੇ ਆ। ਇਸ ਵੇਲੇ ਮੈਂ, ਕਿਉਂਕਿ ਮੈਡਮ ਡਾਕਟਰ ਸਰਬਜੀਤ ਸੋਲ ਖੁਦ ਇੱਕ ਕਾਲਜ ਦੇ ਪ੍ਰਿੰਸੀਪਲ ਨੇ, ਸਾਡਾ ਲਗਭਗ 70% ਜਿਹੜੇ ਸਾਡੇ ਟੀਚਰ ਹੈ ਉਹ ਵਿਦਿਆਰਥੀਆਂ ਲਈ ਸੋਚ ਰਹੇ ਆ। ਇਸੇ ਕਰਕੇ ਆਨਲਾਈਨ ਕਲਾਸਾਂ ਲੱਗ ਰਹੀਆਂ। ਬੇਸ਼ੱਕ ਆਨਲਾਈਨ ਕਲਾਸਾਂ ਜਿਹੜੀਆਂ ਉਹ ਕਲਾਸਰੂਮ ਦਾ ਜਾਂ ਫੇਸ ਟੂ ਫੇਸ ਪੜ੍ਹਾਈ ਦਾ ਬਦਲ ਨਹੀਂ ਬਣ ਸਕਦੀਆਂ, ਪਰ ਉਹ ਸੋਚ ਦੇ ਵਿੱਚੋਂ ਹੀ ਨਿਕਲੀ ਆ ਕਿ ਵਿਦਿਆਰਥੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਪੋਜ਼ਿਟਿਵ ਸੋਚ ਦੇ ਨਾਲ ਜੋੜਿਆ ਜਾਵੇ। ਔਰ ਪੰਜਾਬ ਦੇ ਵਿਦਿਆਰਥੀ, ਵੈਸੇ ਤਾਂ ਬਾਕੀ ਸਟੇਟਸ ਦਾ ਵੀ ਇਹ ਹਾਲ ਹੋਏਗਾ, ਪਰ ਪੰਜਾਬ ਦੇ ਵਿਦਿਆਰਥੀਆਂ ਪ੍ਰਤੀ ਮੈਂ ਬਹੁਤ ਆਸਵੰਦ ਹਾਂ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੱਖ-ਵੱਖ ਯੂਨੀਵਰਸਿਟੀਆਂ ਨੇ, ਵੱਖ-ਵੱਖ ਅਦਾਰਿਆਂ ਨੇ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਗਤੀਵਿਧੀ ਨਾਲ ਜੋੜ ਕੇ ਰੱਖਿਆ। ਆਨਲਾਈਨ ਕੰਪੀਟੀਸ਼ਨ ਵੀ ਕਰਵਾਏ ਆ, ਆਨਲਾਈਨ ਲੈਕਚਰ ਵੀ ਕਰਵਾਏ ਆ। ਆਨਲਾਈਨ ਲੈਕਚਰ ਕਰਵਾਉਣ ਦਾ ਮਤਲਬ ਇਹ ਸੀ ਕਿ ਵਿਦਿਆਰਥੀ ਕਿਸੇ ਨਿਰਾਸ਼ਾ ਦੇ ਆਲਮ ਦੇ ਵਿੱਚ ਨਾ ਚਲੇ ਜਾਣ, ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਡੇ ਅਧਿਆਪਕਾਂ ਨੇ ਸਾਨੂੰ ਯਤੀਮ ਕਰਕੇ ਛੱਡਤਾ। ਸਾਡੇ ਅਧਿਆਪਕ ਸਾਡੇ ਬਾਰੇ ਸੋਚਦੇ, ਸਾਡੇ ਮਾਂ-ਬਾਪ ਸਾਡੇ ਬਾਰੇ ਸੋਚਦੇ ਆ। ਇਹੀ ਕਾਰਨ ਹੈ ਕਿ ਇਸ ਵੇਲੇ ਮਤਲਬ ਕਾਲਜਾਂ ਨੂੰ ਝੰਡੇ ਲੱਗਣ ਦੇ ਬਾਵਜੂਦ ਵੀ ਵਿਦਿਆਰਥੀ ਆ ਜਿਹੜਾ ਉਹ ਪੜ੍ਹਾਈ ਨਾਲ ਵੀ ਜੁੜਿਆ ਹੋਇਆ, ਵਿਦਿਆਰਥੀ ਜਿਹੜਾ ਆਪਣੇ ਅਧਿਆਪਕ ਨਾਲ ਵੀ ਜੁੜਿਆ ਹੋਇਆ ਜੀ। ਔਰ ਮੈਂ ਮਹਿਸੂਸ ਕਰਦਾ, ਤੁਹਾਡੇ ਸਵਾਲ ਦਾ ਜਵਾਬ ਇਹ ਆ ਕਿ ਇਹ ਸਿਆਣੇ ਲੋਕਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ, ਔਰ ਤੁਸੀਂ ਸਾਰੇ ਸਿਆਣੇ ਬੈਠੇ ਆ, ਤੁਸੀਂ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ। ਇਸੇ ਕਰਕੇ ਸਾਡਾ ਵਿਦਿਆਰਥੀ ਆ ਜਿਹੜਾ ਨੌਜਵਾਨ ਵਿਦਿਆਰਥੀ, ਉਹ ਮਤਲਬ ਜਿਹੜਾ ਹੈਗਾ ਇਸ ਵੇਲੇ ਐਕਟਿਵ ਹੈ ਪੂਰੀ ਤਰ੍ਹਾਂ। ਜੀ।
ਗੁਰਸੇਵਕ ਲੰਬੀ ਜੀ, ਹਾਂਜੀ ਸਰ। ਸਾਡੇ ਲੋਕ ਧਾਰਾ ਦੇ ਵਿੱਚ ਇੱਕ ਬੋਲੀ ਟੱਪਾ ਬੋਲਿਆ ਜਾਂਦਾ ਹੈ ਕਿ ਖੇਤ ਉਜਾੜ ਪਿਆ ਕਿਹੜੇ ਹੌਸਲੇ ਗਿੱਧੇ ਦੇ ਵਿੱਚ ਆਵਾਂ, ਹਨਾ। ਹਾਂਜੀ ਇਸ ਵੇਲੇ ਵਿਦਿਅਕ ਅਦਾਰੇ ਵੀ ਉਜੜੇ ਹੋਏ ਖੇਤਾਂ ਵਰਗੇ ਨੇ, ਜਾਣ ਨੂੰ ਜੀ ਨਹੀਂ ਕਰਦਾ, ਬੱਚਿਆਂ ਤੋਂ ਬਿਨਾਂ ਰੌਣਕਾਂ ਨਹੀਂ ਹੁੰਦੀਆਂ ਇੰਜ ਸਕੂਲਾਂ ਨਾ ਕਾਲਜਾਂ ਦੇ ਵਿੱਚ। ਕਹੋ, ਇੰਜ ਨਾ ਕਹੋ। ਇਹ ਗੱਲ ਨਹੀਂ ਕਿ ਇੰਨੇ ਸੋਹਣੇ ਫੁੱਲ ਬੂਟੇ ਫੁੱਲ ਸੋਹਣੇ ਨੇ, ਪਰ ਰੋਜ਼ ਬੱਚਿਆਂ ਤੋਂ ਬਿਨਾਂ ਸਰ ਬੱਚਿਆਂ ਹਰ ਤੋਂ ਬਿਨਾਂ ਰੋਜ਼ ਬੱਚਿਆਂ ਤੋਂ ਬਿਨਾਂ ਜਿਹੜੇ ਅਦਾਰੇ ਨੇ ਨਾ, ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ। ਮੇਰੇ ਕਹਿਣ ਦਾ ਭਾਵ ਇਹ ਹੁੰਦਾ ਹੈ ਸਰ ਹਰ ਰੋਜ਼ ਬੱਚਿਆਂ ਨੂੰ ਕਾਲਜ ਉਡੀਕਦਾ ਹੈ, ਅਸੀਂ ਉਡੀਕਦੇ ਹਾਂ, ਰੋਜ਼ ਜਾਂਦੇ ਆ ਕਾਲਜ, ਬੱਚਿਆਂ ਨੂੰ ਮੈਸੇਜ ਫੋਨ ਪਤਾ ਨਹੀਂ ਕੀ ਕੁਛ ਕਰ ਰਹੇ ਹਾਂ ਅਸੀਂ। ਹੁਣ ਤਾਂ ਬੱਚੇ ਆਉਣੇ ਵੀ ਸ਼ੁਰੂ ਹੋ ਗਏ, ਬੱਚੇ ਆ ਰਹੇ ਕਾਲਜਾਂ ਦੇ ਵਿੱਚ ਬੱਚੇ ਨਹੀਂ ਹੈਗੇ, ਇਸ ਕਰਕੇ ਰੌਣਕਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਬੱਚਿਆਂ ਨਾਲ ਹੁੰਦੀਆਂ ਨੇ। ਭਾਵੇਂ ਅਸੀਂ ਜਿੰਨੇ ਮਰਜ਼ੀ ਸਜਾ ਲਈਏ ਅਦਾਰਿਆਂ ਨੂੰ, ਪਰ ਜਦੋਂ ਬੱਚੇ ਆਉਂਦੇ ਨੇ, ਬੱਚੇ ਫੁੱਲਾਂ ਵਰਗੇ ਹੁੰਦੇ ਨੇ ਤੇ ਉਹਨਾਂ ਨਾਲ ਅਸੀਂ ਜੁੜਦੇ ਹਾਂ, ਚਾਹੇ ਵੱਡੇ ਬੱਚੇ ਨੇ ਚਾਹੇ ਛੋਟੇ ਬੱਚੇ ਨੇ। ਤੇ ਅਧਿਆਪਕ ਬੱਚਿਆਂ ਨੂੰ ਬਹੁਤ ਮਹਿਸੂਸ ਕਰਦਾ ਹੈ ਇੱਕ ਅਧਿਆਪਕ ਹੋਣ ਦੇ ਨਾਤੇ ਕਿ ਉਹਦੇ ਕੋਲ ਬੱਚੇ ਹੋਣ। ਖਾਸ ਤੌਰ ਤੇ ਜਦੋਂ ਛੁੱਟੀਆਂ 5-10 ਹੁੰਦੀਆਂ ਨੇ ਉਦੋਂ ਕੋਈ ਗੱਲ ਨਹੀਂ ਹੁੰਦੀ, ਪਰ ਛੁੱਟੀਆਂ ਇੰਨੀਆਂ ਲੰਬੀਆਂ ਹੋ ਗਈਆਂ ਜਿਹਦੇ ਨਾਲ ਅਸੀਂ ਸਾਰੇ ਕਿਤੇ ਨਾ ਕਿਤੇ ਖਲਾਅ ਮਹਿਸੂਸ ਕਰਦੇ ਹਾਂ। ਬਤੌਰ ਅਧਿਆਪਕ ਲੰਬੀ ਸਾਹਿਬ ਤੁਸੀਂ ਕੀ ਮਹਿਸੂਸ ਕਰਦੇ ਹੋ ਜਿਹੜਾ ਇਹ ਖਲਾਅ ਪੈਦਾ ਹੋਇਆ? ਬਿਲਕੁਲ ਸਰ, ਬੜੀ ਤਕਲੀਫ ਹੋਈ ਨਾ ਜਦੋਂ ਉਜਾੜਾ ਸ਼ਬਦ ਤੁਸੀਂ ਹਾਂਜੀ ਹਾਂ, ਕਿਉਂਕਿ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਇਸੇ ਕਰਕੇ ਮਤਲਬ ਤੁਹਾਨੂੰ ਮੈਨੂੰ ਲੱਗਦਾ ਕਿ ਜਿਹੜਾ ਮੈਡਮ ਸੋਹ ਹੋਰਾਂ ਦਾ ਰਿਐਕਸ਼ਨ ਸੀਗਾ ਸਭ ਨੇ ਹਾਂ ਭਰੀ ਉਹਦੇ ਵਿੱਚ, ਉਹਦੇ ਵਿੱਚੋਂ ਹੀ ਤੁਹਾਨੂੰ ਇਸ ਦਾ ਜਵਾਬ ਮਿਲ ਗਿਆ ਹੋਣਾ ਸਵਾਲ ਦਾ। ਜੀ 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 ਗੁਰਸੇਵਕ ਜੀ, ਕੁਲਦੀਪ ਵੀ ਆਪਾਂ ਨੂੰ ਚੈੱਕ ਹੀ ਕਰਨਾ ਚਾਹੁੰਦੇ ਸੀ, ਚੈੱਕ ਹੀ ਕਰਨਾ ਚਾਹੁੰਦੇ ਸੀ ਵੀ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ। ਜੀ 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 ਬਿਲਕੁਲ ਜੀ ਲੰਬੀ ਸਾਹਿਬ, ਸਾਡਾ ਤਾਂ ਦਾਰੋਮਦਾਰੀ ਇਕੱਠ ਨਾਲ ਚੱਲਦਾ ਨਾ। ਹਾਂ, ਨਿਆਣਿਆਂ ਤੋਂ ਬਿਨਾਂ ਅਸੀਂ ਕਾਹਦੇ ਜੋਗੇ। ਤੁਹਾਡੇ ਵੀ ਤੁਹਾਡੇ ਫੰਕਸ਼ਨ ਆ ਜਾਂ ਸਾਡੇ ਆ, ਜਿਹਨੂੰ ਮੈਂ ਮਤਲਬ ਕਲਾਸਰੂਮ ਤੋਂ ਹਟ ਕੇ ਆਪਦੇ ਯੂਥ ਐਕਟੀਵਿਟੀ ਨਾਲ ਵੀ ਜੋੜਾਂ। ਕਲਾਸਰੂਮ ਹੋਣਗੇ ਤਾਂ ਮੇਲੇ ਹੋਣਗੇ, ਸੋ ਇੱਕ ਦੂਸਰੇ ਨਾਲ ਜਿਹੜੀ ਜਿਵੇਂ ਇਹ ਕਹਿੰਦੇ ਆ ਕਿ ਚੇਨ ਬਣੀ ਹੋਈ ਹੈ ਨਾ, ਇਹਦੇ ਚ ਕਰੋਨਾ ਚ ਚੇਨ ਤੋੜਨੀ ਆ, ਪਰ ਕਲਚਰ ਆ ਜਿਹੜਾ ਚੇਨ ਬਣਾਉਂਦਾ ਸਾਡਾ ਪਲੇਸ ਮਹਿਸੂਸ ਹੁੰਦਾ। ਮੈਂ ਕੈਂਪਸ ਯੂਨੀਵਰਸਿਟੀ ਚ ਰਹਿਣਾ, ਜਦੋਂ ਵੀ ਜਾਂਦੇ ਆ ਉਹ ਮਤਲਬ ਸਾਰੇ ਪਾਸੇ ਚੁੱਪ ਹੁੰਦੀ ਆ, ਪਰ ਉਸ ਚੁੱਪ ਲੱਭਣ ਦੀ ਕੋਸ਼ਿਸ਼ ਕਦੋਂ ਸਮਾਂ ਆਏਗਾ ਜਦੋਂ ਇੱਥੇ ਉਹੀ ਕਦਮ ਹੋਣਗੇ, ਉਹੀ ਚਹਿਲ ਪਹਿਲ ਹੋਏਗੀ, ਉਹੀ ਗੱਲਾਂ ਹੋਣਗੀਆਂ, ਉਹੀ ਢੋਲ ਦੀ ਆਵਾਜ਼ ਹੋਏਗੀ, ਉਹੀ ਕਵਿਤਾਵਾਂ ਹੋਣਗੀਆਂ, ਉਹੀ ਸ਼ਬਦ ਹੋਣਗੇ। ਇੰਸ਼ਾਅੱਲਾ ਅਸੀਂ ਦੁਆ ਕਰਦੇ ਹਾਂ ਕਿ ਛੇਤੀ ਉਹ ਕੁਝ ਹੋਵੇ। ਬੱਚਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬੱਚਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਅਸੀਂ ਮਤਲਬ ਸਾਡੇ ਲਈ ਅਸੀਂ ਤੁਸੀਂ ਸਾਰੇ ਜੁੜੇ ਹੋਏ ਹੋ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਅਧਿਆਪਕ ਹਾਂ ਔਰ ਪੂਰਨ ਸੰਜੀਵ ਚੀਜ਼ਾਂ ਦੇ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਸਾਹ ਆਉਂਦਾ, ਜਿਹੜੇ ਅੱਗੋਂ ਰਿਐਕਟ ਕਰ ਸਕਦੇ ਆ, ਜਿਹੜੇ ਸਾਡੇ ਅਸੀਂ ਵੀ ਕਿਸੇ ਵੇਲੇ ਵਿਦਿਆਰਥੀ ਸੀ ਤਾਂ ਸਾਨੂੰ ਨਿਤ ਨਵੀਆਂ, ਮੈਨੂੰ ਇਹ ਲੱਗਦਾ ਕਿ ਹੁਣ ਜਿਵੇਂ ਕੋਈ ਸਿੱਖਣ ਵਾਲਾ ਬੰਦਾ ਹੁੰਦਾ ਨਾ, ਕਿ ਇੱਕ ਸਟੂਡੈਂਟ ਜਦੋਂ ਵਿਦਿਆਰਥੀ ਆਪਦੀ ਕਲਾਸ 'ਚ ਨਹੀਂ ਜਾਂਦਾ ਤਾਂ ਇੱਕ ਦਿਨ ਦਾ ਉਹਦਾ ਹੋਮਵਰਕ ਰਹਿ ਜਾਂਦਾ। ਤਾਂ ਇਹ ਕਰੋਨਾ ਨੇ ਸਾਡਾ ਉਹ ਜਿਹੜਾ ਸਿੱਖਣ ਵਾਲਾ ਹੋਮਵਰਕ ਆ ਉਹਦੇ 'ਚ ਜ਼ਰੂਰ ਗੈਪ ਪਾਇਆ, ਕਿ ਕਿਸੇ ਨਾ ਕਿਸੇ ਸਾਨੂੰ ਜ਼ਰੂਰ ਉਹਦੀ ਕਮੀ ਮਹਿਸੂਸ ਹੋਈ। ਜੀ ਜੀ ਡਾਕਟਰ ਨਵਜੋਤ ਕੌਰ ਜੀ, ਤੁਸੀਂ ਇੱਕ ਕਾਲਜ ਨੂੰ ਇਸ ਵੇਲੇ ਚਲਾ ਰਹੇ ਹੋ ਤੇ ਬਹੁਤ ਵੱਡਾ ਕਾਲਜ ਹੈ ਤੇ ਬਹੁਤ ਰਿਪਿਊਟਡ ਕਾਲਜ ਹੈ, ਬਹੁਤ ਸਾਰੇ ਬੱਚੇ ਉੱਥੇ ਖਾਸ ਤੌਰ ਤੇ ਲੜਕੀਆਂ ਪੜ੍ਹਦੀਆਂ ਨੇ ਤੁਹਾਡੇ ਕੋਲੇ। ਤੁਸੀਂ ਵਿਦਿਆਰਥੀਆਂ ਨਾਲ ਰਾਬਤਾ ਰੱਖਣ ਦੇ ਇਸ ਸੰਕਟ ਕਾਲ ਦੇ ਵਿੱਚ ਕਿਹੋ ਜਿਹੇ ਤਰੀਕੇ ਲੱਭੇ ਨੇ? ਅਸੀਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਨੂੰ ਮੈਂ ਹਰ ਵੇਲੇ ਐਡਰੈਸ ਕਰਦੀ ਰਹੀ ਹਾਂ, ਆਨਲਾਈਨ ਅਸੀਂ ਉਹਨਾਂ ਨਾਲ ਗੱਲ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਇਹੀ ਸਮਝਾਉਂਦੇ ਰਹੇ ਹਾਂ ਕਿ ਅਸੀਂ ਪੰਜਾਬੀ ਹਾਂ, ਬੜੇ ਅੱਖੜ ਬੰਦੇ ਹਾਂ ਅਸੀਂ, ਔਰ ਵੱਡੀਆਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਹੈ ਉਹਨਾਂ ਨੂੰ ਅਸੀਂ ਸਰ ਕਰ ਚੁੱਕੇ ਹਾਂ। ਔਰ ਮੈਂ ਉਹਨਾਂ ਨੂੰ ਹਮੇਸ਼ਾ ਇਸ ਹੌਸਲੇ 'ਚ ਰੱਖਿਆ ਕਿ ਬੱਚਿਓ ਘਬਰਾਇਓ ਬਿਲਕੁਲ ਨਾ, ਇੱਕ ਵਕਤ ਹੈ ਇੱਦਾਂ ਦਾ ਜਿਹੜਾ ਸਾਰੀ ਦੁਨੀਆ ਤੇ ਆਇਆ ਔਰ ਨਿਕਲ ਜਾਏਗਾ, ਸਮਾਂ ਕਦੀ ਵੀ ਇਕਸਾਰ ਨਹੀਂ ਰਹਿੰਦਾ। ਇਸ ਤਰ੍ਹਾਂ ਦੀ ਕੋਸ਼ਿਸ਼ ਰਹੀ ਮੇਰੀ, ਔਰ ਸਾਡੇ ਕਾਲਜ ਦਾ NSS ਡਿਪਾਰਟਮੈਂਟ, NCC ਡਿਪਾਰਟਮੈਂਟ ਲਗਾਤਾਰ ਰਾਬਤੇ 'ਚ ਰਿਹਾ ਜੀ। ਔਰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਉੱਥੇ ਬੱਚਿਆਂ ਦੇ ਨਾਲ ਮਿਲ ਕੇ ਮਾਸਕ ਜਿਹੜੇ ਹੈ ਆਪ ਤਿਆਰ ਕਰਕੇ, ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਨੇ ਉਹ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਵੰਡੇ। ਔਰ ਉਸ ਵੇਲੇ ਜਿਹੜਾ ਪੁਲਿਸ ਫੋਰਸ ਜਿਹੜੀ ਹੈ ਸਾਡੀ ਮਦਦ ਕਰ ਰਹੀ ਸੀ, ਉਹਨਾਂ ਨੂੰ ਅਸੀਂ ਜਾ ਕੇ ਨਾਕਿਆਂ ਦੇ ਉੱਤੇ ਜਾ ਕੇ ਮਿਲਦੇ ਰਹੇ ਹਾਂ ਔਰ ਉਹਨਾਂ ਨੂੰ ਤਾਕਤ ਉਹਨਾਂ ਦੀ ਬਣਦੇ ਰਹੇ ਹਾਂ ਔਰ ਹਰ ਤਰ੍ਹਾਂ ਦੀ ਉਹਨਾਂ ਦੀ ਮਦਦ ਜਿਹੜੀ ਹੈ ਉਹਨੂੰ ਕਰਦੇ ਰਹੇ ਹਾਂ। ਈਵਨ ਮੇਰੇ ਬੱਚੇ ਜਿਹੜੇ ਹੋਮ ਸਾਇੰਸ ਵਾਲੇ ਸ਼ਰਬਤ ਬਣਾ ਕੇ ਆਪਣੇ ਘਰੋਂ ਬੋਟਲਸ ਲੈ ਕੇ ਉਹ ਵੀ ਜਾਂਦੇ ਰਹੇ ਆ ਔਰ ਬੱਚਿਆਂ ਨੂੰ ਇਹੀ ਕਿਹਾ ਸੀ ਕਿ ਬਿਲਕੁਲ ਵੀ ਹਾਲਾਤ ਬਦਲਣੇ ਆ, ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਹੈ। ਔਰ ਸਰ ਜਦੋਂ ਅਸੀਂ
ਦੂਸਰਿਆਂ ਲਈ ਜੀਂਦੇ ਆ ਤੇ ਫਿਰ ਆਪਣੀਆਂ ਮੁਸ਼ਕਲਾਂ ਬਹੁਤ ਥੱਲੇ ਲੱਗਣ ਲੱਗ ਜਾਂਦੀਆਂ, ਬਹੁਤ ਘੱਟ ਲੱਗਣ ਲੱਗ ਜਾਂਦੀਆਂ। ਔਰ ਹਮੇਸ਼ਾ ਮੈਂ ਤਾਂ ਬੱਚਿਆਂ ਨੂੰ ਇਹੀ ਕਹਿੰਦੀ ਆ ਕਿ ਜ਼ਿੰਦਗੀ ਉਹੀ ਖੂਬਸੂਰਤ ਹੈ ਜਿਹੜੀ ਦੂਸਰਿਆਂ ਦੇ ਕੰਮ ਆਏ। ਜੀ ਮੈਮ, ਕਿੰਨੇ ਕੁ ਬੱਚਿਆਂ ਨਾਲ ਤੁਸੀਂ ਰਾਬਤਾ ਬਣਾ ਪਾਏ ਹੋ? ਲਗਭਗ ਸਾਰੇ ਬੱਚਿਆਂ ਨਾਲ ਰਾਬਤਾ ਤੁਹਾਡਾ ਹੈਗਾ ਜਾਂ? ਹਾਂਜੀ ਸਰ, ਪੂਰੇ ਕਾਲਜ ਦੇ ਸਾਰੇ ਬੱਚੇ ਆਲਮੋਸਟ ਸਾਡੇ ਨਾਲ ਇਨ ਟੱਚ ਹੈਗੇ ਆ। ਔਰ ਮੈਨੂੰ ਮਾਣ ਹੈ ਆਪਣੇ ਕੁਲੀਗਸ ਤੇ ਮੇਰੇ ਟੀਚਰਸ ਨੇ ਸਰ ਪੂਰੀ ਜ਼ਿੰਮੇਵਾਰੀ ਸਮਝ ਕੇ ਆਪਣੀ, ਜਿਸ ਤਰ੍ਹਾਂ ਹੁਣੇ ਜੋੜਾ ਸਾਹਿਬ ਨੇ ਦੱਸਿਆ ਕਿ ਕਿਤੇ ਵੀ ਅਸੀਂ ਇਹ ਨਹੀਂ ਉਹਨਾਂ ਨੂੰ ਅਹਿਸਾਸ ਹੋਣ ਦਿੱਤਾ ਕਿ ਅਸੀਂ ਬੇਫਿਕਰ ਹੋ ਗਏ ਤੁਹਾਡੇ ਵੱਲੋਂ। ਐਕਸਟਰਾ ਕਲਾਸਿਸ ਲੈ ਕੇ, ਆਨਲਾਈਨ ਕਲਾਸਿਸ ਲੈ ਕੇ, ਔਰ ਜਿਸ ਤਰ੍ਹਾਂ ਵੀ WhatsApp ਵਗੈਰਾ ਤੇ ਉਹਨਾਂ ਨੂੰ ਸਾਰਾ ਮਟੀਰੀਅਲ ਜਿਹੜਾ ਹੈ ਮੁਹੱਈਆ ਕਰਵਾਇਆ, ਪੂਰੀ ਤਰ੍ਹਾਂ ਨਾਲ ਪੂਰਾ ਸਟਾਫ ਜਿਹੜਾ ਹੈ ਸਮੇਤ ਮੇਰੇ ਅਸੀਂ ਇਨ ਟੱਚ ਰਹੇ ਹਾਂ ਬੱਚਿਆਂ ਦੇ। ਔਰ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਸੀ ਨਾ ਇਸ ਤੋਂ ਪਹਿਲਾਂ ਕਿ ਉਜਾੜ ਵਾਲੀ ਗੱਲ, ਬਿਲਕੁਲ ਸਰ, ਅਸੀਂ ਹੁਣ ਬੜੇ ਆਸਮੰਦ ਹੈਗੇ ਆ। 5-6 ਦਿਨਾਂ ਦੇ ਵਿੱਚ ਰਿਜ਼ਲਟਸ ਆ ਗਏ ਹੈਗੇ ਆ ਔਰ ਬੱਚੇ ਵੀ ਆਉਣੇ ਸ਼ੁਰੂ ਹੋ ਗਏ ਆ। ਉਸ ਤਰ੍ਹਾਂ ਦੀ ਪਹਿਲਾਂ ਵਰਗੀ ਚਹਿਲ ਪਹਿਲ ਤਾਂ ਨਹੀਂ ਹੈਗੀ ਕਿ ਜਿੱਦਾਂ ਜੁਲਾਈ ਦੇ ਵਿੱਚ ਸ਼ੁਰੂ ਹੋ ਜਾਂਦੇ ਸੀਗੇ, ਐਡਮਿਸ਼ਨਸ ਸ਼ੁਰੂ ਹੋ ਜਾਂਦੀਆਂ ਸੀਗੀਆਂ ਤੇ ਮੇਲੇ ਵਰਗਾ ਮਾਹੌਲ ਹੁੰਦਾ ਸੀ ਕਾਲਜ ਦੇ ਵਿੱਚ। ਔਰ ਇੰਨਾ ਚੰਗਾ ਲੱਗਦਾ ਸੀ ਬੱਚਿਆਂ ਨੂੰ ਮਿਲਣਾ, ਉਹਨਾਂ ਦੀ ਕੈਰੀਅਰ ਕਾਉਂਸਲਿੰਗ ਕਰਨੀ, ਬੱਚਿਆਂ ਦੇ ਪੇਰੈਂਟਸ ਨੂੰ ਮਿਲਣਾ। ਇੱਕ ਬੱਚੇ ਨੂੰ ਮੈਂ ਮਿਲਦੀ ਸੀ ਆਪ। ਉਹ ਤਾਂ ਨਹੀਂ ਹੈ ਕਿ 5-7 ਬੱਚੇ ਰੋਜ਼ ਦੇ ਆ ਰਹੇ ਆ, ਪਰ ਬੜਾ ਅੱਛਾ ਲੱਗਦਾ ਉਹਦੇ ਨਾਲ ਹੀ। ਤੇ ਮੈਨੂੰ ਆਸ ਹੈ ਕਿ ਇਹ ਜਿਹੜਾ ਵਕਤ ਹੈ ਬਹੁਤ ਜਲਦੀ ਬੀਤ ਜਾਏਗਾ ਔਰ ਅਸੀਂ ਫਿਰ ਉਸੇ ਤਰ੍ਹਾਂ ਜਿਹੜਾ ਹੈ ਰੌਣਕਾਂ ਜਿਹੜੀਆਂ ਕਾਲਜਾਂ 'ਚ ਵਾਪਸ ਆ ਜਾਣਗੀਆਂ। ਜੀ ਮੈਮ, ਜੋੜਾ ਸਾਹਿਬ, ਇਹਨਾਂ ਦਿਨਾਂ ਦੇ ਵਿੱਚ ਆਨਲਾਈਨ ਟੀਚਿੰਗ ਚੱਲ ਰਹੀ ਹੈ, ਬਹੁਤ ਵੱਡੇ ਪੱਧਰ ਤੇ ਅਸੀਂ ਬੱਚਿਆਂ ਤੱਕ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੀ ਇੱਕ ਗੱਲ ਮੈਨੂੰ ਮਹਿਸੂਸ ਹੁੰਦੀ ਹੈ ਕਿ ਅਸੀਂ ਸਾਡੇ ਉਹੀ ਰਵਾਇਤੀ ਸਿਲੇਬਸ ਨੂੰ ਰਵਾਇਤੀ ਤਰੀਕਿਆਂ ਨਾਲ ਉਹਨਾਂ ਤੱਕ ਲੈ ਕੇ ਜਾ ਰਹੇ ਹਾਂ ਤੇ ਬੱਚੇ ਪਹਿਲਾਂ ਹੀ ਇਰੀਟੇਟ ਨੇ ਘਰਾਂ ਦੇ ਵਿੱਚ। ਤੇ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਜੇ ਇਸੇ ਰੂਪ ਵਿੱਚ ਜਾਂਦੀਆਂ ਨੇ ਤਾਂ ਬੱਚਿਆਂ ਦੀ ਇਰੀਟੇਸ਼ਨ ਵਧੂਗੀ ਨਹੀਂ, ਇਹਦੇ ਨਾਲ ਜੇ ਵੱਧ ਨਹੀਂ ਰਹੀ? ਨਹੀਂ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੀ ਇਰੀਟੇਸ਼ਨ ਹੈ ਬੱਚਿਆਂ ਦੇ ਵਿੱਚ, ਖਾਸ ਤੌਰ ਤੇ ਨੌਜਵਾਨ, ਕਿਉਂਕਿ ਨੌਜਵਾਨ ਪੀੜ੍ਹੀ ਦੇ ਇੱਕ ਆਪਣੇ ਸੁਪਨੇ ਹੁੰਦੇ ਆ ਜੀ। ਔਰ ਜਿਹੜੀ ਸ਼ਬਦ ਤੁਸੀਂ ਕਿਹਾ ਸੀ ਕਿ ਜੇ ਕਾਲਜ ਖਾਲੀ ਹੋਏ ਆ ਤਾਂ ਉਹ ਕਾਲਜ ਖਾਲੀ ਹੋਣ ਨਾਲੋਂ ਜ਼ਿਆਦਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਦੇ ਮਨ ਵੀ ਜਿਹੜੇ ਆ ਨਾ, ਉਹਨਾਂ ਦੇ ਵਿੱਚ ਵੀ ਖਲਾ ਜਿਹੜਾ ਹੈਗਾ, ਉਹਨਾਂ ਦੇ ਵਿੱਚ ਵੀ ਖਾਲੀਪਨ ਜਿਹੜਾ ਬਹੁਤ ਆ ਰਿਹਾ। ਬਿਲਕੁਲ ਠੀਕ ਹੈ। ਔਰ ਉਹ ਇਰੀਟੇਸ਼ਨ ਹੈ ਜਿਹੜੀ ਉਹਨਾਂ ਦੀ ਵੱਧ ਰਹੀ ਹੈ ਕਿਉਂਕਿ ਸਾਡਾ ਸਿਸਟਮ ਹੀ ਇਸ ਤਰ੍ਹਾਂ ਬਣਿਆ ਕਿ ਜੇ ਅਸੀਂ ਜਾ ਕੇ ਮਿਲਦੇ ਨਹੀਂ, ਸਾਡੇ ਵਿਦਿਆਰਥੀ ਇੱਕ ਦੂਜੇ ਨੂੰ ਮਿਲਦੇ ਨਹੀਂ, ਇੱਕ ਦੂਜੇ ਨੂੰ ਗੱਲ ਨਾਲ ਲੱਗ ਕੇ ਨਹੀਂ ਮਿਲਦੇ, ਹੱਥ ਨਹੀਂ ਮਿਲਾਉਂਦੇ, ਕੰਟੀਨ 'ਚ ਬਹਿ ਕੇ ਚਾਹ ਨਹੀਂ ਪੀਂਦੇ, ਇੱਕ ਦੂਜੇ ਤੋਂ ਖੋਹ ਕੇ ਚਾਹ ਨਹੀਂ ਪੀਂਦੇ। ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣਿਆ ਵਾ ਉਹਨਾਂ ਦਾ, ਬਹੁਤ ਹੀ ਜਿਹੜਾ ਇਨਫੋਰਮਲ ਮਾਹੌਲ ਹੁੰਦਾ। ਲੇਕਿਨ ਘਰਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਰਹਿਣਾ ਪੈ ਰਿਹਾ। ਔਰ ਇੱਕ ਸਾਡੇ ਪੰਜਾਬੀ ਕਲਚਰ ਦੇ ਵਿੱਚ ਇੱਕ ਕਹਾਵਤ ਹੈ ਕਿ ਨੌਜਵਾਨ ਨੂੰ ਘਰ ਵਿੱਚ ਰਹਿਣਾ ਜੇਲ੍ਹ ਵਾਂਗੂ ਲੱਗਦਾ। ਪਹਿਲਾਂ ਤੋਂ ਹੀ ਲੱਗਦਾ ਸੀਗਾ ਤੇ ਹੁਣ ਤਾਂ ਬਿਲਕੁਲ ਹੀ ਇਰੀਟੇਸ਼ਨ ਜਿਹੜੀ ਰਹਿੰਦੀ ਆ ਜੀ। ਉਹਦੇ ਵਿੱਚ ਸਾਡੀ ਸਾਰਿਆਂ ਦੀ ਜਿਹੜੀ ਭੂਮਿਕਾ ਹੈ ਉਹ ਬੜੀ ਇੰਪੋਰਟੈਂਟ ਭੂਮਿਕਾ ਬਣਦੀ ਹੈ ਕਿ ਅਸੀਂ ਉਹਨਾਂ ਨਾਲ ਕਿਵੇਂ ਗੱਲ ਕਰੀਏ, ਮਾਂ-ਬਾਪ ਵੀ ਕਿਵੇਂ ਗੱਲ ਕਰਨ ਉਹਨਾਂ ਨਾਲ, ਔਰ ਉਹਨਾਂ ਨਾਲ ਅਧਿਆਪਕ ਵੀ ਕਿਵੇਂ ਗੱਲ ਕਰਨ, ਤੇ ਜਿਹੜੀਆਂ ਸੰਸਥਾਵਾਂ, ਪੰਜਾਬ ਸਾਹਿਤ ਅਕਾਡਮੀ ਵਰਗੀਆਂ ਸੰਸਥਾਵਾਂ ਜਿਹੜੀਆਂ, ਉਹ ਉਹਨਾਂ ਵਿਦਿਆਰਥੀਆਂ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਨੂੰ ਸਮੇਂ ਦੇ ਅਨੁਸਾਰ ਇਹ ਜਿਹੜੀ ਲੋਕਡਾਊਨ ਹੈ ਜਾਂ ਕਰੋਨਾ ਵਾਇਰਸ ਦਾ ਕਹਿਰ ਹੈ ਜਾਂ ਇਹ ਸਮਾਂ, ਇਹ ਕੋਈ ਬਹੁਤ, ਇਹ ਨਹੀਂ ਕਿ 2-4 ਦਿਨਾਂ ਦਾ, 5 ਦਿਨਾਂ ਦਾ, 10 ਦਿਨਾਂ ਦਾ ਜਾਂ ਮਹੀਨੇ ਦਾ, 1.5 ਮਹੀਨੇ ਦਾ, ਇਹ ਲੰਮਾ ਪ੍ਰੋਸੈਸ ਹੈ। ਸੋ ਸਾਡੀਆਂ ਜਿਹੜੀਆਂ ਅਥਾਰਟੀ ਆ ਐਜੂਕੇਸ਼ਨ ਸੈਕਟਰ ਦੇ ਵਿੱਚ, ਉਹਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਪਊਗਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਿਸਟਮ ਨੂੰ ਬਣਾਈਏ, ਕਿਸ ਤਰ੍ਹਾਂ ਦਾ ਸਿਲੇਬਸ ਆ ਜਿਹੜਾ ਨਿਸ਼ਚਿਤ ਕਰੀਏ। ਮਤਲਬ ਜਿਹੜਾ ਸਾਰਾ ਕੁਝ ਬਦਲ ਰਿਹਾ, ਮੰਨ ਲਓ ਕਿਸੇ ਵੇਲੇ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਨੋਟਿਸ ਕੱਢਦੇ ਸੀ ਕਿ ਜਿਹੜਾ ਮੋਬਾਈਲ ਲੈ ਕੇ ਆਇਆ ਉਹਨੂੰ ਜੁਰਮਾਨਾ ਹੋਊਗਾ, ਤੇ ਹੁਣ ਉਹੀ ਪ੍ਰਿੰਸੀਪਲ ਵੱਲੋਂ ਨੋਟਿਸ ਜਾਂਦਾ ਕਿ ਹਰ ਵਿਦਿਆਰਥੀ ਜਿਹੜਾ ਆਈਫੋਨ ਲਵੇ। ਕਿੱਡੀ ਵੱਡੀ ਚੇਂਜ, ਮਤਲਬ ਇਹ ਇੱਕ ਸਟੈਪ ਜਾਂ ਤਬਦੀਲੀ ਜਿਹੜੀ ਆਈ ਆ। ਸੋ ਇਸ ਤਬਦੀਲੀ ਨੂੰ ਮੁੱਖ ਰੱਖ ਕੇ ਸਾਡੇ ਵਿਦਿਅਕ ਸੈਕਟਰ ਨੂੰ ਇਹ ਸੋਚਣਾ ਪਊਗਾ, ਅਥਾਰਟੀ ਨੂੰ ਸੋਚਣਾ ਪਊਗਾ ਕਿ ਅਸੀਂ ਸਿਲੇਬਸ ਦੇ ਵਿੱਚ ਕਿਸ ਤਰ੍ਹਾਂ ਦੀ ਚੇਂਜ ਆ ਜਿਹੜੀ ਉਹ ਲੈ ਕੇ ਆਈਏ। ਬਹੁਤ ਸਾਰੀ ਪੜ੍ਹਾਈ ਆ ਜਿਹੜੀ ਆਨਲਾਈਨ ਹੋ ਹੀ ਨਹੀਂ ਸਕਦੀ ਜੀ, ਪ੍ਰੈਕਟੀਕਲਸ ਵਗੈਰਾ ਨਹੀਂ ਹੋ ਸਕਦੇ, ਪ੍ਰੈਕਟੀਕਲ ਵਗੈਰਾ ਨਹੀਂ ਹੋ ਸਕਦੇ। ਤੇ ਕੀ ਅਸੀਂ ਆਉਣ ਵਾਲੇ ਸੈਸ਼ਨ ਆ ਜਿਹੜੇ, ਮਤਲਬ ਅਸੀਂ ਇਹ ਟਪਾ ਰਹੇ ਆ, ਅਸੀਂ ਮਹੀਨੇ ਦਾ ਲੋਕਡਾਊਨ ਕਰ ਲਿਆ, 2 ਮਹੀਨੇ ਦਾ ਕਰ ਲਿਆ, 3 ਮਹੀਨੇ ਦਾ ਕਰ ਲਿਆ, ਪਰ ਜਿਹੜਾ ਸਮਾਂ ਜਦੋਂ ਤੁਸੀਂ ਗੰਭੀਰਤਾ ਨਾਲ ਪੜ੍ਹਦੇ, ਜਿਹੜੇ ਸਿਆਣੇ ਲੋਕ ਸੋਚਦੇ ਆ, ਵੱਡੇ ਲੋਕਾਂ ਕੋਲੇ ਜਦੋਂ ਬੈਠੀਦਾ, ਤਾਂ ਇਹ ਲੰਮੇ ਸਮੇਂ ਦਾ ਪ੍ਰੋਸੈਸ ਆ। ਸੋ ਉਹਦੇ ਅਕੋਰਡਿੰਗਲੀ ਸਾਨੂੰ ਹੁਣ ਤਬਦੀਲੀ ਲਿਆਉਣੀ ਪਊਗੀ ਵਿਦਿਆਰਥੀਆਂ ਦੇ ਜਾਂ ਨੌਜਵਾਨਾਂ ਦੇ ਚੰਗੇ ਭਵਿੱਖ ਦੇ ਲਈ। ਜੀ ਮੈਂ ਨਵਜੋਤ ਕੌਰ ਮੈਮ ਤੁਹਾਨੂੰ ਵੀ ਇਸ ਸਵਾਲ ਦੇ ਵਿੱਚ ਐਡ ਕਰਨਾ ਚਾਹੂੰਗਾ ਕਿਉਂਕਿ ਬਹੁਤ ਇੰਪੋਰਟੈਂਟ ਸਵਾਲ ਹੈ। ਮੈਂ ਕਹਿਣਾ ਇਹ ਚਾਹ ਰਿਹਾ ਕਿ ਸੰਕਟ ਕਾਲ ਆਪਣੇ ਆਪ 'ਚ ਇੱਕ ਇਮਤਿਹਾਨ ਹੁੰਦਾ ਹੈ, ਆਪਣੇ ਆਪ ਇੱਕ ਸਿਲੇਬਸ ਹੁੰਦਾ ਹੈ ਆਪਣੇ ਆਪ ਦੇ ਵਿੱਚ। ਤੇ ਅਸੀਂ ਸਦੀ ਦਾ ਸਭ ਤੋਂ ਵੱਡਾ ਸੰਕਟ ਦੇਖ ਰਹੇ ਹਾਂ ਤੇ ਉਹਨੂੰ ਫੇਸ ਕਰ ਰਹੇ ਹਾਂ।
ਕਿ ਸਾਡੇ ਸਿਲੇਬਸਾਂ ਦੇ ਵਿੱਚ ਜਾਂ ਸਾਡੀ ਆਨਲਾਈਨ ਪੜ੍ਹਾਈ ਦੇ ਵਿੱਚ ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਮੋਟੀਵੇਸ਼ਨਲ ਹੋਣ, ਜਿਹੜੀਆਂ ਕ੍ਰੀਏਟਿਵ ਹੋਣ, ਉਹ ਨਹੀਂ ਜਾਣੀਆਂ ਚਾਹੀਦੀਆਂ ਸੀ ਜਾਂ ਇਕੱਲਾ ਸਿਲੇਬਸ ਹੀ ਜਾਣਾ ਚਾਹੀਦਾ ਸੀ? ਸਰ ਸਿਲੇਬਸ ਮੈਂ ਸਮਝ ਨਹੀਂ ਸਕੀ ਤੁਹਾਡੀ, ਕਿ ਤੁਸੀਂ ਮੈਂ ਇਹ ਕਹਿ ਰਿਹਾ ਕਿ ਜਿਹੜਾ ਇਸ ਦੌਰ ਦੇ ਵਿੱਚ ਅਸੀਂ ਬੱਚਿਆਂ ਤੱਕ ਜਿਹੜਾ ਕੁਝ ਲੈ ਕੇ ਜਾ ਰਹੇ ਹਾਂ ਕਿ ਉਹ ਕਾਫੀ ਹੈ, ਜਾਂ ਉਹਦੇ ਵਿੱਚ ਸੰਕਟ ਕਾਲ ਦੇ ਦੌਰਾਨ ਜਿਹੜੇ ਬੱਚੇ ਨੂੰ ਮਜ਼ਬੂਤ ਕਰਨਾ ਹੈ, ਬੱਚੇ ਨੂੰ ਕ੍ਰੀਏਟਿਵ ਬਣਾਉਣਾ ਹੈ, ਬੱਚੇ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਣਾ ਹੈ, ਉਹ ਸਿਲੇਬਸ ਜਾਣਾ ਚਾਹੀਦਾ ਸੀ, ਤਾਂ ਇਹ ਸਿਲੇਬਸ ਜਿਹੜਾ ਅਸੀਂ ਦੇ ਰਹੇ ਹਾਂ ਜਾਣਾ ਚਾਹੀਦਾ ਸੀ? ਬਿਲਕੁਲ ਸਰ, ਸਿਲੇਬਸ ਜਿਹੜਾ ਹੈ ਹੁਣ ਸਾਨੂੰ ਚੇਂਜ ਕਰਨਾ ਪਏਗਾ, ਕਿਉਂਕਿ ਸਾਨੂੰ ਆਉਣ ਵਾਲਾ ਸਮਾਂ ਜਿਹੜਾ ਨਾ, ਸਾਨੂੰ ਨਹੀਂ ਲੱਗਦਾ ਕਿ ਬਹੁਤ ਜਲਦੀ ਅਸੀਂ ਇਸ ਮੁਸੀਬਤ ਤੋਂ ਛੁਟਕਾਰਾ ਪਾ ਲਵਾਂਗੇ, ਕਿਉਂਕਿ ਅੱਗੇ ਵੀ ਲੱਗ ਰਿਹਾ ਕਿ ਅਗਲਾ ਸਮੈਸਟਰ ਜਿਹੜਾ ਉਹ ਵੀ ਆਨਲਾਈਨ ਕਲਾਸਿਸ ਹੀ ਹੋਣਗੀਆਂ, ਤੇ ਸਾਨੂੰ ਥੋੜਾ ਸਿਲੇਬਸ ਚੇਂਜ ਕਰਨਾ ਪਏਗਾ। ਮੈਂ ਪਹਿਲਾਂ ਵੀ ਜਿਵੇਂ ਜੋੜਾ ਸਾਹਿਬ ਨੇ ਵੀ ਦੱਸਿਆ ਕਿ ਪ੍ਰੈਕਟੀਕਲ ਵਗੈਰਾ ਜਿਹੜਾ ਹੈ ਉਹ ਨਹੀਂ ਹੋ ਸਕਦਾ। ਹਾਂ ਨਹੀਂ, ਹਾਂਜੀ ਬਿਲਕੁਲ ਨਵਜੋਤ ਮੈਡਮ, ਬਿਲਕੁਲ ਜੀ ਮੈਮ। ਗੁਰਸੇਵਕ ਲੰਬੀ ਜੀ, ਮੈਂ ਤੁਹਾਡੇ ਵੱਲ ਆ ਰਿਹਾ। ਮੇਰਾ ਸਵਾਲ ਸ਼ਾਇਦ ਉਹ ਮੈਂ ਕਲੀਅਰ ਨਹੀਂ ਹੋ ਸਕਿਆ ਹੈਗਾ। ਮੈਂ ਜਿਹੜੀ ਗੱਲ ਕੁਲਦੀਪ ਜੀ, ਮੈਂ ਥੋੜਾ ਜਿਹਾ ਕੁਲਦੀਪ ਜੀ ਮੈਂ ਇੱਕ ਮਿੰਟ ਵਿੱਚ ਲੈਣਾ ਚਾਹੁੰਦਾ। ਮੈਡਮ ਦਾ ਫੋਨ ਵੀ ਉਧਰੋਂ ਮਿਊਟ ਹੋ ਗਿਆ ਮੈਡਮ ਤੋਂ ਨਾ। ਜੀ ਡਾਕਟਰ ਦੀਪ ਜੀ ਮੈਡਮ ਬੋਲੋ ਜੋੜਾ ਸਾਹਿਬ। ਇੱਕ ਮਿੰਟ, ਸਾਨੂੰ ਸਾਡੇ ਸਿਲੇਬਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਮਤਲਬ ਇਸ ਤਰ੍ਹਾਂ ਦੇ ਚੈਪਟਰ, ਇਸ ਤਰ੍ਹਾਂ ਦੇ ਵਿਸ਼ੇ ਪਾਉਣੇ ਪੈਣੇ ਆ ਕਿ ਵਿਦਿਆਰਥੀਆਂ ਦੇ ਅੰਦਰ ਹਮੇਸ਼ਾ ਪੋਜ਼ਿਟਿਵਿਟੀ ਜਿਹੜੀ ਆ ਉਹ ਆਉਂਦੀ ਰਹੇ। ਅਸੀਂ 2 ਦੂਣੀ 4 ਨੂੰ ਪੂਰਾ ਨਹੀਂ ਪੜਾਉਣਾ। ਹੁਣ ਅਸੀਂ ਹੁਣ ਮੰਨ ਲਓ ਕਿ ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀਆਂ ਦੇ, ਮਾਫ ਕਰਨਾ ਮੈਨੂੰ, ਬਾਕੀ ਸਬਜੈਕਟਾਂ ਦੇ ਟੀਚਰ ਮਤਲਬ ਇਸ ਗੱਲ ਨੂੰ ਮਾਫ ਕਰਨਗੇ ਕਿ ਕਿਹੜਾ ਸਬਜੈਕਟ ਆ ਜਿਹੜਾ ਵਿਦਿਆਰਥੀਆਂ ਦੇ ਕੰਮ ਆਇਆ। ਸਿਰਫ ਉਹ ਕੰਮ ਆਈ ਚੀਜ਼ ਜਿਹੜੀ ਉਹਨਾਂ ਨੇ ਆਪਣੇ ਫੇਵਰਟ ਅਧਿਆਪਕ ਦੇ ਨਾਲ ਬਹਿ ਕੇ ਵਿਹਲੇ ਪੀਰੀਅਡ ਦੇ ਵਿੱਚ ਗੱਲਾਂ ਕੀਤੀਆਂ ਹੋਣਗੀਆਂ। ਕਿਸੇ ਨੇ ਸ਼ਿਵ ਕੁਮਾਰ ਦੀ ਕਵਿਤਾ ਪੜ੍ਹੀ ਹੋਊ, ਕਿਸੇ ਨੇ ਸੁਰਜੀਤ ਪਾਤਰ ਦੀ ਕਵਿਤਾ ਪੜ੍ਹੀ ਹੋਊ, ਕਿਸੇ ਨੇ ਕੋਈ ਕਹਾਣੀ ਪੜ੍ਹੀ ਹੋਊ, ਕਿਸੇ ਨੇ ਨਰਿੰਦਰ ਸਿੰਘ ਕਪੂਰ ਦਾ ਲੇਖ ਪੜ੍ਹਿਆ ਹੋਊ, ਉਹ ਉਹਨਾਂ ਦੇ ਕੰਮ ਆਇਆ ਹੋਊਗਾ ਜ਼ਿੰਦਗੀ 'ਚ। ਸਾਨੂੰ ਉਹ ਸਿਲੇਬਸ ਦਾ ਪਾਰਟ ਬਣਾਉਣਾ ਪਊਗਾ। ਜਿਹੜਾ ਅੱਜ ਤੁਸੀਂ ਆਨਲਾਈਨ ਕਰ ਰਹੇ ਹੋ ਪੰਜਾਬ ਸਾਹਿਤ ਅਕੈਡਮੀ ਵੱਲੋਂ, ਇਹ ਸਿਲੇਬਸ ਦਾ ਪਾਰਟ ਹੋਣਾ ਚਾਹੀਦਾ। ਜੀ ਬਹੁਤ ਅੱਛਾ। ਬਿਲਕੁਲ ਗੁਰਸੇਵਕ ਲੰਬੀ ਜੀ, ਇਸੇ ਗੱਲ ਨੂੰ ਆਪਾਂ ਕੰਟੀਨਿਊ ਕਰਦੇ ਹਾਂ ਕਿ ਜਿਹੜਾ ਕੁਝ ਜਿਵੇਂ ਜੋੜਾ ਸਾਹਿਬ ਨੇ ਜਿਹੜੀ ਟਿੱਪਣੀ ਕੀਤੀ ਹੈ, ਸਾਡੀ ਐਜੂਕੇਸ਼ਨ ਜ਼ਿੰਦਗੀ ਨਾਲ ਨਹੀਂ ਜੁੜੀ ਹੋਈ ਹੈਗੀ। ਜ਼ਿੰਦਗੀ ਦੇ ਮਸਲੇ ਹੋਰ ਨੇ, ਐਜੂਕੇਸ਼ਨ ਕਿਤੇ ਹੋਰ ਹੈ। ਇਸ ਐਪ ਨੂੰ ਪੂਰਾ ਕਰਨ ਦਾ ਕੀ ਏਜੰਡਾ ਹੈ, ਕੀ ਤੁਸੀਂ ਮਹਿਸੂਸ ਕਰਦੇ ਹੋ ਇਸ ਗੱਲ ਬਾਰੇ ਗੁਰਸੇਵਕ ਲੰਬੀ ਜੀ? ਬਿਲਕੁਲ ਸਰ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜਾ ਸਾਡਾ ਜਿਹੜੀ ਕੁਸ਼ਲ ਦੀ ਉਹ ਹੁੰਦੀ ਹੈ, ਸਿੱਖਿਆ ਹੁੰਦੀ ਹੈ, ਜਾਂ ਸਾਡੀਆਂ ਇੰਟਰਸਟ ਦੀਆਂ ਜਾਂ ਰੁਚੀ ਦੀਆਂ ਗੱਲਾਂ ਹੁੰਦੀਆਂ ਨਾ, ਉਹ ਜ਼ਰੂਰ ਜਾਣੀਆਂ ਚਾਹੀਦੀਆਂ ਔਰ ਉਹ ਸਿਲੇਬਸ ਦਾ ਹਿੱਸਾ ਵੀ ਬਣਨੀਆਂ ਚਾਹੀਦੀਆਂ। ਆਉਣ ਵਾਲੇ ਸਮੇਂ 'ਚ ਬਣਨਗੀਆਂ ਵੀ, ਕਿਉਂਕਿ ਜੇ ਅਸੀਂ ਕਿਸੇ ਵੇਲੇ ਸਾਨੂੰ ਇਸ ਗੱਲ ਤੇ ਪੁਲਿਸ ਫੜ ਲੈਂਦੀ ਸੀ ਕਿ ਤੁਸੀਂ ਮਾਸਕ ਕਿਉਂ ਲਾਇਆ, ਤੇ ਹੁਣ ਸਾਨੂੰ ਪੁਲਿਸ ਇਹ ਕਹਿੰਦੀ ਹੈ ਕਿ ਭਾਈ ਮਾਸਕ ਲਾਓ, ਤਾਂ ਜੇ ਤਬਦੀਲੀ ਆ ਰਹੀ ਹੈ ਤਾਂ ਉਹਦੇ 'ਚ ਸਾਨੂੰ ਮਤਲਬ ਇਹ ਗੱਲ 100% ਹੈ ਕਿ ਹਰ ਗੱਲ ਦੇ ਵਿੱਚ ਤਬਦੀਲੀ ਆਏਗੀ, ਇੱਕ ਸਮੇਂ ਦਾ ਮੋੜ ਹੈ। ਤਾਂ ਉਹਦੇ 'ਚ ਇਹ ਗੱਲਾਂ ਜ਼ਰੂਰ ਜਾਣੀਆਂ ਚਾਹੀਦੀਆਂ ਸੀ ਕਿ ਤੁਸੀਂ ਆਪਦੀ ਇਕੱਲਤਾ ਨੂੰ ਮਤਲਬ ਪੂਰੇ ਸਮੂਹ ਦੇ ਨਾਲ ਕਿਵੇਂ ਜੋੜ ਸਕਦੇ ਹੋ। ਇਹ ਗੱਲ ਤਾਂ ਹੈ, ਉਸ ਨੂੰ ਪਾਵਰਫੁਲ ਕਿਵੇਂ ਬਣਾ ਸਕਦੇ ਹੋ, ਉਸ ਨੂੰ ਉਹਦੇ ਵਿੱਚੋਂ ਕ੍ਰੀਏਟਿਵ ਕੀ ਕੱਢ ਸਕਦੇ ਹੋ। ਤੁਸੀਂ ਇਕੱਲੇ ਬੈਠੇ ਹੋ, ਪਰ ਇਕੱਲੇ ਬੈਠ ਕੇ, ਜਿਵੇਂ ਅਸੀਂ ਸੋਸ਼ਲ ਮੀਡੀਆ ਕੇ ਇਕੱਲੇ ਬੈਠੇ ਹਾਂ ਪਰ ਪੂਰੇ ਸੰਸਾਰ ਨਾਲ ਜੁੜੇ, ਉਸ ਇਕੱਲਤਾ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਮਿਲ ਨਹੀਂ ਰਹੇ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਨਾ ਆਈਏ, ਅਸੀਂ ਮਤਲਬ ਨਿਰਾਸ਼ ਨਾ ਹੋਈਏ, ਠੀਕ ਹੈ, ਅਸੀਂ ਬੁੱਝ ਨਾ ਜਾਈਏ, ਤਾਂ ਉਸ ਸਥਿਤੀ ਦੇ ਵਿੱਚ ਉਹ ਚੀਜ਼ਾਂ ਜ਼ਰੂਰ ਜਾਣੀਆਂ ਚਾਹੀਦੀਆਂ ਸਿਲੇਬਸ ਦੇ ਵਿੱਚ ਵੀ, ਕਿ ਜਿਹੜੀਆਂ ਉਸ ਬੱਚੇ ਨੂੰ ਮਤਲਬ ਵਿਦਿਆਰਥੀ ਨੂੰ ਉਸ ਦੇ ਵਿੱਚੋਂ ਕੱਢਣ ਔਰ ਉਸ ਨੂੰ ਦੱਸਣ ਕਿ ਜ਼ਿੰਦਗੀ ਜੀਣ ਦਾ ਚੱਜ ਕੀ ਹੈ। ਅਸੀਂ ਕਿਸੇ ਨੂੰ ਇਹ ਤਾਂ ਦਿਖਾ ਸਕਦੇ ਹਾਂ ਕਿ ਇਹ ਸਮੁੰਦਰ ਹੈ ਜਾਂ ਹੜ੍ਹ ਆ ਜਾਂਦੇ ਆ ਜੀ, ਇਹ ਹੜ੍ਹ ਹੁੰਦੇ ਆ, ਪਰ ਜੇ ਹੜ੍ਹ ਆ ਜਾਂਦੇ ਆ ਤਾਂ ਉਹ ਹੜ੍ਹ ਦੇ ਵਿੱਚੋਂ ਤੁਸੀਂ ਨਿਕਲਣਾ ਕਿਵੇਂ ਆ, ਉਹ ਪ੍ਰੈਕਟੀਕਲ ਸਾਨੂੰ ਦੱਸਣਾ ਪਿਆ। ਉਹ ਜੇ ਅਸੀਂ ਮਤਲਬ ਸਿਰਫ ਇਹੀ ਕਹਿਤਾ ਵੀ ਹਾਂ ਹੜ੍ਹ ਐਵੇਂ ਆਉਂਦੇ ਆ ਜੀ, ਬਸ ਇਹੀ ਤਾਂ ਅਸੀਂ ਪੜ੍ਹਿਆ ਹੋਇਆ, ਪਰ ਜੇ ਹੜ੍ਹ ਆ ਗਏ ਤਾਂ ਫਿਰ ਬੱਚੇ ਨੂੰ ਇੱਥੋਂ ਤੱਕ ਤਾਂ ਪਤਾ ਹੋਇਆ ਕਿ ਵੀ ਆ ਹੜ੍ਹ ਆ ਗਏ ਜੀ, ਹੁਣ ਮੈਂ ਇੱਥੋਂ ਭੱਜਣਾ ਕਿਵੇਂ, ਬਚਣਾ ਕਿਵੇਂ, ਆਪਦੇ ਆਪ ਨੂੰ ਬਚਾਉਣਾ ਕਿਵੇਂ, ਜਾਂ ਕੋਈ ਵੀ ਮੁਸ਼ਕਿਲ ਹੋ ਸਕਦੀ ਹੈ, ਉਹ ਬਚਾਉਣਾ ਕਿਵੇਂ ਆ, ਇਹ ਚੀਜ਼ਾਂ, ਇਹ ਜਿਹੜਾ ਸੰਕਟ ਦੀ ਸਥਿਤੀ ਆ, ਉਸ ਸੰਕਟ ਦੀ ਸਥਿਤੀ ਨੂੰ ਕਿਵੇਂ ਪੋਜ਼ਿਟਿਵ ਦੇ ਵਿੱਚ ਲੈ ਕੇ ਜਾਣਾ, ਕਿਵੇਂ ਇਹਦੇ ਵਿੱਚੋਂ ਬਚਣਾ, ਇਹ ਸਾਡੀ ਐਜੂਕੇਸ਼ਨ ਦਾ ਜ਼ਰੂਰ ਹਿੱਸਾ ਹੋਣਾ ਚਾਹੀਦਾ। ਔਰ ਖਾਸ ਤੌਰ ਤੇ ਲਿਟਰੇਚਰ ਹੈ ਜਿਹੜਾ ਇਹ ਚੀਜ਼ਾਂ ਸਾਨੂੰ ਸਿਖਾਉਂਦਾ ਵੀ ਹੈ। ਮੈਨੂੰ ਲੱਗਦਾ ਕਿ ਵੱਧ ਤੋਂ ਵੱਧ ਜਿਹੜਾ ਬੱਚੇ ਲਿਟਰੇਚਰ ਦੇ ਨਾਲ ਜੁੜਨ, ਕ੍ਰੀਏਟਿਵ ਚੀਜ਼ਾਂ ਦੇ ਨਾਲ ਜੁੜਨ, ਕ੍ਰੀਏਟਿਵ ਗੱਲਾਂ ਦੇ ਨਾਲ ਜੁੜਨ, ਕ੍ਰੀਏਟਿਵ ਕੰਮਾਂ ਦੇ ਨਾਲ ਜੁੜਨ, ਤਾਂ ਫਿਰ ਜ਼ਰੂਰ ਇਸ ਸੰਕਟ ਦਾ ਸਾਹਮਣਾ ਕੀਤਾ ਜਾ ਸਕਦਾ। ਮੈਂ ਇੱਕ ਗੱਲ ਐਡ ਕਰਨਾ ਚਾਹਾਂਗੀ ਦੀਪ ਜੀ ਇੱਥੇ,
ਜੀ ਮੈਮ ਕਿ ਜਿਸ ਵੇਲੇ ਮੈਂ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਨਾ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਸਰ, ਤੇ ਅਸੀਂ ਮੋਰਲ ਐਜੂਕੇਸ਼ਨ ਦੀਆਂ ਕਲਾਸਿਸ ਸ਼ੁਰੂ ਕੀਤੀਆਂ ਸੀ, ਜਿਹੜੀਆਂ ਵੈਸੇ ਰਵਾਇਤੀ ਸਿਲੇਬਸ ਦਾ ਹਿੱਸਾ ਨਹੀਂ ਹੈ। ਉਹਦਾ ਸਿਲੇਬਸ ਦੀ ਰੂਪਰੇਖਾ ਵੀ ਅਸੀਂ ਕੁਝ ਟੀਚਰਸ ਨੇ ਸਾਰਿਆਂ ਨੇ ਮਿਲ ਕੇ ਬਣਾਈ ਸੀ, ਔਰ ਹਫਤੇ 'ਚ ਅਸੀਂ ਇੱਕ ਦਿਨ ਕਲਾਸ ਲੈਂਦੇ ਸੀਗੇ ਬੱਚਿਆਂ ਦੀਆਂ, ਔਰ ਕਈ ਵਾਰੀ ਮੈਂ ਲੈਂਦੀ ਸੀ ਕਲਾਸ ਔਰ ਕਈ ਵਾਰੀ ਸੀਨੀਅਰ ਟੀਚਰਸ ਲੈਂਦੇ ਸੀ। ਅੱਜ ਮੈਨੂੰ ਲੱਗਦਾ ਕਿ ਜਦੋਂ ਇਹ COVID-19 ਸ਼ੁਰੂ ਹੋਇਆ ਤੇ ਉਸ ਵੇਲੇ ਮੈਨੂੰ ਬਹੁਤ ਸਾਰੇ ਬੱਚਿਆਂ ਦੇ ਫੋਨ ਆਏ ਕਿ ਮੈਮ ਅਸੀਂ ਬਾਹਰ ਨਿਕਲ ਕੇ ਫਰੰਟ ਤੇ ਜਾ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ, ਅਸੀਂ ਆਪਣੇ ਕਾਲਜ ਦਾ ਲਗਾ ਕੇ ਬੈਨਰ, ਅਸੀਂ ਚਾਹੁੰਦੇ ਆ ਕਿ ਸਾਡੀ ਪਹਿਚਾਣ ਹੋਵੇ, ਅਸੀਂ ਲੋਕਾਂ ਦੇ ਕੰਮ ਆਈਏ ਜੀ। ਔਰ ਉਸ ਵੇਲੇ ਮੈਨੂੰ ਲੱਗਿਆ ਕਿ ਇਹ ਜਿਹੜੀ ਮੋਰਲ ਐਜੂਕੇਸ਼ਨ ਦੀ ਕਲਾਸ ਹੈ, ਉਦੋਂ ਥੋੜਾ ਜਿਹਾ ਵਿਰੋਧ ਹੋਇਆ ਸੀ ਕਿ ਮੈਮ ਤੁਸੀਂ ਬੇਲੋੜਾ ਬੋਝ ਪਾ ਰਹੇ ਹੋ ਬੱਚਿਆਂ ਤੇ। ਕੁਝ ਇੱਕ ਦੋ ਟੀਚਰਸ ਨੇ ਮੇਰਿਆਂ ਨੇ ਸਲਾਹ ਦਿੱਤੀ ਸੀ, ਪਰ ਮੈਂ ਕਿਹਾ ਨਹੀਂ, ਇਹ ਬਹੁਤ ਜ਼ਰੂਰੀ ਹੈ, ਕੋਈ ਫਰਕ ਨਹੀਂ ਪੈਂਦਾ, ਇੱਕ ਦਿਨ ਅੱਧਾ ਘੰਟਾ ਜੇ ਬੱਚੇ ਸਪੈਸ਼ਲ ਬੈਠ ਵੀ ਜਾਣਗੇ। ਔਰ ਮੈਨੂੰ ਫਿਰ ਇਸ ਦੌਰ ਦੇ ਵਿੱਚ ਲੱਗਿਆ ਕਿ ਉਸ ਕਲਾਸ ਦਾ 4 ਸਾਲ ਜਿਹੜੀ ਮੈਂ ਕਲਾਸ ਲਈ, ਮੈਨੂੰ ਨਹੀਂ ਲੱਗਦਾ ਕਿ 15-20 ਦਿਨ ਤੋਂ ਬਾਅਦ ਇੱਕ ਬੱਚੇ ਨੇ ਕਲਾਸ ਅਟੈਂਡ ਕੀਤੀ ਹੋਏਗੀ, ਪਰ ਉਸ ਕਲਾਸ ਦਾ ਸਰ ਮੈਨੂੰ ਬਹੁਤ ਫਾਇਦਾ ਹੋਇਆ। ਜੀ ਮੈਮ ਜੀ ਜੋੜਾ ਸਾਹਿਬ, ਜੀ। ਮੈਂ ਹੋਰ ਤੁਹਾਨੂੰ ਜਿਹੜਾ ਸਵਾਲ ਹੁਣ ਕਰਨ ਲੱਗਿਆ ਉਹ ਹੈਗਾ ਇੱਕ ਮਨੋਵਿਗਿਆਨਕ ਗੱਲ ਹੈ ਕਿ ਜਿਹੜੀ ਵੇਲ ਹੁੰਦੀ ਹੈ ਨਾ, ਵੇਲ ਇਹ 1-2 ਦਿਨ ਤਾਂ ਅਸੀਂ ਉਹਨੂੰ ਇੰਜੋਏ ਕਰਦੇ ਹਾਂ ਜੀ, ਪਰ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਕੋਲੇ ਵੇਲ ਦੇ ਨਾ ਬਹੁਤ ਲੰਮੇ ਚੌੜੇ ਏਜੰਡੇ ਨਹੀਂ ਹੁੰਦੇ ਹੈਗੇ। ਬਹੁਤ ਜੀ, ਥੋੜੇ ਲੋਕਾਂ ਕੋਲੇ ਵੇਲ ਦੇ ਏਜੰਡੇ ਹੁੰਦੇ ਨੇ, ਤੇ ਇਹ ਵੇਲ ਜਦੋਂ ਸਾਡੀ ਮਰਜ਼ੀ ਦੇ ਖਿਲਾਫ ਸਾਨੂੰ ਵੇਲ ਮਿਲੀ ਹੈ ਤਾਂ ਇਹਨੇ ਬਹੁਤ ਸਾਰੇ ਵਿਗਾੜ, ਮਾਨਸਿਕ ਵਿਕਾਰ ਸਾਡੇ ਅੰਦਰ ਪੈਦਾ ਕੀਤੇ ਨੇ। ਤੁਸੀਂ ਜੀ। ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ ਕਿ ਨੌਜਵਾਨਾਂ ਦੇ ਮਾਮਲੇ 'ਚ ਵੇਲ ਨੇ ਕਿਸ ਕਿਸਮ ਦੀਆਂ ਸਮੱਸਿਆਵਾਂ ਪੈਦਾ ਕੀਤੀਆਂ ਨੇ? ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲ ਨੇ ਨੌਜਵਾਨਾਂ ਨੂੰ ਇੱਕ ਘੁੰਮਣ ਘੇਰੀ ਦੇ ਵਿੱਚ ਪਾਇਆ, ਕਿਉਂਕਿ ਉਹਨਾਂ ਦਾ ਰੂਟੀਨ ਕੁਛ ਹੋਰ ਸੀ ਔਰ ਇੱਕਦਮ ਉਹਨਾਂ ਦੇ ਉੱਪਰ ਪੈ ਗਿਆ ਕਿ ਤੁਸੀਂ ਘਰਾਂ ਦੇ ਵਿੱਚ ਰਹਿਣਾ, ਔਰ ਉਹਨਾਂ ਦੇ ਵਾਕਈ ਮਾਨਸਿਕ ਜਿਹੜਾ ਤੌਰ ਤੇ ਉਹ ਪਰੇਸ਼ਾਨ ਹੋਏ ਆ, ਔਰ ਉਸ ਪਰੇਸ਼ਾਨੀ ਦੇ ਵਿੱਚੋਂ ਬਹੁਤ ਸਾਰੀਆਂ ਉਲਝਣਾਂ ਜਿਹੜੀਆਂ ਉਹ ਨਿਕਲੀਆਂ। ਅਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹਿਆ, ਅਸੀਂ ਰੇਡੀਓ ਤੇ ਵੀ, ਟੀਵੀ ਤੇ ਵੀ ਸੁਣਿਆ ਕਿ ਸਾਡੇ ਬਹੁਤ ਸਾਰੇ ਨੌਜਵਾਨ ਆ ਜਿਹੜੇ ਉਹ ਫਰਸਟ੍ਰੇਸ਼ਨ ਦੇ ਵਿੱਚੋਂ ਮਤਲਬ ਗੁਜ਼ਰੇ ਆ। ਉਹਦਾ ਕਾਰਨ ਤਾਂ ਇਹੀ ਆ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀਗਾ ਕਿ ਸਾਡੀ ਪੜ੍ਹਾਈ ਦਾ ਕਦੇ ਹਿੱਸਾ ਹੀ ਨਹੀਂ ਰਿਹਾ ਕਿ ਅਸੀਂ ਮੁਸੀਬਤ ਚੋਂ ਕਿਵੇਂ ਲੰਘਣਾ। ਸਾਡੀ ਪੜ੍ਹਾਈ ਦਾ ਕਦੇ ਹਿੱਸਾ ਹੀ ਨਹੀਂ ਰਿਹਾ ਕਿ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਗੱਲ ਕਿਵੇਂ ਕਰਨੀ ਆ। ਸਾਡੀ ਪੜ੍ਹਾਈ ਦਾ ਕਦੇ ਹਿੱਸਾ ਹੀ ਨਹੀਂ ਰਿਹਾ ਕਿ ਜੇ ਤੁਹਾਨੂੰ ਘਰੇ ਕੋਈ ਚੀਜ਼ ਘੱਟ ਖਾਣ ਨੂੰ ਮਿਲਦੀ ਆ ਜਾਂ ਘੱਟ ਪਹਿਨਣ ਨੂੰ ਮਿਲਦੀ ਆ ਤਾਂ ਉਹਦਾ ਟਾਕਰਾ ਕਿਵੇਂ ਕਰਨਾ। ਇਸ ਕਰਕੇ ਉਹਨਾਂ ਨੂੰ ਮਾਨਸਿਕ ਦੌਰ ਦੇ ਵਿੱਚੋਂ ਗੁਜ਼ਰਨਾ ਪਿਆ, ਕਿਉਂਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹਨੇ ਬਾਹਰ ਦਾ ਨਜ਼ਾਰਾ ਕੁਝ ਹੋਰ ਦੇਖਿਆ ਵਾ ਸੀਗਾ, ਲੇਕਿਨ ਇੱਕਦਮ ਉਹਨਾਂ ਦਾ ਨਜ਼ਾਰਾ ਜਿਹੜਾ ਉਹ ਬਦਲ ਗਿਆ। ਉਹਨਾਂ ਨੂੰ ਘਰ ਦੇ ਅੰਦਰ ਰਹਿਣਾ ਪਿਆ, ਘਰ ਦੇ ਅੰਦਰ ਵੀ ਰਹਿ ਕੇ, ਕਿਉਂਕਿ ਨੌਜਵਾਨ ਗਿੱਝੇ ਹੁੰਦੇ ਆਪਣੇ ਦਿਲ ਦੀਆਂ ਗੱਲਾਂ ਕਰਨ ਆਪਣੇ ਮਾਂ-ਬਾਪ ਤੋਂ ਦੂਰ, ਤੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਰਹਿਣਾ ਪਿਆ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਉੱਪਰ ਆਪਦੇ ਆਪ ਉਹਨਾਂ ਨੂੰ ਰੋਕ ਲਾਉਣੀ ਪਈ। ਜਦੋਂ ਕਿ ਸਾਡੀ ਪੜ੍ਹਾਈ ਦਾ ਹਿੱਸਾ ਹੋਣਾ ਚਾਹੀਦਾ ਸੀ, ਪਹਿਲਾਂ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ ਸੀ ਕਿ ਉਹਨਾਂ ਨੂੰ ਅਸੀਂ ਪਰਿਵਾਰ ਨਾਲ, ਕਾਲਜਾਂ 'ਚੋਂ ਬੈਠੇ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਜੋੜਦੇ ਕਿ ਤੁਸੀਂ ਘਰ ਜਾ ਕੇ ਗੱਲਾਂ ਵੀ ਕਰਿਆ ਕਰੋ, ਪਰ ਇਹ ਕਦੇ ਹਿੱਸਾ ਨਹੀਂ ਰਿਹਾ। ਉਹ ਪਰੇਸ਼ਾਨੀ ਜਿਹੜੀ ਆ ਉਹ ਵਾਕਈ ਨੌਜਵਾਨਾਂ ਦੇ ਲਈ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਆ, ਤੇ ਅਸੀਂ ਇਹ ਅਰਦਾਸ ਹੀ ਕਰ ਸਕਦੇ ਹਾਂ ਜਾਂ ਉਦਮ ਕਰ ਸਕਦੇ ਹਾਂ ਕਿ ਉਸ ਪਰੇਸ਼ਾਨੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾਵੇ। ਅਸੀਂ ਉਹਨਾਂ ਦੀਆਂ ਮਹਿਫਲਾਂ ਆਨਲਾਈਨ ਵੀ ਲਾਈਏ, ਅਸੀਂ ਉਹਨਾਂ ਨੂੰ ਹੌਲੀ ਹੌਲੀ ਇਸ ਪਾਸੇ ਜੋੜ ਗਏ, ਔਰ ਬਹੁਤ ਸਾਰੇ ਸੰਸਥਾਵਾਂ ਜੋੜ ਰਹੀਆਂ। ਡਾਕਟਰ ਨਵਜੋਤ ਕੌਰ ਜੀ, ਇਸ ਵੇਲੇ ਅਸੀਂ ਇੰਟਰਨੈਟ ਨਾਲ ਜੁੜੇ, ਸਾਡਾ ਨੌਜਵਾਨ ਇੰਟਰਨੈਟ ਨਾਲ ਜੁੜਿਆ, ਸੋਸ਼ਲ ਮੀਡੀਆ ਨਾਲ ਜੁੜਿਆ। ਸੱਚਮੁੱਚ ਜਿਵੇਂ ਜੋੜਾ ਸਾਹਿਬ ਨੇ ਪਹਿਲਾਂ ਕਿਹਾ ਸੀ ਕਿ ਪਹਿਲਾਂ ਅਸੀਂ ਰੋਕਦੇ ਸੀ ਤੇ ਹੁਣ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਇਸ ਮਾਧਿਅਮ ਨਾਲ ਜੁੜੋ। ਤੁਹਾਨੂੰ ਕੀ ਲੱਗਦਾ ਕਿ ਇਸ ਗੱਲ ਦੇ ਇਹਨਾਂ ਆਨਲਾਈਨ ਰਹਿਣ ਦੇ, ਸੋਸ਼ਲ ਮੀਡੀਆ ਨਾਲ ਜੁੜਨ ਦੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਕੀ ਹਾਂ ਪੱਖੀ ਪ੍ਰਭਾਵ ਪੈਣਗੇ ਜਾਂ ਕੀ ਨਾ ਪੱਖੀ ਪ੍ਰਭਾਵ ਪੈਣਗੇ? ਤੁਹਾਨੂੰ ਕੀ ਲੱਗਦਾ ਜਿਹੜੀ ਇੱਕਦਮ ਇਹ ਤਬਦੀਲੀ ਵਾਪਰੀ ਹੈ ਜਿਹੜੀ ਸੁਭਾਵਿਕ ਨਹੀਂ ਵਾਪਰੀ? ਸਰ ਮੈਂ ਤਾਂ ਇਹੀ ਕਹਾਂਗੀ ਸੋਸ਼ਲ ਮੀਡੀਆ ਜਿਹੜਾ ਹੈ ਇਹਦੇ ਬਹੁਤ ਸਾਰੇ ਫਾਇਦੇ ਵੀ ਹੈ, ਜੇ ਇਹਦੀ ਸਹਿਯੋਗ ਵਰਤੋਂ ਕੀਤੀ ਜਾਏ ਤੇ ਨੁਕਸਾਨ ਵੀ ਬਹੁਤ ਹੈ, ਕਿਉਂਕਿ ਇੰਨਾ ਕੁਝ ਜਿਹੜਾ ਹੈ ਉਹ ਇੰਟਰਨੈਟ ਤੇ ਪਿਆ ਹੈ ਜਿਹੜਾ ਬੱਚਿਆਂ ਨੂੰ ਫਸਲਾ ਰਿਹਾ ਆ, ਉਹਨਾਂ ਨੂੰ ਭੜਕਾ ਰਿਹਾ ਆ, ਔਰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈ ਅੱਜ ਸਾਡੇ ਸਾਹਮਣੇ ਆ ਰਹੀਆਂ ਉਹਨਾਂ 'ਚ ਬਹੁਤ ਸਾਰੇ ਕਾਰਨ ਵੀ ਜਿਹੜੇ ਹੈ ਸੋਸ਼ਲ ਮੀਡੀਆ ਹੀ ਹੈ। ਔਰ ਮੈਂ ਨੌਜਵਾਨ ਪੀੜ੍ਹੀ ਨੂੰ ਮੇਰੀ ਤਾਂ ਇਹੀ ਬੇਨਤੀ ਹੈ ਕਿ ਬੱਚਿਓ ਇਹ ਜਿਹੜੀ ਇਹਨੂੰ ਜਦੋਂ ਵੀ ਤੁਸੀਂ ਵਰਤਣਾ, ਇਹਦੀ ਸਹਿਯੋਗ ਜਿਹੜੀ ਹੈ ਵਰਤੋਂ ਕਰਨਾ, ਗਲਤ ਪਾਸੇ ਜਾ ਕੇ ਆਪਣਾ ਭਵਿੱਖ ਜਿਹੜਾ ਹੈ ਉਹਨੂੰ ਨਾਸ ਨਾ ਕਰ ਲੈਣਾ। ਜੀ ਗੁਰਸੇਵਕ ਲੰਬੀ ਜੀ, ਤੁਸੀਂ ਯੁਵਕ ਮੇਲਿਆਂ ਦੇ ਨਾਲ ਜੁੜੇ ਹੋਏ ਹੋ ਤੇ ਯੁਵਕ ਮੇਲੇ ਕਾਲਜਾਂ ਯੂਨੀਵਰਸਿਟੀਆਂ ਦੀ ਬਹੁਤ ਵੱਡੀ ਸਰਗਰਮੀ ਹੁੰਦੀ ਹੈ, ਤੇ ਇਸ ਵਾਰੀ ਲੱਗਦਾ ਨਹੀਂ ਹੈਗਾ ਕਿ ਇਹੋ ਜਿਹੀ ਕੋਈ ਸੰਭਾਵਨਾਵਾਂ ਨੇ। ਤੁਹਾਨੂੰ ਕੋਈ ਲੱਗਦਾ ਹੈ ਕਿ ਨੇੜੇ ਭਵਿੱਖ ਦੇ ਵਿੱਚ ਕੋਈ ਇਸ ਕਿਸਮ ਦੀ ਕੋਈ ਤੁਸੀਂ ਇਨੀਸ਼ੀਏਟਿਵ ਲਓ ਜਾਂ ਕੋਈ ਕਿਸੇ ਰੂਪ ਦੇ ਵਿੱਚ ਕੋਈ ਸੰਭਾਵਨਾਵਾਂ ਇਹਦੀਆਂ ਬਣਨ ਕਿ ਇਹਦੇ ਵਿੱਚ ਵੀ ਕੋਈ ਆਨਲਾਈਨ ਸੰਭਾਵਨਾਵਾਂ ਪਈਆਂ ਨੇ ਜਾਂ ਕੁਝ ਨਹੀਂ ਹੈਗਾ?
ਇਹ ਸੋਲ ਮੈਮ ਨੂੰ ਲੱਭ ਲੈਣੀ ਇਹਨਾਂ ਨੇ ਕੋਈ ਨਾ ਕੋਈ ਸੰਭਾਵਨਾ ਜੀ। ਲੰਬੀ ਸਾਹਿਬ ਉਹਦੇ ਚ ਸਰ ਇਹੀ ਹੈ, ਵੈਸੇ ਤਾਂ ਅਸੀਂ ਜੋੜਾ ਸਾਹਿਬ ਨਾਲ ਅਕਸਰ ਗੱਲ ਹੁੰਦੀ ਜਦੋਂ ਵੀ ਫੋਨ ਤੇ ਗੱਲ ਹੁੰਦੀ ਹੈ ਜੀ। ਤੇ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਸਾਡੀ ਤਾਂ ਦੁਕਾਨਦਾਰੀ ਉਹਦੇ ਤੇ ਚੱਲਦੀ ਹੈ, ਸਾਡਾ ਨਹੀਂ ਕੰਮ ਧੰਦਾ ਹੀ ਉਹਦੇ। ਹਾਂਜੀ ਪੋਇਟਰੀ ਕੰਪੀਟੀਸ਼ਨ ਹੋ ਸਕਦਾ, ਲੇਖ ਰਾਈਟਿੰਗ ਹੋ ਸਕਦਾ। ਨਹੀਂ, ਉਹਦੇ ਚ ਇਹੀ ਆ ਕਿ ਕੁਝ ਜਿਹੜੀਆਂ ਹੈਗੀਆਂ ਇੰਡੀਵਿਜੂਅਲ ਜਿਹੜੀਆਂ ਆਈਟਮਾਂ ਨੇ ਉਹ ਬੱਚਿਆਂ ਤੋਂ ਕਰਵਾਈਆਂ ਜਾ ਸਕਦੀਆਂ ਨੇ, ਕਰਵਾਈਆਂ ਜਾ ਸਕਦਾ। ਬਸ ਇਹ ਆ ਵੀ ਜਿਹੜੀਆਂ ਵੱਡੀਆਂ ਆਈਟਮਾਂ ਨੇ ਜਿਹਦੇ ਚ ਪੂਰੀ ਟੀਮ ਵਰਕ ਕਰਦੀ ਆ ਉਹ ਜ਼ਰੂਰ ਪ੍ਰਭਾਵਿਤ ਹੋਣਗੀਆਂ, ਤੇ ਉਹਨਾਂ ਨੂੰ ਤਿਆਰ ਕਰਨਾ ਵੀ ਔਖਾ। ਇਹ ਜ਼ਰੂਰ ਬੱਚਿਆਂ ਨੂੰ ਲਾਸ ਹੋਏਗਾ, ਕਿਉਂਕਿ ਜਿਹੜਾ ਟੀਮ ਵਰਕ ਹੈ, ਕਿਉਂਕਿ ਹੁਣ ਇਹ ਜਿਹੜਾ ਸੰਕਟ ਆ ਸਾਡਾ, ਇਹ ਵੀ ਇਸ ਚੀਜ਼ ਤੇ ਵੀ ਪ੍ਰਭਾਵਿਤ ਪਾਏਗਾ ਕਿ ਜਿਹੜਾ ਟੀਮ ਵਰਕ ਹੈ। ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੱਚੇ ਇਸ ਸਾਲ, ਇੱਕ ਮਿੰਟ ਜੀ, ਬਸ ਜਿਹੜੇ ਬੱਚਿਆਂ ਨੇ ਇਸ ਸਾਲ ਲਾਸਟ ਵਾਰੀ ਪਾਰਟਿਸਿਪੇਟ ਕਰਨਾ ਸੀ, ਮੰਨ ਲਓ 25 ਸਾਲ ਦੇ ਹੋ ਗਏ, ਉਹ ਮੈਂ ਕੱਲ ਸੋਚ ਰਿਹਾ ਸੀ, ਉਹ ਤਾਂ ਪਾਰਟਿਸਿਪੇਟ ਕਰ ਹੀ ਨਹੀਂ ਸਕਣਗੇ। ਅਗਲਾ ਇਹ ਸੋਚਦਾ ਵੀ ਚਲ ਅਗਲੇ ਸਾਲ ਕਰਾਂਗੇ, ਅਗਲੇ ਸਾਲ ਉਹ 26 ਸਾਲ ਦੇ ਹੋ ਜਾਣਗੇ, ਉਹ ਨਿਕਲ ਗਏ। ਉਹ ਬੱਚੇ ਕਿੰਨੇ ਲੱਖਾਂ ਬੱਚੇ ਸਾਰੇ ਦੇਸ਼ ਦੇ ਵਿੱਚ ਲਾਈਏ ਤਾਂ ਉਹ ਵੀ ਹੋ ਸਕਦੇ ਆ ਸਾਡੇ ਕੋਲ। ਹਾਂ, ਇਹ ਮੁਸ਼ਕਲਾਂ ਤਾਂ ਕਾਫੀ ਨੇ, ਪਰ ਇਹ ਆ ਵੀ ਇਸ ਦਾ ਹੱਲ ਸਾਡੇ ਕੋਲੇ ਵਿੱਚੋਂ ਹੀ ਰਸਤਾ ਹੈਗਾ ਕਿ ਉਹਦੇ ਚੋਂ ਲੱਭ ਲਈਏ। ਉਵੇਂ ਹੀ ਆ ਜਿਵੇਂ ਅਸੀਂ ਗੁਰਬਾਣੀ ਜਦੋਂ ਸੁਣਦੇ ਆ, ਟੀਵੀ ਤੇ ਸੁਣਦੇ ਆ, ਸਾਨੂੰ ਉਹ ਆਨੰਦ ਤਾਂ ਨਹੀਂ ਆਉਂਦਾ, ਉਹ ਸ਼ਰਧਾ ਪ੍ਰਗਟ ਨਹੀਂ ਹੁੰਦੀ ਜਿਹੜੀ ਅਸੀਂ ਉੱਥੇ ਦਰਬਾਰ ਸਾਹਿਬ ਜਾ ਕੇ ਸਾਡੇ ਕੋਲੇ ਸਾਨੂੰ ਮਹਿਸੂਸ ਹੁੰਦੀ ਆ ਵਾਈਬ੍ਰੇਸ਼ਨ। ਪਰ ਅਸੀਂ ਇੱਕ ਇਹ ਕਹਿ ਲਓ ਕਿ ਸਾਡੀ ਸਾਰ ਲੈਂਦੇ ਆ ਵੀ ਅਸੀਂ ਟੀਵੀ ਦੇ ਉੱਤੇ ਸੁਣ ਲਿਆ, ਦਰਸ਼ਨ ਕਰ ਲਏ, ਤਾਂ ਉਹਦੇ ਨਾਲ ਪਰ ਜਿਹੜਾ ਭਾਵ ਤੁਹਾਨੂੰ ਉੱਥੇ ਜਾ ਕੇ ਆਉਂਦਾ ਉਹ ਨਹੀਂ ਹੈਗਾ। ਉਹ ਭਾਵ ਜ਼ਰੂਰ ਇਸ ਯੂਥ ਮੇਲਿਆਂ ਦੇ ਵਿੱਚ ਜਿਹੜੀਆਂ ਬੱਚਿਆਂ ਦੀਆਂ ਐਕਟੀਵਿਟੀਜ਼ ਨੇ ਉਸ ਭਾਵ ਦੇ ਉੱਤੇ ਜ਼ਰੂਰ ਅਸਰ ਪਏਗਾ। ਪਰ ਇਹ ਜ਼ਰੂਰ ਆ ਕਿ ਇੰਨਾ ਜ਼ਰੂਰ ਕਰਾਂਗੇ, ਔਰ ਅਸੀਂ ਵੀ ਸੁਜੈਸਟ ਵੀ ਕਰਾਂਗੇ, ਯੂਨੀਵਰਸਿਟੀਆਂ ਨੂੰ ਵੀ ਕਰਾਂਗੇ ਅੱਗੇ ਵੀ, ਕਿ ਜੇ ਬਾਈ ਚਾਂਸ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਣਦੀ ਤਾਂ ਘੱਟੋ ਘੱਟ ਬੱਚੇ ਆਪਦੇ ਇੰਟਰਸਟ ਦੀ ਕੁਝ ਇਸ ਤਰ੍ਹਾਂ ਦੀਆਂ ਇਵੈਂਟ ਇਸ ਤਰ੍ਹਾਂ ਦੇ ਹੋਰ ਕ੍ਰੀਏਟ ਕੀਤੇ ਜਾ ਸਕਦੇ ਨੇ, ਭਾਵੇਂ ਥੀਏਟਰ ਦੇ ਹੋਣ, ਭਾਵੇਂ ਡਾਂਸ ਦੇ ਹਵਾਲੇ ਨਾਲ ਸਿੰਗਲ ਡਾਂਸ ਵਾਲਾ ਹੋਵੇ, ਕੁਝ ਵੀ ਹੋਵੇ, ਸੋਲੋ ਡਾਂਸ ਜਿਹਨੂੰ ਕਹਿੰਦੇ ਨੇ, ਉਹ ਇਕੱਲਿਆਂ ਦਾ ਜਿਹੜੇ ਤੁਸੀਂ ਪੇਸ਼ ਕਰ ਸਕਦੇ ਹੋ, ਇਸ ਤਰ੍ਹਾਂ ਕੁਝ ਵੀ ਕੀਤਾ ਜਾ ਸਕਦਾ। ਉਹ ਚ ਕੁਝ ਰੀਥਿੰਕ ਕਰਕੇ ਆਈਟਮਾਂ ਨੂੰ ਦੁਬਾਰਾ ਮੈਂ ਐਡ ਕਰਨਾ ਚਾਹਾਂਗੀ ਡਾਕਟਰ ਸਾਹਿਬ, ਡਾਕਟਰ ਕੁਲਦੀਪ, ਅਸੀਂ ਕਾਲਜ ਵੱਲੋਂ ਨਾ ਆਨਲਾਈਨ ਜਿਹੜਾ ਹੈਗਾ ਲੋਕ ਕਲਾਵਾਂ ਦਾ ਕੰਪੀਟੀਸ਼ਨ ਕਰਾਇਆ ਸੀ। ਬੱਚਿਆਂ ਦੇ ਪੋਸਟਰ ਮੇਕਿੰਗ ਚੱਲ ਰਿਹਾ, ਦੂਸਰੇ ਜਿਹੜੇ ਸਲੋਗਨ ਰਾਈਟਿੰਗ, ਤੇ ਡਾਕਟਰ ਨਵਜੋਤ ਹੋਰਾਂ ਦੇ ਨਾਲ ਹੈ ਤਾਂ ਮੇਰੀ ਗੁਸਤਾਖੀ ਆ, ਮੈਂ ਵਿੱਚ ਤੁਹਾਡੇ ਸ਼ਾਮਲ ਹੋ ਰਹੀ ਹਾਂ, ਪਰ ਉਹ ਮੈਂ ਵੀ ਇਸੇ ਨਾਲ ਦੀ ਆ, ਤਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ, ਜਿਵੇਂ ਨਵਜੋਤ ਮੈਡਮ ਕਹਿੰਦੇ ਕਿ ਉਹਨਾਂ ਨੇ ਜਿਹੜੀ ਮੋਰਲ ਵੈਲਿਊਜ਼ ਦਾ ਇੱਕ ਸ਼ੁਰੂ ਕੀਤਾ ਸੀਗਾ, ਸਮਾਜਿਕ ਕਦਰਾਂ ਕੀਮਤਾਂ, ਤਾਂ ਅਸੀਂ ਨਾ ਇੱਕ ਕਾਲਜ ਦੇ ਵਿੱਚ ਬੱਚਿਆਂ ਨੂੰ ਸ਼ੁਰੂ ਕੀਤਾ ਸੀਗਾ ਕਲਾਸ ਆਫ ਜਿਹੜੀ ਜਿਵੇਂ ਵੈਲਿਊਜ਼, ਕਲਾਸ ਆਫ ਮੈਨਰਸ, ਬੱਚਿਆਂ ਨੂੰ ਤੁਰਨਾ ਫਿਰਨਾ, ਬੂਹਾ ਖੋਲਣਾ ਤੇ ਬੰਦ ਕਰਨਾ ਕਿਵੇਂ, ਇਹ ਬੇਸਿਕ ਗੱਲਾਂ ਅਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਸਕੂਲ 'ਚ ਨਹੀਂ ਸਿਖਾਈਆਂ। ਜੇ ਪੜ੍ਹੇ ਲਿਖੇ ਪੇਰੈਂਟਸ ਨੇ ਉਹ ਤਾਂ ਕਈ ਵਾਰੀ ਸਿਖਾ ਦਿੰਦੇ ਨੇ ਵੀ ਮੈਨਰਸ ਕਿਵੇਂ, ਤੁਰਨਾ ਬਹਿਣਾ, ਖਾਣਾ ਪੀਣਾ, ਕਿਤਾਬ ਲੈਣੀ, ਦੂਜੇ ਨਾਲ ਗੱਲ ਕਰਨੀ, ਉਹ ਜਿਹੜਾ ਆ ਉਹ ਇੰਡੀਵਿਜੂਅਲਸ ਤੇ ਡਿਪੈਂਡ ਕਰਦਾ ਜੇ ਅਸੀਂ ਉਹਨੂੰ ਐਡ ਔਨ ਕਰ ਸਕਦੇ ਆ। ਸੋ ਤੇ ਇਹਦੇ ਤੇ ਕਮੈਂਟਸ ਵੀ ਬਹੁਤ ਸੋਹਣੇ ਆ ਰਹੇ ਨੇ ਸਾਡੇ ਗੱਲਬਾਤ ਦੇ ਉੱਤੇ। ਅਸੀਂ ਮੈਂ ਸੌਰੀ ਤੁਸੀਂ ਜੀ ਇੱਕ ਆਨਲਾਈਨ ਮਾਈਮ ਦਾ ਜਿਹੜਾ ਕੰਪੀਟੀਸ਼ਨ ਸੀ ਕਰਵਾਇਆ, ਉਹ ਇਸ ਤਰ੍ਹਾਂ ਹੀ ਜਿਹੜਾ ਹੈ। ਨਹੀਂ, ਇਹ ਵਧੀਆ ਗੱਲ ਹੈ। ਮੈਂ ਦੱਸਦਾ ਮੈਡਮ ਤੁਹਾਨੂੰ, ਮੈਡਮ ਸੋਹਲ ਜੀ ਸਰ, ਮੈਡਮ ਸੋਹਲ, ਅਸੀਂ ਪੰਜਾਬ ਯੂਨੀਵਰਸਿਟੀ ਵੱਲੋਂ 40 ਕੰਪੀਟੀਸ਼ਨ ਕਰਵਾਏ ਆ ਜੀ, 40 ਹੁਣ ਤੱਕ। ਕੋਈ ਸੋਲੋ ਆਈਟਮ ਇਹੋ ਜੀ ਨਹੀਂ ਜਿਹਦਾ ਹੁਣ ਤੱਕ ਕੰਪੀਟੀਸ਼ਨ ਨਹੀਂ ਕਰਵਾਇਆ, ਉਹਨਾਂ ਤੋਂ ਘਰੋਂ ਬੈਠ ਕੇ ਕਰਵਾ ਲਿਆ, ਹਰ ਆਈਟਮ ਦਾ ਕਰਵਾ ਲਿਆ ਜੋ ਪੰਜਾਬ। ਇਹ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ। ਕੁਇਜ਼ ਕੰਪੀਟੀਸ਼ਨ ਕਰਵਾਏ, ਹਾਂ ਕੁਇਜ਼ ਵੀ ਹੁੰਦੇ ਆ, ਅਸੀਂ ਕਰਵਾਇਆ ਹੁਣੇ ਆਨਲਾਈਨ, ਹਾਂਜੀ ਬਿਲਕੁਲ ਕਰਵਾ ਲਿਆ। ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਲੇਕਿਨ ਸਾਨੂੰ ਥੋੜਾ ਜਿਹਾ ਇਹ ਸੋਚਣਾ ਪਏਗਾ ਹੁਣ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਜੇ ਯੁਵਕ ਮੇਲਿਆਂ ਦੀ ਕੋਈ ਰੂਪਰੇਖਾ ਵੀ ਬਣਾਉਣੇ ਆ ਤਾਂ ਉਹ ਕਿਸ ਤਰ੍ਹਾਂ ਦੀ ਬਣੂਗੀ। ਦੇਖੋ, ਇਸ ਨਵੀਂ ਟੈਕਨੋਲੋਜੀ ਨੇ ਸਾਨੂੰ ਦਿੱਤਾ ਵੀ ਬਹੁਤ ਕੁਛ ਹੈ। ਮੰਨ ਲਓ ਕਿ ਜਦੋਂ ਤੁਸੀਂ ਡਿਬੇਟ ਅਸੀਂ ਪਹਿਲਾਂ ਕਰਦੇ ਸੀ, ਮੈਡਮ ਸੋਹਲ, ਜਦੋਂ ਤੁਸੀਂ ਖੁਦ ਡਿਬੇਟ 'ਚ ਪਾਰਟਿਸਿਪੇਟ ਕਰਦੇ ਸੀ ਐਜ ਏ ਸਟੂਡੈਂਟ, ਤਾਂ ਡਿਬੇਟ ਦਾ ਟੌਪਿਕ ਮਿਲਦਾ ਸੀ। ਉਸ ਤੋਂ ਬਾਅਦ ਤੁਸੀਂ ਆਲੇ ਦੁਆਲੇ ਤੁਹਾਡੇ ਮਤਲਬ ਕਲਾਸ ਫੈਲੋ ਸੀ ਜਾਂ ਟੀਚਰ ਸੀ, ਉਹਨਾਂ ਨੂੰ ਪੁੱਛਦੇ ਸੀ ਵੀ ਆਹ ਡਿਬੇਟ ਦਾ ਟੌਪਿਕ ਆਇਆ। ਹੁਣ ਜਦੋਂ ਡਿਬੇਟ ਦਾ ਟੌਪਿਕ ਆਉਂਦਾ ਤਾਂ ਬੱਚੇ 1 ਮਿੰਟ ਦੇ ਵਿੱਚ ਨੈਟ ਖੋਲ ਲੈਂਦੇ ਆ ਔਰ ਫੋਨ ਕਰ ਲੈਂਦੇ ਆ। ਇਹ ਸਹੂਲਤ ਦਾ ਉਹ ਫਾਇਦਾ ਵੀ ਲੈਂਦੇ ਆ। ਸੋ ਅਸੀਂ ਰਲ ਮਿਲ ਕੇ ਸਾਰਿਆਂ ਨੇ ਇੱਕ ਵਿਉਂਤ ਬਣਾਉਣੀ ਆ। ਮੈਂ ਇਹ ਚਾਹਾਂਗਾ
ਕਿ ਤੁਸੀਂ ਮੈਡਮ ਸੋਹਲ ਪੰਜਾਬ ਆਰਟਸ ਕਾਉਂਸਲ ਵੱਲੋਂ, ਪੰਜਾਬ ਸਾਹਿਤ ਅਕੈਡਮੀ ਵੱਲੋਂ, ਬਾਕੀ ਅਕੈਡਮੀਆਂ ਨੂੰ ਲੈ ਕੇ, ਸਾਨੂੰ ਯੂਨੀਵਰਸਿਟੀ ਵਾਲਿਆਂ ਨੂੰ ਨਾਲ ਲੈ ਕੇ ਇੱਕ ਮੀਟਿੰਗ ਕਰੋ, ਭਾਵੇਂ ਆਨਲਾਈਨ ਕਰ ਲਓ, ਤਾਂ ਕਿ ਅਸੀਂ ਇੱਕ ਰੂਪਰੇਖਾ ਬਣਾ ਲਈਏ ਕਿ ਅਸੀਂ ਤੁਹਾਡੀ ਕੋਲੈਬੋਰੇਸ਼ਨ ਦੇ ਨਾਲ ਇਹ ਮੁਕਾਬਲੇ ਕਰਵਾਈਏ। ਤੁਹਾਡੀ ਕੋਲੈਬੋਰੇਸ਼ਨ ਹੈ ਜਿਹੜੀ ਉਹ ਸਾਨੂੰ ਹੌਸਲਾ ਵੀ ਦੇਊਗੀ ਤੇ ਵਿਦਿਆਰਥੀਆਂ ਦੇ ਵਿੱਚ ਵੀ ਬਹੁਤ ਵਧੀਆ ਗੱਲ ਜਾਊ ਕਿ ਤੁਸੀਂ ਜਿਵੇਂ ਪਹਿਲਾਂ ਕਰਾਉਂਦੇ ਸੀ ਉਵੇਂ ਕਰਾਇਆ। ਅਸੀਂ ਆਨਲਾਈਨ ਵੀ ਕਰਵਾ ਸਕਦੇ ਹਾਂ, ਜਿਵੇਂ ਤੁਸੀਂ ਦੱਸਿਆ ਕਿ ਜੇ 30 ਵਿਦਿਆਰਥੀਆਂ ਨੂੰ ਕਿਤੇ ਸੱਦ ਕੇ ਇਕੱਲੇ ਬਿਠਾ ਕੇ ਕਰਾਉਣਾ, ਤਾਂ ਕਿ ਹੌਲੀ ਹੌਲੀ ਹੌਸਲੇ ਜਿਹੜੇ ਹੋਰ ਬੁਲੰਦ ਹੋਣ ਤੇ ਹੌਲੀ ਹੌਲੀ ਅਸੀਂ ਕਦਮ ਪੱਟ ਕੇ ਜਿਹੜਾ ਕਦਮ ਪੁੱਟ ਲੈਣ ਵਾਲਿਆਂ ਦਾ ਜ਼ਿੰਦਗੀ ਸਾਥ ਦਿੰਦੀ ਆ, ਦਲੀਲਾਂ ਵਾਲੇ ਫਾਡੀ ਰਹਿ ਜਾਂਦੇ ਆ। ਮਤਲਬ ਆਪਾਂ ਕਦਮ ਪੱਟੀਏ। ਜੋੜਾ ਸਾਹਿਬ, ਮੈਂ ਇੱਥੇ ਥੋੜੀ ਜਿਹੀ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਚਾਹੂੰਗਾ ਇਸ ਗੱਲ ਦੀ। ਮਾਸਟਰ ਆਫ ਹੋਪ ਐਜੂਕੇਸ਼ਨ ਡਿਪਾਰਟਮੈਂਟ ਨੇ ਕੰਪੀਟੀਸ਼ਨ ਕਰਾਇਆ ਹੈ, ਬਿਲਕੁਲ ਕਰਵਾਇਆ ਜੀ, ਮੈਂ ਬਹੁਤ ਬੱਚਿਆਂ ਨੂੰ ਸੁਣਿਆ। 1.5 ਲੱਖ ਬੱਚੇ ਨੇ ਉਹਦੇ ਵਿੱਚ ਭਾਗ ਲਿਆ ਤੇ ਮੈਨੂੰ ਲੱਗਦਾ ਹੈ ਕਿ ਸੰਕਟ ਕਾਲ ਦੇ ਦੌਰ ਦੇ ਵਿੱਚ ਬੱਚਿਆਂ ਨੂੰ ਇਨਵੋਲਵ ਕਰਨ ਦਾ ਇਸ ਤੋਂ ਖੂਬਸੂਰਤ ਤਰੀਕਾ ਹੋਰ ਕੋਈ ਨਹੀਂ ਸੀ, ਹੋ ਹੀ ਨਹੀਂ ਸਕਦਾ। ਤੇ ਤੁਸੀਂ ਜ਼ਰੂਰ, ਕਿਉਂਕਿ ਤੁਸੀਂ 2 ਵੱਡੀਆਂ ਯੂਨੀਵਰਸਿਟੀਆਂ ਤੇ ਸਾਡੇ ਕੋਲ ਯੂਥ ਵੈਲਫੇਅਰ ਦੇ ਡਾਇਰੈਕਟਰ ਬੈਠੇ ਹੋ, ਤੁਹਾਨੂੰ ਇਹਦੇ ਜ਼ਰੂਰ ਵਰਕਆਊਟ ਕਰਨਾ ਚਾਹੀਦਾ ਤੇ ਬਹੁਤ ਜਲਦੀ ਕਰਨਾ ਚਾਹੀਦਾ, ਤੇ ਮੈਨੂੰ ਤਾਂ ਲੱਗਦਾ ਇਸ ਤੋਂ ਪਹਿਲਾਂ ਹੋਣਾ ਚਾਹੀਦਾ ਸੀ ਵਰਕਆਊਟ ਇਹ, ਕਿਉਂਕਿ ਇਸ ਦੌਰ ਦੇ ਵਿੱਚ ਇਹਨਾਂ ਚੀਜ਼ਾਂ ਦੀ ਹੀ ਵੱਧ ਜ਼ਰੂਰਤ ਸੀ ਸਾਨੂੰ। ਇਹੀ ਅਸਲ ਦੇ ਵਿੱਚ ਜ਼ਿੰਦਗੀ ਨਾਲ ਜੋੜਨਾ ਬੱਚਿਆਂ ਨੂੰ। ਬਿਲਕੁਲ ਸਾਰਥਿਕਤਾ ਨੂੰ ਤਾਂ ਇਹਨਾਂ ਨੇ ਲੈ ਕੇ ਆਉਣਾ ਅੱਗੇ। ਜੀ ਤਣਾਅ ਤੋਂ ਬਚਾਉਣਾ ਇਹਨਾਂ ਚੀਜ਼ਾਂ ਨੇ। ਅਸੀਂ ਕਈ ਵਾਰੀ ਜਿਵੇਂ ਸੋਚਿਆ ਵੀ ਉਹ ਵਾਰ-ਵਾਰ ਡੇਟ ਸ਼ੀਟ ਆ ਗਈ, ਉਹ ਫਿਰ ਇਹ ਲੱਗਿਆ ਕਿ ਬੱਚੇ ਆਪਦਾ ਐਗਜ਼ਾਮੀਨੇਸ਼ਨ ਦੀ, ਕਿਉਂਕਿ ਕਲੀਅਰ ਕੁਝ ਨਹੀਂ ਸੀਗਾ ਵੀ ਪੇਪਰ ਹੋ ਜਾਣਗੇ ਜਾਂ ਨਹੀਂ ਹੋਣਗੇ, ਇਸ ਤਰ੍ਹਾਂ ਦੀ ਮੁਸ਼ਕਲ ਆਈ ਹੈ। ਇੱਕ ਦੋ ਵਾਰੀ ਅਸੀਂ ਵੀ ਡਿਜ਼ਾਈਨ ਕੀਤਾ, ਪਰ ਫਿਰ ਇਹ ਲੱਗਿਆ ਕਿ ਨਹੀਂ ਜੀ, ਪੇਪਰ ਹੋਣੇ ਆ ਬੱਚਿਆਂ ਦੇ, ਐਗਜ਼ਾਮੀਨੇਸ਼ਨ ਉਹਨਾਂ ਦੇ ਉਹ ਜ਼ਰੂਰੀ ਹੈ, ਉਹ ਇੱਕ ਘਰੇ ਬੈਠੇ ਹੋਏ ਆ। ਹਾਂ, ਇਹ ਹੈ ਵੀ ਜਦੋਂ ਵੀ ਕੁਝ ਸ਼ੁਰੂ ਹੁੰਦਾ ਤਾਂ ਇਹ ਜ਼ਰੂਰ ਕਰਵਾਇਆ ਜਾ ਸਕਦਾ। ਨਵਜੋਤ ਕੌਰ ਮੈਮ, ਤੁਹਾਡੇ ਤੋਂ ਮੈਂ ਇੱਕ ਸਵਾਲ ਹੋਰ ਬਹੁਤ ਇੰਪੋਰਟੈਂਟ ਪੁੱਛਣਾ ਚਾਹੁੰਦਾ, ਉਹ ਇਹ ਹੈ ਕਿ ਬੇਸ਼ੱਕ ਸਾਰੇ ਨੌਜਵਾਨਾਂ ਵਾਸਤੇ ਸੰਕਟ ਬਹੁਤ ਮਹੱਤਵਪੂਰਨ ਸੀ, ਇਹ ਬਹੁਤ ਔਖਾ ਸੀ, ਪਰ ਲੜਕੀਆਂ ਲਈ ਇਹ ਸਮਾਂ ਹੋਰ ਵੀ ਬਥੇਰੇ ਸੰਕਟ ਵਾਲਾ ਸੀ। ਉਹਨਾਂ ਕੋਲੇ ਫਿਰ ਵੀ ਕੁਝ ਆਜ਼ਾਦੀ ਹੁੰਦੀ ਹੈ, ਥੋੜਾ ਬਹੁਤ ਘਰੋਂ ਬਾਹਰ ਚਲੇ ਜਾਂਦੇ ਨੇ, ਤਾਂ ਹੋਰ ਉਹਨਾਂ ਕੋਲੇ ਕੁਝ ਤਰੀਕੇ ਹੁੰਦੇ ਨੇ ਥੋੜਾ ਜਿਹਾ ਜੁੜਨ ਦੇ ਸੋਸਾਇਟੀ ਦੇ ਨਾਲ, ਪਰ ਕੁੜੀਆਂ ਕੋਲੇ ਤਾਂ ਇੱਕੋ ਇੱਕ ਤਰੀਕਾ ਹੁੰਦਾ ਘਰੋਂ ਬਾਹਰ ਜਾਣ ਦਾ, ਕਿ ਕਾਲਜ ਜਾਂਦੀਆਂ, ਯੂਨੀਵਰਸਿਟੀ ਜਾਂਦੀਆਂ, ਉੱਥੇ ਥੋੜਾ ਬਹੁਤ ਫਨ ਕਰ ਲੈਂਦੀਆਂ, ਮਿਲ ਲੈਂਦੀਆਂ ਦੋਸਤਾਂ ਨੂੰ, ਪਰ ਉਹ ਬਿਲਕੁਲ ਘਰਾਂ ਦੇ ਵਿੱਚ ਕੈਦ ਹੋ ਗਈਆਂ। ਸੋ ਬੀਇੰਗ ਅ ਲੇਡੀ, ਬੀਇੰਗ ਅ ਪ੍ਰਿੰਸੀਪਲ, ਤੁਸੀਂ ਲੜਕੀਆਂ ਦੇ ਇਸ ਸੰਕਟ ਬਾਰੇ ਕੀ ਮਹਿਸੂਸ ਕਰਦੇ ਹੋ? ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਕਿਉਂਕਿ ਸਾਡੀਆਂ ਲੜਕੀਆਂ ਬੇਸ਼ੱਕ ਅੱਜ ਬੇਖੌਫ ਹੋ ਕੇ ਪੈਰ ਪੱਟ ਰਹੀਆਂ, ਬਾਹਰ ਨਿਕਲ ਰਹੀਆਂ, ਬੁਲੰਦੀਆਂ ਛੂਹ ਰਹੀਆਂ। ਸੋਹਲ ਮੈਮ ਵੱਲ ਦੇਖੋ ਕਿ ਕਿਸ ਤਰ੍ਹਾਂ ਨਾ ਅਕੈਡਮੀ ਦੀ ਇੰਨੀ ਸੋਹਣੀ ਤਰ੍ਹਾਂ ਸਰਪ੍ਰਸਤੀ ਕਰ ਰਹੇ ਹੈ, ਪਰ ਨਾਲ ਦੀ ਨਾਲ ਜਿਹੜੀ ਤੁਹਾਡੀ ਗੱਲ ਹੈ ਕਿ ਵਾਕਈ ਕਿ ਬੱਚੇ ਜਿਹੜੀਆਂ ਲੜਕੀਆਂ ਹੈ ਜੀ, ਇੱਕ ਤਾਂ ਥੋੜੀਆਂ ਜਿਹੀ ਸ਼ਰਮੀਲੀਆਂ ਹੁੰਦੀਆਂ, ਸੰਗ ਜਿਹੜੀ ਹੈ ਇਹਨਾਂ ਦੀ ਫਿਤਰਤ ਹੈ, ਇਹਨਾਂ ਦੇ ਸੁਭਾਅ 'ਚ ਹੀ ਸ਼ਾਮਲ ਹੈ, ਔਰ ਹਰ ਇੱਕ ਨਾਲੇ ਖੁੱਲਦੀਆਂ ਵੀ ਨਹੀਂ ਹੈ ਬਹੁਤ ਜਲਦੀ, ਆਪਣੇ ਦਿਲ ਦੀ ਗੱਲ ਵੀ ਨਹੀਂ ਕਰ ਸਕਦੀਆਂ। ਔਰ ਵਾਕਈ ਦੋਸਤੀਆਂ ਜਿਹੜੀਆਂ ਇਹਨਾਂ ਦੀਆਂ ਹੁੰਦੀਆਂ, ਫਰੈਂਡਸ ਜਿਹੜੇ ਹੁੰਦੇ ਆ, ਉਹਨਾਂ ਦੇ ਨਾਲ ਹੀ ਆਪਣੀ ਜਿਹੜੀ ਗੱਲ ਸ਼ੇਅਰ ਕਰਦੀਆਂ। ਔਰ ਸੋਸ਼ਲ ਮੀਡੀਆ ਨੇ, ਮੈਂ ਇਹ ਕਹਾਂਗੀ ਕਿ ਥੋੜਾ ਬਹੁਤਾ ਤਾਂ ਮਦਦ ਕੀਤੀ ਹੈ ਇਸ ਗੈਪ ਨੂੰ ਘਟਾਉਣ 'ਚ, ਪਰ ਪੂਰੀ ਤਰ੍ਹਾਂ ਤਾਂ ਨਹੀਂ ਨਾ। ਬੱਚੇ ਵਾਕਈ ਲੜਕੀਆਂ ਜਿਹੜੀਆਂ ਲੜਕੇ, ਮੈਂ ਆਪਣੀ ਬੇਟੀ ਨਾਲ ਇਹੀ ਗੱਲ ਡਿਸਕਸ ਕਰ ਰਹੀ ਸੀ ਕਿ ਲੜਕੀਆਂ ਨੂੰ ਕੀ ਖਾਸ, ਉਹ ਕਹਿੰਦੀ ਮੰਮਾ ਲੜਕੇ ਤਾਂ ਨਿਕਲ ਜਾਂਦੇ ਆ ਸਕੂਟਰ ਚੱਕ ਕੇ, ਕਾਰ ਚੁੱਕ ਕੇ, ਘਰ ਦੇ ਰੋਕਦੇ ਆ ਵੀ, ਤੁਸੀਂ ਮੈਨੂੰ ਜਾਣ ਦਿਓਗੇ ਬਾਹਰ? ਮੈਂ ਕਿਹਾ ਬਿਲਕੁਲ ਹੀ, ਲੜਕੀਆਂ ਤੇ ਬੰਦਿਸ਼ਾਂ ਵੀ ਥੋੜੀਆਂ ਜ਼ਿਆਦਾ ਆ। ਔਰ ਇਸ ਦੌਰ 'ਚ ਹਾਂਜੀ ਇਸ ਦੌਰ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰਦੇ ਤੇ ਵਾਕਈ ਲੜਕੀਆਂ ਦੇ ਲਈ ਬਹੁਤ ਵੱਡੀ ਸਮੱਸਿਆ ਆ, ਜਿਹੜੀ ਬਿਲਕੁਲ ਉਹ ਘਰ ਦੀ ਚਾਰ ਦੀਵਾਰੀ ਦੇ ਵਿੱਚ ਕੈਦ ਹੈ। ਔਰ ਜਿਹੜਾ ਰਿਹਾ ਕਿ ਘਰਾਂ ਦੇ ਵਿੱਚ ਵੀ, ਬਹੁਤ ਸਾਰੇ ਘਰਾਂ ਦੇ ਵਿੱਚ ਵੀ ਪੜ੍ਹੇ ਲਿਖੀਆਂ ਫੈਮਲੀਜ਼ ਆ, ਸਾਡੇ ਬੱਚੇ ਤਾਂ ਸਾਡੇ ਨਾਲ ਖੁੱਲ ਕੇ ਗੱਲ ਕਰਦੇ ਆ, ਦੋਸਤਾਨਾ ਬਿਹੇਵੀਅਰ ਹੈ ਸਾਡਾ ਉਹਨਾਂ ਦੇ ਨਾਲ, ਰਵੱਈਆ ਜਿਹੜਾ ਹੈ ਅੱਛਾ ਹੈ। ਪਰ ਜਿੱਦਾਂ ਦੇ ਬੱਚੇ ਸਾਡੇ ਕਾਲਜਿਸ 'ਚ ਆਉਂਦੇ, ਮੈਨੂੰ ਵੀ ਪਤਾ ਹੈ ਕਿ ਪਿੰਡਾਂ ਤੋਂ ਬੱਚੇ ਆਉਂਦੇ ਆ, ਉੱਥੇ ਬਾਪੂ ਨਾਲ ਗੱਲ ਕਰਨੀ ਬੜੀ ਮੁਸ਼ਕਲ ਹੁੰਦੀ ਹੈ। ਡਾਕਟਰ ਮਿਊਟ ਕਰੋ, ਕਿਸੇ ਦਾ ਸਪੀਕਰ ਆਨ ਆ। ਮੈਂ ਇੱਕ ਵਾਰੀ ਸਾਰਿਆਂ ਨੂੰ ਮਿਊਟ ਕਰਦਾ ਜੀ, ਪਲੀਜ਼ ਤੁਸੀਂ ਜਿਹੜੇ ਸਪੀਕਰ ਹੋ ਤੁਸੀਂ ਆਪਣਾ ਮਾਈਕ ਅਨਮਿਊਟ ਕਰ ਲਿਓ ਉਸ ਤੋਂ ਬਾਅਦ ਜੀ। ਮੈਂ ਇੱਕ ਵਾਰੀ ਮਿਊਟ ਕਰ ਰਿਹਾ ਸਾਰਿਆਂ ਨੂੰ, ਪਤਾ ਨਹੀਂ ਲੱਗ ਰਿਹਾ ਕਿ ਆਲ ਮਿਊਟ ਕਰ ਦਿਓ, ਆਲ ਮਿਊਟ ਕਰ ਦਿਓ, ਆਲ ਮਿਊਟ ਕਰ ਦਿਓ। ਹਾਂਜੀ। ਔਰ ਬੇਟੀਆਂ ਜਿਹੜੀਆਂ ਉਹ ਨਾ ਆਪਣੀ ਮਾਂ ਦੇ ਨਾਲ, ਨਾ ਆਪਣੇ ਬਾਪ ਦੇ ਨਾਲ ਕੋਈ ਗੱਲ ਸ਼ੇਅਰ ਨਹੀਂ ਕਰਦੀਆਂ, ਆਪਣੀ ਕੋਈ ਵੀ ਸਮੱਸਿਆ ਜਿਹੜੀ। ਮੈਮ ਹੁਣ ਇੱਕ ਸਪੀਕਰ ਮਿਊਟ ਕਰੋ ਜੀ, ਆਪਣਾ ਅਨਮਿਊਟ ਕਰੋ ਜੀ। ਜੋੜਾ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੁੜੀਆਂ ਦੇ ਇਸ ਸੰਕਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਇਹ ਬਿਲਕੁਲ ਠੀਕ ਹੈ। ਇੱਕ ਸੰਕਟ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਦਾ ਕਿ ਹੁਣ ਜਦੋਂ ਆਨਲਾਈਨ ਪੜ੍ਹਾਈ ਸ਼ੁਰੂ ਹੋਈ ਜੀ, ਤੇ ਅਸੀਂ ਕੁਝ ਕੰਪੀਟੀਸ਼ਨ ਵੀ ਨਾਲ ਰੱਖਤੇ ਕਿ ਆਨਲਾਈਨ ਕੰਪੀਟੀਸ਼ਨ ਕਰਵਾ ਦਿਓ, ਤਾਂ ਇਹ ਗੱਲ ਸਾਹਮਣੇ ਆਈ ਆ ਕਿ ਬਹੁਤ ਸਾਰੇ ਮਾਂ-ਬਾਪ ਨੇ ਆਪਣੀਆਂ ਲੜਕੀਆਂ ਨੂੰ ਫੋਨ ਨੂੰ ਵਰਤਣ ਦੀ ਇਜਾਜ਼ਤ ਹੀ ਨਹੀਂ ਸੀ ਦਿੱਤੀ।
ਸਹੀ ਗੱਲ ਹੈ। ਬਿਲਕੁਲ ਮਤਲਬ ਕਿ ਇਹ ਗੱਲ ਉਦੋਂ ਸਾਹਮਣੇ ਆਈ ਆ। ਅਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਜੀ ਕਾਲਜਾਂ ਦੇ ਵਿੱਚ ਕੁੜੀਆਂ ਕੋਲੇ ਫੋਨ ਹੁੰਦੇ ਆ। ਮੈਨੂੰ ਮਤਲਬ ਕਿ ਘੱਟੋ ਘੱਟ 40% ਕੁੜੀਆਂ ਜਿਹੜੀਆਂ ਫੋਨ ਵਰਤਣੀ ਨਹੀਂ ਜਾਣਦੀਆਂ, ਖਾਸ ਤੌਰ ਤੇ ਜਿਹੜੇ ਸਾਡੇ ਪਿੰਡੂ ਕਾਲਜ ਆ। ਔਰ ਇਹ ਵੱਡੀ ਸਮੱਸਿਆ ਸੀ ਸਾਡੀਆਂ ਲੜਕੀਆਂ ਦੀ। ਇਹ ਸਮੱਸਿਆ ਜਿਹੜੀ ਇਹ ਵੱਡੀ ਸੀਗੀ, ਕਿਉਂਕਿ ਮੁੰਡੇ ਤਾਂ ਫਿਰ ਲਾਕਡਾਊਨ ਦੇ ਦੌਰਾਨ ਵੀ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਆ ਕਿ ਜੇ ਕਿਤੇ ਪੁਲਿਸ ਵਾਲੇ ਨੇ ਟ੍ਰੈਫਿਕ ਦੇ ਵਿੱਚ ਫੜੇ ਆ ਤਾਂ ਮੁੰਡੇ ਫੜੇ ਆ ਵੀ ਉਹ ਲਾਕਡਾਊਨ ਦੇ ਦੌਰਾਨ ਬਾਹਰ ਤੁਰੇ ਫਿਰਦੇ ਆ, ਮਾਂ-ਬਾਪ ਤੋਂ ਬਿਨਾਂ ਪੁੱਛੇ ਤੋਂ ਚਲੇ ਜਾਂਦੇ ਆ। ਤੇ ਕੁੜੀਆਂ ਦੀ ਤਾਂ ਇਹ ਵੀ ਜ਼ਰੂਰਤ ਨਹੀਂ ਕਿ ਉਹ ਲਾਕਡਾਊਨ ਦੇ ਦੌਰਾਨ ਬਾਹਰ ਮਤਲਬ ਕਿ ਘਰ ਤੋਂ ਜਾਣਗੀਆਂ, ਤਾਂ ਉਹਨਾਂ ਦੀ ਸਮੱਸਿਆ ਹੋਰ ਵੱਡੀ ਬਣ ਗਈ ਆ। ਇਸ ਕਰਕੇ ਜਿਹੜੀ ਗੱਲ ਮੈਡਮ ਨਵਜੋਤ ਨੇ ਕਹੀ ਆ ਕਿ ਸਾਡੀ ਸਿੱਖਿਆ ਪ੍ਰਣਾਲੀ ਦੇ ਵਿੱਚ, ਔਰ ਡਾਕਟਰ ਦੀਪ ਤੁਹਾਡੀ ਵੀ ਜਿਹੜੀ ਸਾਰੀ ਮੈਂ ਪ੍ਰਵਿਰਤੀ ਦੇਖ ਰਿਹਾ ਗੱਲਬਾਤ ਦੀ ਜਾਂ ਸਵਾਲਾਂ ਦੀ, ਇਸੇ ਪਾਸੇ ਆ ਕਿ ਸਾਡੀ ਵਿਦਿਅਕ ਪ੍ਰਣਾਲੀ ਦੇ ਵਿੱਚ ਸਾਡੇ ਸਿਲੇਬਸ ਦਾ ਪਾਰਟ ਹੈ ਜਿਹੜਾ ਉਹ 40% ਇਹ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਇਨਫੋਰਮਲ ਐਜੂਕੇਸ਼ਨ ਹੋਵੇ ਕਿ ਤੁਸੀਂ ਆਪਣੀ ਮਾਂ ਨੂੰ ਦੋਸਤ ਕਿਵੇਂ ਬਣਾਉਣਾ ਹੈ, ਬਾਪ ਨੂੰ ਦੋਸਤ ਕਿਵੇਂ ਬਣਾਉਣਾ, ਭੈਣਾਂ ਭਰਾਵਾਂ ਦੇ ਨਾਲ ਕਿਵੇਂ ਵਿਚਰਨਾ। ਸਾਡੀ ਨੌਜਵਾਨ ਪੀੜ੍ਹੀ ਦੀ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਇਹ ਆ ਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ, ਸਿਰਫ ਮੋਬਾਈਲ ਫੋਨ ਨੂੰ ਦੱਸਦੇ ਆ, ਜਿਹਦੇ ਵਿੱਚ ਸਾਹਮਣੇ ਆ ਜਿਹੜਾ ਉਹਨਾਂ ਦੇ ਬਿਲਕੁਲ ਕੰਮ ਨਹੀਂ ਆਉਣਾ ਦੱਸਿਆ। ਨਾ ਉਹ ਆਪਣੇ ਬਾਪ ਨੂੰ ਦੱਸਦੇ ਆ ਕਿ ਮੇਰਾ ਸੁਪਨਾ ਕੀ ਆ, ਨਾ ਉਹ ਆਪਣੀ ਮਾਂ ਨੂੰ ਦੱਸਦੇ ਆ, ਨਾ ਭੈਣ ਭਰਾਵਾਂ ਨਾਲ ਗੱਲ ਕਰਦੇ ਆ। ਦਿਲ ਦੀ ਗੰਢ ਆ ਜਿਹੜੀ ਉਹਨਾਂ ਦੇ ਨੌਜਵਾਨ ਪੀੜ੍ਹੀ ਦੀ, ਉਹ ਇਸ ਵਾਰੀ ਲੋਕਡਾਊਨ ਦੇ ਵਿੱਚ ਹੋਰ ਪੀੜ੍ਹੀ ਹੋ ਗਈ ਆ। ਜੀ ਇਸ ਕਰਕੇ ਸਾਨੂੰ ਇਸ ਪਾਸੇ ਨੂੰ ਮੋੜਨਾ ਪਊਗਾ। ਕੁੜੀਆਂ ਨੂੰ ਇਹੋ ਜਿਹੀ ਸਿੱਖਿਆ ਦੇਣੀ ਪਊਗੀ ਕਿ ਜਿਹੜੀ ਵੀ ਤੁਹਾਡੀ ਸਮੱਸਿਆ, ਕੋਈ ਜਿਹੜੀ ਵੀ ਤੁਹਾਡੇ ਦਿਲ ਦੀ ਗੱਲ ਹੈ, ਉਹ ਆਪਣੀ ਮਾਂ ਨੂੰ ਆਪਣੀ ਦੋਸਤ ਸਮਝ ਕੇ ਦੱਸੋ, ਆਪਣੇ ਬਾਪ ਨੂੰ ਦੱਸੋ, ਆਪਣਾ ਹਮਦਰਦ ਸਮਝ ਕੇ ਦੱਸੋ। ਇਸ ਤਰ੍ਹਾਂ ਦੀ ਸਿੱਖਿਆ ਜਦੋਂ ਉਹਨਾਂ ਨੂੰ ਕਾਲਜਾਂ ਚੋਂ ਮਿਲੂਗੀ, ਯੂਨੀਵਰਸਿਟੀਆਂ ਚੋਂ ਮਿਲੂਗੀ, ਤਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਹੋਰ ਖੁਸ਼ਹਾਲ ਹੋ ਜੂਗੀ। ਕਿਉਂ ਤੁਸੀਂ ਮਹਿਸੂਸ ਕੀਤਾ ਹੋਣਾ, ਮੈਡਮ ਸੋਹਲ ਤਾਂ ਗਿੱਧੇ ਦੇ ਵਿੱਚ ਰਹੇ ਆ। ਗਿੱਧਾ ਇਹਨਾਂ ਦਾ ਫੀਲਡ ਹੈ। ਗਿੱਧੇ ਦੇ ਵਿੱਚ ਜਿਹੜੀਆਂ ਸਾਰੀਆਂ ਬੋਲੀਆਂ ਉਹ ਲਾਕਡਾਊਨ ਚੋਂ ਨਿਕਲੀਆਂ ਵੀ ਆ। ਉਸ ਵੇਲੇ ਦੇ ਲਾਕਡਾਊਨ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਹੁੰਦਾ ਸੀਗਾ। ਘਰਾਂ ਦੇ ਵਿੱਚ ਲਾਕਡਾਊਨ, ਨਾ ਸੱਸ ਸਾਹਮਣੇ ਗੱਲ ਕਰਨੀ, ਨਾ ਮਾਂ ਸਾਹਮਣੇ ਗੱਲ ਕਰਨੀ। ਫਿਰ ਉਹ ਜਾ ਕੇ ਗਿੱਧੇ 'ਚ ਕਹਿੰਦੀਆਂ ਸੀ ਕਿ ਸੱਸੇ ਕੰਜਰੀਏ ਸ਼ੀਸ਼ਾ ਲੈ ਕੇ ਵੇਖ, ਜੀਟ ਨੂੰ ਅੱਗ ਲੱਗ ਜੇ, ਸਣੇ ਪਜਾਮੇ ਕੋਟ। ਮਤਲਬ ਫਿਰ ਉਹ ਇਹੋ ਜਿਹੀਆਂ ਗੱਲਾਂ ਮਤਲਬ ਕਰਦੀਆਂ ਸੀ। ਤੇ ਹੁਣ ਉਹ ਕੁੜੀਆਂ ਨੂੰ ਅਸੀਂ ਸਿਖਾਈਏ ਕਿ ਤੁਸੀਂ ਉਹ ਗੁੱਬ ਗੁਆਟ ਆ ਜਿਹੜਾ ਘਰੇ ਜਾ ਕੇ ਨਾ ਚੁੱਲ੍ਹੇ 'ਚ ਲੱਤ ਮਾਰੀ, ਨੱਚਣਾ ਤਾਂ ਇੱਥੇ ਨੱਚ ਲਾ। ਉਹ ਜਿਹੜਾ ਨੱਚਣ ਵਾਲਾ ਗੁੱਬ ਗੁਆਟ ਆ ਉਹ ਆਪਣੇ ਘਰਾਂ ਦੇ ਵਿੱਚ ਕੱਢੋ। ਜੀ ਬਿਲਕੁਲ। ਇਹ ਜਨਰੇਸ਼ਨ ਗੈਪ ਹੈ ਜਿਹੜਾ, ਇਹ ਬਹੁਤ ਖਤਰਨਾਕ ਹੈ ਪੀੜ੍ਹੀਆਂ ਦੇ ਵਿਚਕਾਰ। ਇਹ ਤਾਂ ਹੀ ਟੁੱਟੂਗਾ ਜੇ ਇਹ ਦੋਸਤੀ ਦਾ ਰਿਸ਼ਤਾ ਜਿਹੜਾ ਘਰਾਂ ਦੇ ਵਿੱਚ ਤੇ ਆਪਣੇ ਅਧਿਆਪਕਾਂ ਦੇ ਨਾਲ ਬਣੂਗਾ ਉਹਨਾਂ ਦਾ। ਹੁਣ ਮੈਂ ਸਮਾਂ ਕਿਉਂਕਿ ਸਾਡੇ ਕੋਲ ਨਹੀਂ ਹੈਗਾ, ਇਸ ਕਰਕੇ ਕੋਈ ਸਵਾਲ ਮੈਂ ਸਾਡੇ ਦਰਸ਼ਕਾਂ ਤੋਂ ਲੈਣਾ ਚਾਹੂੰਗਾ, ਇੱਕ ਦੋ। ਫਿਰ ਵੀ ਕੋਈ ਵੀ ਦੋਸਤ ਸਵਾਲ ਕਰਨਾ ਚਾਹੁੰਦਾ, ਪਲੀਜ਼ ਆਪਣਾ ਮਾਈਕ ਖੋਲ ਸਕਦਾ ਹੈ। ਹੈਲੋ, ਹਾਂਜੀ ਸਰ, ਕੁਲਦੀਪ ਜੀ ਨਮਸਕਾਰ। ਨਮਸਕਾਰ ਜੀ, ਨਮਸਕਾਰ। ਪਰਮਾਨੰਦ ਸ਼ਾਸਤਰੀ ਸਰ ਤੋਂ ਬੋਲ ਰਹੇ? ਹਾਂਜੀ, ਬੋਲੋ ਜੀ, ਬੋਲੋ। ਹੈਲੋ, ਬੋਲੋ ਜੀ, ਬੋਲੋ ਸਰ। ਹੈਲੋ, ਹਾਂਜੀ, ਆਵਾਜ਼ ਆ ਰਹੀ ਹੈ ਤੁਹਾਡੀ, ਸੁਣ ਰਹੇ ਹਾਂ। ਬੋਲੋ ਸਰ, ਬੋਲੋ। ਹਾਂਜੀ, ਪਰਮਾਨੰਦ ਸ਼ਾਸਤਰੀ ਬੋਲ ਰਹੇ ਜੀ ਸਰ। ਹਾਂਜੀ ਜੀ। ਮੇਰਾ ਅੱਜ ਦਾ ਬੜਾ ਸ਼ਾਨਦਾਰ ਰਿਹਾ ਜਿਹੜੀ ਚਰਚਾ ਰਹੀ। ਮੇਰਾ ਸੁਝਾਅ ਇਹ ਸੀ, ਜਿਸ ਤਰ੍ਹਾਂ ਨੌਜਵਾਨ ਬਾਰੇ ਲਿਆ ਜਾਵੇ, ਉਹ ਕੀ ਸੋਚਦੇ ਸਾਰੇ ਮਾਮਲੇ, ਉਹ ਕੀ ਮਹਿਸੂਸ ਕਰਦੇ ਨੇ। ਆਪਾਂ ਉਹਨਾਂ ਨੂੰ ਮੌਕਾ ਹੀ ਨਹੀਂ ਦੇ ਰਹੇ ਸੋਚਣ ਦਾ, ਸਮਝਣ ਦਾ, ਉਹਨਾਂ ਦੀ ਗੱਲ ਸੁਣਨ ਦਾ ਮੌਕਾ ਨਹੀਂ ਦੇ ਰਹੇ। ਮੈਨੂੰ ਲੱਗਦਾ ਵੀ ਇਹ ਕੀਤਾ ਜਾਣਾ ਚਾਹੀਦਾ ਹੈ ਵੀ ਆਪਾਂ ਨੌਜਵਾਨਾਂ ਨੂੰ ਵੀ ਇੱਕ ਮੌਕਾ ਦੇਈਏ। ਜੀ ਬਿਲਕੁਲ, ਨੌਜਵਾਨਾਂ ਨੂੰ ਮੌਕਾ ਇਸ ਪਲੇਟਫਾਰਮ ਤੋਂ ਜ਼ਰੂਰ ਦੇਵਾਂਗੇ। ਆਪਾਂ ਅਗਲੇ ਦਿਨਾਂ ਦੇ ਵਿੱਚ ਨੌਜਵਾਨਾਂ ਦੇ ਕੁਝ ਪ੍ਰੋਗਰਾਮ ਕਰ ਰਹੇ ਹਾਂ ਨੌਜਵਾਨਾਂ ਨਾਲ ਜੁੜ ਕੇ। ਇਹ ਹੈ ਕਿ ਪੂਰੇ ਸਮਾਜ ਦੇ ਵਿੱਚ ਤੇ ਵਿਦਿਅਕ ਸੰਸਥਾਵਾਂ ਦੇ ਵਿੱਚ ਖਾਸ ਤੌਰ ਤੇ ਮੌਕਾ ਦਈਏ। ਇਹਦੇ ਬਾਰੇ ਜੋੜਾ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਬਿਲਕੁਲ ਮੌਕਾ ਤਾਂ ਮਿਲ, ਔਰ ਇਹ ਨਹੀਂ ਗੱਲ ਕਿ ਨੌਜਵਾਨਾਂ ਨੂੰ ਮੌਕਾ ਨਹੀਂ ਮਿਲ ਰਿਹਾ। ਜਿੰਨੀ ਅਪਰਚੂਨਿਟੀ ਪਿਛਲੇ ਸਮੇਂ ਦੇ ਦੌਰਾਨ ਨੌਜਵਾਨ ਪੀੜ੍ਹੀ ਨੂੰ ਮਿਲੀ ਆ, ਮੇਰਾ ਖਿਆਲ ਹੈ ਕਿਸੇ ਯੁੱਗ ਦੇ ਵਿੱਚ ਨਹੀਂ ਮਿਲੀ ਹੋਣੀ ਜਿੰਨੀ ਨੌਜਵਾਨ ਪੀੜ੍ਹੀ ਨੂੰ ਅਸੀਂ ਅਪਰਚੂਨਿਟੀ ਜਿਹੜੀ ਮਿਲੀ ਆ। ਔਰ ਨੌਜਵਾਨ ਪੀੜ੍ਹੀ ਨੇ ਪ੍ਰਾਪਤੀਆਂ ਵੀ ਕੀਤੀਆਂ ਪਿਛਲੇ ਸਮੇਂ ਦੇ ਵਿੱਚ। ਜਿੰਨੀਆਂ ਪ੍ਰਾਪਤੀਆਂ ਸਾਡੀਆਂ ਨੌਜਵਾਨ ਪੀੜ੍ਹੀ ਦੀਆਂ ਹੋਈਆਂ ਉਹ ਰਿਕਾਰਡ ਤੋੜ ਹੀ ਰਹੀਆਂ ਹੈਗੀਆਂ, ਇਹੋ ਜਿਹੀ ਗੱਲ ਨਹੀਂ ਗੀ। ਲੇਕਿਨ ਹੁਣ ਸਮੇਂ ਦੀਆਂ ਬਦਲਦੀਆਂ ਸਥਿਤੀਆਂ ਦੇ ਵਿੱਚ ਅਸੀਂ ਨੌਜਵਾਨ ਪੀੜ੍ਹੀ ਨੂੰ ਕਿਸ ਤਰ੍ਹਾਂ ਦੇ ਮੌਕੇ ਦੇਣੇ ਆ, ਇਹ ਗੱਲ ਇਹਨਾਂ ਦਾ ਸਵਾਲ ਹੈ ਜਿਹੜਾ ਬੜਾ ਢੁਕਵਾਂ ਕਿ ਅਸੀਂ ਉਹਨਾਂ ਉਸ ਤਰ੍ਹਾਂ ਦੇ ਢੁਕਵਾਂ ਹੁਣ ਜਿਹੜਾ ਹੈਗਾ ਮਾਹੌਲ ਵੀ ਦਈਏ, ਉਸ ਤਰ੍ਹਾਂ ਦੀਆਂ ਸਹੂਲਤਾਂ ਵੀ ਦਈਏ, ਤੇ ਉਸ ਤਰ੍ਹਾਂ ਨੂੰ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਵੀ ਦਈਏ ਕਿ ਆਪਣੇ ਦਿਲ ਦੀ ਗੱਲ ਸਾਡੇ ਨਾਲ ਕਰ ਲੈਣ। ਜੀ ਹੋਰ ਕੋਈ ਦੋਸਤ ਕੋਈ ਸਵਾਲ ਕਰਨਾ ਚਾਹੁੰਦਾ? ਆਵਾਜ਼ ਪਹੁੰਚ ਰਹੀ ਹੈ? ਹਾਂਜੀ ਸਰ ਜੀ, ਜਸਵੀਰ ਜੀ ਬੋਲੋ। ਸਰ, ਇੱਕ ਹੋਰ ਮੇਰਾ ਸਵਾਲ ਸੀ ਕਿ
ਅੱਜ ਦਾ ਜਿਹੜਾ ਕਾਫੀ ਇੱਕ ਪਰਸੈਂਟੇਜ ਹੈ ਨੌਜਵਾਨਾਂ ਦਾ ਜੋ ਨਸ਼ਿਆਂ ਦੀ ਤਰਫ ਜਿਨ੍ਹਾਂ ਦਾ ਰੁਝਾਨ ਹੋ ਰਿਹਾ, ਜਿਸ ਕਰਕੇ ਕਾਫੀ ਬਦਨਾਮ ਹੈ ਪੰਜਾਬ ਆਪਣੇ ਦੇਸ਼ 'ਚ, ਉਹਨਾਂ ਵਾਸਤੇ ਇੱਕ ਅਧਿਆਪਕ ਹੋਣ ਦੇ ਨਾਤੇ ਆਪਾਂ ਸਰ ਕੀ ਕਰ ਸਕਦੇ ਹਾਂ, ਕਿਸ ਤਰ੍ਹਾਂ ਉਸ ਮਾਨਸਿਕਤਾ ਨੂੰ ਬਦਲ ਸਕਦੇ ਹਾਂ? ਗੁਰਸੇਵਕ ਲੰਬੀ ਜੀ ਪਲੀਜ਼ ਕੁਛ ਇਹਦੇ ਬਾਰੇ ਤੁਸੀਂ ਕਮੈਂਟ। ਉਹਦੇ ਵਿੱਚ ਇੱਕ ਤਾਂ ਇਹੀ ਹੈ ਕਿ ਜਿਹੜੇ ਦੋਸਤ ਮਿੱਤਰ ਹੈ ਸਾਡੇ ਖਾਸ ਤੌਰ ਤੇ, ਕਿ ਜਿਵੇਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਸਕਦੀ ਹੈ, ਉਹਨਾਂ ਦੇ ਨਾਲ ਪਿਆਰ ਦੇ ਨਾਲ ਗੱਲ ਕਰਕੇ। ਔਰ ਦੂਸਰਾ ਹੈਗਾ ਕਿ ਜਦੋਂ ਅਸੀਂ ਕਿਸੇ ਬੱਚੇ ਨੂੰ ਕ੍ਰੀਏਟਿਵ ਕੰਮਾਂ ਦੇ ਨਾਲ ਜੋੜਦੇ ਆ, ਜਦੋਂ ਉਹਦੀ એનર્ਜੀ ਹੈ ਜਿਹੜੀ ਉਹ ਪੋਜ਼ਿਟਿਵ ਵਾਲੇ ਪਾਸੇ ਲਾਉਂਦੇ ਆ, ਇਹ ਵੱਡੀ ਹੈ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਬੱਚਾ ਹੈ ਨਸ਼ੇ ਵਾਲੇ ਪਾਸੇ ਜਾਏਗਾ। ਜਦੋਂ ਉਹਨੇ ਲੱਗਦਾ ਕਿ ਮੈਂ ਭੰਗੜੇ ਦਾ ਬਹੁਤ ਸੋਹਣਾ ਕਲਾਕਾਰ ਬਣਨਾ ਹੈ, ਮੈਂ ਸਟੇਜ ਤੇ ਜਾ ਕੇ ਜੱਜਣਾ ਚਾਹੀਦਾ, ਬਹੁਤ ਸੋਹਣਾ ਕਲਾਕਾਰ ਬਣਨਾ, ਮੈਂ ਉੱਥੇ ਸਟੇਜ ਤੇ ਜਾ ਕੇ ਜੱਜਣਾ ਚਾਹੀਦਾ, ਤਾਂ ਉਹ ਆਪਦੇ ਸਰੀਰ ਦੀ, ਆਪਦੀ ਸਿਹਤ ਦੀ, ਆਪਦੀ ਆਵਾਜ਼ ਦੀ, ਆਪਣੇ ਭਵਿੱਖ ਨੂੰ ਅੱਗੇ ਲੈ ਕੇ ਹਰ ਚੀਜ਼ ਦਾ ਖਿਆਲ ਰੱਖੇ। ਤਾਂ ਇਸ ਕਰਕੇ ਬੱਚਿਆਂ, ਜਿਵੇਂ ਹੁਣੀ ਗੱਲ ਕਰ ਰਹੇ ਸੀਗੇ, ਜੇ ਪਹਿਲਾਂ ਵੀ ਕਿਸੇ ਦਾ ਸਵਾਲ ਲਾਇਆ ਸੀ ਕਿ ਨੌਜਵਾਨਾਂ ਵਾਸਤੇ, ਉਹਦੇ 'ਚ ਜਿਵੇਂ ਤੁਸੀਂ ਸਾਨੂੰ, ਅਸੀਂ ਵੀ ਇਹ ਗੱਲ ਹੈਗੀ ਹੈ ਕਿ ਪਲੇਟਫਾਰਮ, ਜਿਵੇਂ ਅੱਜ ਦੀ ਡਿਸਕਸ਼ਨ ਹੋਈ ਹੈ, ਅੱਜ ਅਸੀਂ ਜਿਹੜੇ ਯੂਥ ਐਕਟੀਵਿਟੀ ਦੇ ਨਾਲ ਜੁੜੇ ਹੋਏ ਬੰਦੇ, ਤਾਂ ਉਹਦੇ 'ਚ ਤੁਸੀਂ ਇਹ ਕਰ ਸਕਦੇ ਹੋ ਕਿ ਇਹਦੇ ਨਾਲ ਹੀ ਜੁੜੇ ਹੋਏ ਕਿ ਜਿਹੜੇ ਬੱਚੇ ਫੈਸਟੀਵਲਾਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ, ਉਹ ਇਸ ਸੰਕਟ ਦੀ ਸਥਿਤੀ ਦੇ ਵਿੱਚ, ਅਸੀਂ ਬੱਚਿਆਂ ਦੇ ਐਂਗਲ ਤੋਂ ਗੱਲ ਕਰ ਰਹੇ ਹਾਂ, ਪਰ ਡਾਇਰੈਕਟਲੀ ਕਿਉਂਕਿ ਪ੍ਰਭਾਵਿਤ ਉਹ ਨੇ ਖਾਸ ਤੌਰ ਤੇ ਬੱਚੇ, ਤਾਂ ਉਹਨਾਂ ਦੀ ਡਿਸਕਸ਼ਨ ਵੀ ਕਰਵਾਈ ਜਾ ਸਕਦੀ ਹੈ। ਉਹ ਉਹਦੇ ਨਾਲ ਬਹੁਤ ਸਾਰੇ, ਜਿੰਨੇ ਵੀ 50-70 ਬੱਚੇ ਜਿੰਨੇ ਤੱਕ ਇਹ ਗੱਲ ਪਹੁੰਚਦੀ ਹੈ, ਇੱਕ ਤੋਂ ਵੱਧ ਬੱਚਿਆਂ ਦੇ ਨਾਲ ਇੱਕ ਤੋਂ ਵੱਧ ਡਿਸਕਸ਼ਨ ਕੀਤੀਆਂ ਜਾ ਸਕਦੀਆਂ ਨੇ, ਇੱਕ ਤੋਂ ਵੱਧ ਮੀਟਿੰਗ। ਔਰ ਇਹੋ ਜਿਹੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ, ਉਹ ਬੱਚਿਆਂ ਨੂੰ ਇੱਕ ਜਿਹੜੀ ਸਥਿਤੀ ਦੇ ਵਿੱਚ ਉਹ ਬੈਠੇ ਹੋਏ ਨੇ, ਜਾਂ ਉਹ ਨਸ਼ਿਆਂ ਵਾਲੇ ਪਾਸੇ ਵੀ ਜਾਂਦੇ ਨੇ, ਤਾਂ ਉਹਨਾਂ ਦੀ ਊਰਜਾ ਜਿਹੜੀ ਉਹ ਸਹੀ ਪਾਸੇ ਲੱਗੇ। ਜਦੋਂ ਉਹਨੂੰ ਪਤਾ ਕਿ ਅਸੀਂ ਕੋਈ ਗੱਲ ਕਰਨੀ ਹੈ, ਤਾਂ ਉਹ ਰੀਡ ਵੀ ਕਰਨਗੇ, ਉਹ ਆਪਣੇ ਆਪ ਨੂੰ ਤਿਆਰ ਵੀ ਕਰਨਗੇ, ਉਹ ਆਪਣੇ ਆਪ ਨੂੰ ਮੇਨਟੇਨ ਵੀ ਕਰਨਗੇ, ਸਾਰਾ ਕੁਝ ਕਰਨਗੇ। ਤਾਂ ਦੂਸਰਾ ਇਹ ਹੈਗਾ ਕਿ ਜੇ ਸਾਨੂੰ ਕਿਤੇ ਲੱਗਦਾ ਵੀ ਹੈ, ਇਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਿੰਡਾਂ ਦੇ ਵਿੱਚ ਖਾਸ ਤੌਰ ਤੇ, ਔਰ ਸਰਕਾਰ ਵੀ ਇਹ ਅਕਸਰ ਹੀ ਕਹਿੰਦੀ ਹੈ ਕਿ ਜੇ ਸਾਨੂੰ ਲੱਗਦਾ ਵੀ ਹੈ ਕਿ ਕੋਈ ਬੰਦਾ ਉੱਧਰ ਨੂੰ ਕਿਸੇ ਦਾ ਰੁਝਾਨ ਹੋ ਰਿਹਾ ਹੈ, ਤਾਂ ਉਸ ਨੂੰ ਜਿਸ ਵੀ ਰਸਤੇ ਦੇ ਨਾਲ ਅਸੀਂ ਕਿਵੇਂ ਵੀ ਉਹਨੂੰ ਰੋਕ ਸਕਦੇ ਹਾਂ, ਉਹਦੇ ਨਾਲ ਪਿਆਰ ਨਾਲ ਗੱਲ ਕਰਕੇ, ਉਹਦੀ ਹੈਲਪ ਕਰਕੇ, ਉਹ ਕਿਉਂ ਜਾ ਰਿਹਾ, ਉਹਦੇ ਕਾਰਨ ਕੀ ਨੇ, ਕਿਹੜੀਆਂ ਗੱਲਾਂ ਕਰਕੇ ਉੱਧਰ ਨੂੰ ਜਾ ਰਿਹਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੋਈ ਹੋਰ ਸਵਾਲ ਜੇ ਕੋਈ ਦੋਸਤ ਕਰਨਾ ਚਾਹੁੰਦਾ, ਆਪਾਂ ਇੱਕ ਦਾ ਸਵਾਲ ਬਸ ਹੋ ਲੈਣਾ ਚਾਹੁੰਦੇ ਕਿਉਂਕਿ ਵਕਤ ਬਹੁਤ ਘੱਟ ਹੈ ਜੀ। ਜੀ ਕੁਲਦੀਪ ਜੀ, ਆਵਾਜ਼ ਪਹੁੰਚ ਰਹੀ ਹੈ ਮੇਰੀ ਤੁਹਾਡੇ ਤੱਕ? ਹਾਂਜੀ ਹਾਂਜੀ ਹਾਂਜੀ, ਬਿਲਕੁਲ ਪਹੁੰਚ ਰਹੀ ਹੈ। ਸਰ ਮੈਂ ਸਵਾਲ ਇਹ ਪੁੱਛਣ, ਦੀਪ ਜਗਦੀਪ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡਾ ਸਵਾਗਤ ਹੈ। ਪਹਿਲਾਂ ਜਰੂਰ ਦੀਪ ਪਲੀਜ਼। ਜੀ ਮੇਰਾ ਸਵਾਲ ਸਾਰਿਆਂ ਨੂੰ ਹੀ ਹੈਗਾ, ਤੇ ਸਵਾਲ ਇਹ ਹੈਗਾ ਕਿ ਯੂਥ ਤੇ ਜਿਹੜਾ ਹੈਗਾ ਆਨਲਾਈਨ ਮਾਧਿਅਮਾਂ ਦੇ ਨਾਲ ਜਿਹੜਾ ਹੈਗਾ ਉਹਦੀ ਪੀੜ੍ਹੀ ਦੇ ਹੀ ਮਾਧਿਅਮ ਹੈਗੇ ਆ, ਤੇ ਉਹਨਾਂ ਦੇ ਵਿੱਚ ਉਹ ਪੂਰਾ ਮਾਹਰ ਲਗਭਗ ਹੈਗਾ, ਜੋ ਜਿੰਨੀਆਂ ਵੀ ਨਵੀਆਂ ਐਪਸ ਜਾਂ ਟੈਕਨੋਲੋਜੀਜ਼ ਆਉਂਦੀਆਂ ਨੇ ਉਹਨਾਂ ਨਾਲ ਜੁੜਿਆ। ਪਰ ਜਿਹੜੇ ਆਪਣੇ ਟੀਚਰਸ ਹੈਗੇ ਆ, ਖਾਸ ਕਰਕੇ ਮੈਂ ਬਾਰ-ਬਾਰ ਇਹ ਸੁਣਨ ਨੂੰ ਮਿਲ ਰਿਹਾ ਪੂਰੀ ਡਿਸਕਸ਼ਨ ਦੇ ਵਿੱਚ ਕਿ ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਨਹੀਂ ਸਕਦੀਆਂ ਜਿਹੜੀਆਂ ਕਲਾਸਰੂਮ 'ਚ ਹੋ ਜਾਂਦੀਆਂ, ਖਾਸ ਕਰਕੇ ਜਿਹੜਾ ਇੰਟਰੈਕਸ਼ਨ ਹੈ ਉਹ ਨਹੀਂ ਹੋ ਸਕਦੀ, ਜਾਂ ਜਿਹੜੀ ਕਲਾਸ ਦੀ ਟੀਚਿੰਗ ਆ ਉਹਨੂੰ ਇਸ ਤਰ੍ਹਾਂ ਦਾ ਬਣਾਉਣਾ ਕਿ ਉਹ ਆਮੋ ਸਾਹਮਣੇ ਵਾਲਾ ਮਾਹੌਲ ਬਣ ਜਾਵੇ। ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਲਈ ਕਿ ਸਾਡੇ ਜਿਹੜੇ ਟੀਚਰਸ ਹੈਗੇ, ਖਾਸ ਕਰਕੇ ਜਿਹੜੇ 40 ਤੋਂ ਪਲੱਸ ਹੈਗੇ, ਕਿ ਉਹ ਟੈਕਨੋਲੋਜੀਜ਼ ਦੀ ਉਹਨਾਂ ਨੂੰ ਇੰਨੀ ਸਮਝ, ਟ੍ਰੇਨਿੰਗ ਜਾਂ ਜਾਣਕਾਰੀ ਹੈਗੀ ਆ ਵੀ ਉਹ ਟੈਕਨੋਲੋਜੀ ਦੇ ਜ਼ਰੀਏ ਹੀ ਉਸ ਤਰ੍ਹਾਂ ਦੀ ਇੰਟਰੈਕਟੀਵਿਟੀ ਵੀ ਉਹ ਕਰ ਸਕਦੇ ਹੈਗੇ ਆ ਜਿਹੜੀ ਕਲਾਸਰੂਮ 'ਚ ਹੋ ਜਾਂਦੀ ਹੈ। ਬਹੁਤ ਸਾਰੀਆਂ ਪ੍ਰੈਕਟੀਕਲ ਤੇ ਹੋਰ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਆਨਲਾਈਨ ਹੀ ਹੋ ਸਕਦੀਆਂ ਹੈਗੀਆਂ, ਜਿਹੜੀਆਂ ਕਿ ਕਲਾਸ 'ਚ ਵੀ ਨਹੀਂ ਹੋ ਸਕਦੀਆਂ, ਕਿਉਂਕਿ ਅੱਜ ਕੱਲ੍ਹ ਕਲਾਸਾਂ 'ਚ ਵੀ ਜੇ ਤੁਹਾਨੂੰ ਪਤਾ ਹੋਵੇ ਤਾਂ ਸਮਾਰਟ ਕਲਾਸਰੂਮ ਦਾ ਜ਼ਮਾਨਾ ਹੈਗਾ, ਉੱਥੇ ਵੀ ਐਕਟੀਵਿਟੀਜ਼ ਸਮਾਰਟ ਸਿਸਟਮ ਦੇ ਜ਼ਰੀਏ ਬਹੁਤ ਸਾਰੀਆਂ ਇਹੋ ਜਿਹੀਆਂ ਕਰਵਾਈਆਂ ਜਾਂਦੀਆਂ ਜਿਹੜੀਆਂ ਬੱਚਿਆਂ ਦੀ ਪ੍ਰੈਜ਼ੈਂਸ 'ਚ ਹੁੰਦੀਆਂ, ਪਰ ਉਹ ਡਿਸਟੈਂਸ ਤੇ ਵੀ ਕਰਾਈਆਂ ਜਾ ਸਕਦੀਆਂ। ਕੀ ਸਾਡਾ ਟੀਚਰ ਉਹਦੇ ਲਈ ਤਿਆਰ ਹੈਗਾ, ਟ੍ਰੇਨਡ ਹੈਗਾ ਵੀ ਹੈ, ਜਾਂ ਸਿਰਫ ਹਜੇ ਅਸੀਂ ਬੁੱਤਾ ਹੀ ਸਾਰਿਆਂ ਵੀ ਚਲੋ ਜਿੰਨਾ ਕੁ ਸਾਨੂੰ ਕੋਈ ਅਸੀਂ ਫੇਸਬੁੱਕ ਚਲਾ ਲੈਂਦੇ ਹਾਂ ਉਹਨਾਂ ਕੁ ਅਸੀਂ ਹੁਣ ਜ਼ੂਮ ਚਲਾਉਣ ਲੱਗ ਗਏ ਹਾਂ, ਕਿ ਸਾਨੂੰ ਟੀਚਰ ਨੂੰ ਟ੍ਰੇਨਿੰਗ ਕਰਨ ਦੀ ਲੋੜ ਵੀ ਹੈਗੀ ਹੈ, ਓਰੀਐਂਟੇਸ਼ਨ ਦੀ ਟੀਚਰ ਦੀ ਲੋੜ ਹੈਗੀ ਹੈ? ਬਹੁਤ ਵਧੀਆ ਸਵਾਲ ਹੈ ਤੁਹਾਡਾ ਦੀਪਜੀਤ ਜੀ। ਨਵਜੋਤ ਕੌਰ ਮੈਮ ਤੁਸੀਂ ਮੈਂ ਆਨਸਰ ਕਰ ਸਕਦੀ ਹਾਂ? ਜੀ ਜੀ ਬਿਲਕੁਲ ਬਿਲਕੁਲ ਮੈਡਮ ਜੀ। ਮੈਂ ਦੱਸਣਾ ਚਾਹਾਂਗੀ ਕਿ
ਇਹ ਜਿਹੜਾ ਇਹ ਜ਼ਰੂਰ ਆ ਕਿ ਜਿਹੜੇ 40 ਤੋਂ ਉੱਤੇ ਨੇ ਉਹ ਸ਼ਾਇਦ ਉਹਨਾਂ ਨੂੰ ਉਸ ਤਰ੍ਹਾਂ ਦੀ ਨਹੀਂ ਹੈਗੀ ਪ੍ਰੋਫੀਸ਼ੀਐਂਸੀ ਉਹਨਾਂ ਕੋਲੇ ਕਿ ਜਿਵੇਂ ਯੰਗਸਟਰਸ 1 ਮਿੰਟ ਚ ਕਰ ਲੈਂਦੇ ਨੇ। ਪਰ ਅਸੀਂ ਆਪਣੇ, ਜਿਵੇਂ ਮੈਂ ਆਪਣੇ ਕਾਲਜ ਦੀ ਐਗਜ਼ਾਮਪਲ ਦਿੰਨੀ ਆ, ਨਵਜੋਤ ਮੈਮ ਦਾ ਕਾਲਜ ਵੀ ਹੈ, ਤਾਂ ਅਸੀਂ ਉੱਥੇ ਇੱਕ ਨਵੀਂ ਟੈਕਨੋਲੋਜੀ ਦੇ ਨਾਲ ਪੜ੍ਹਾਉਣ ਦੇ ਲਈ ਇੱਕ ਸੈਮੀਨਾਰ ਹੁਣੇ ਕਰਕੇ ਹਟਿਆ, ਵੈਬੀਨਾਰ, ਸਪੈਸ਼ਲ ਰਿਸੋਰਸ ਪਰਸਨ ਨੇ ਉਹ ਸਾਰੀਆਂ ਚੀਜ਼ਾਂ ਦੱਸੀਆਂ ਹੈਗੀਆਂ। ਤੇ ਦੂਸਰਾ ਇਹ ਹੈਗਾ ਕਿ ਇਹ ਚੀਜ਼ਾਂ ਜਿਹੜੀਆਂ ਜਿੱਦਾਂ ਆਓ ਪੁਸਤਕ ਪੜ੍ਹੀਏ ਇੱਕ ਪ੍ਰੋਗਰਾਮ ਅਸੀਂ ਕਰਦੇ ਹੁੰਦੇ ਸੀ, ਉਹਦੇ ਚ ਜੇ 50 ਦੀ ਕਲਾਸ ਆ 50 ਕਿਤਾਬਾਂ ਬੱਚਿਆਂ ਨੂੰ ਕਹਿਣਾ ਵੀ ਆਹ ਕਿਤਾਬਾਂ ਪੜ੍ਹੋ, ਪੜ੍ਹਨ ਤੋਂ ਬਾਅਦ ਉਹ ਸਾਰੇ ਜਾਣੇ ਫਿਰ ਇੱਕ ਕਲਾਸ ਦੇ ਵਿੱਚ ਸੈਮੀਨਾਰ ਚ ਪ੍ਰੈਜ਼ੈਂਟ ਕਰਦੇ ਸੀ, ਬੁੱਕ ਦਾ ਰਿਵਿਊ ਕਿਵੇਂ ਕਰੀਦਾ ਉਹ ਦੱਸਦੇ ਸੀ। ਇਹਦੇ ਨਾਲ ਬੱਚਿਆਂ ਚ ਸਾਹਿਤ ਪੜ੍ਹਨ ਦੀ ਇੱਛਾ ਜਾਗਰੂਕ ਹੁੰਦੀ ਹੈ। ਤੇ ਮੈਂ ਇੱਕ ਗੱਲ ਕਹਾਂਗੀ ਕਿ ਜਿਹੜਾ ਵੀ ਵਿਅਕਤੀ ਸਾਹਿਤ ਨਾਲ ਜੁੜਿਆ ਹੋਇਆ ਉਹ ਸੰਵੇਦਨਸ਼ੀਲ ਆ। ਉਹ ਵਿਅਕਤੀ ਹਾਲਾਤ ਦੇ ਨਾਲ ਸਮਝੌਤਾ ਜੇਕਰ ਨਹੀਂ ਵੀ ਕਰਦਾ, ਪਰ ਉਹ ਹਾਲਾਤ ਨੂੰ ਆਪਣੇ ਅਨੁਸਾਰ ਜਾਂ ਹਾਲਾਤ ਅਨੁਸਾਰ ਢਲ ਜ਼ਰੂਰ ਜਾਂਦਾ ਹੈ। ਸੋ ਇਹ ਸਮਾਂ ਸਾਡਾ ਢਲਣ ਵਾਲਾ ਹੈਗਾ। ਅਸੀਂ ਨਵੀਆਂ ਚੀਜ਼ਾਂ, ਨਵੀਂ ਟੈਕਨੋਲੋਜੀ ਨਾਲ ਸਾਂਝ ਪਾ ਰਹੇ ਹਾਂ। ਔਰ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਨੇ, ਇਹ ਸੱਚੀ ਮੁੱਚੀ ਤੁਸੀਂ ਕਿਸੇ ਵੇਲੇ ਵੀ ਵੇਖ ਲਓ, ਸਾਡਾ ਯੂਨੀਵਰਸਿਟੀ ਕਾਲਜ ਚੋਂ ਨਿਕਲਾਂ ਦੀ ਫੇਸਬੁੱਕ ਦੇ ਉੱਤੇ ਸਾਰੇ ਜਿਹੜੇ ਇਹਨਾਂ ਦੀਆਂ ਪਾਈਆਂ ਹੋਈਆਂ ਨੇ ਅਸੀਂ ਵਿਊਜ਼, ਬੱਚਿਆਂ ਦੇ ਕਮੈਂਟਸ, ਬੱਚੇ ਆ ਵੀ ਰਹੇ ਨੇ ਕਾਲਜਾਂ ਦੇ ਵਿੱਚ। ਯਾਨੀ ਕਿ ਹਰ ਟੀਚਰ ਦਾ ਜ਼ੋਰ ਲੱਗਾ ਹੋਇਆ ਬੱਚਿਆਂ ਨੂੰ। ਅਸੀਂ ਯੂਨੀਵਰਸਿਟੀ ਕਾਲਜ ਦਾ ਕਨਸਟੀਟਿਊਐਂਟ ਕਾਲਜ ਆ, ਪਰ ਇਹਦੇ ਬਾਵਜੂਦ ਅਸੀਂ ਬੱਚਿਆਂ ਨੂੰ ਕਾਲਿੰਗ ਕਰ ਰਹੇ ਹਾਂ, ਸਾਡੇ ਟੀਚਰਸ ਕਾਲ ਕਰ ਰਹੇ, ਸਾਰੇ ਆਪਣੀ ਜ਼ਿੰਮੇਵਾਰੀ ਸਮਝ ਰਹੇ ਆ। ਉਹਦੇ ਚ ਕਰ ਰਹੇ ਆ ਟੀਚਰ, ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਚ ਠੀਕ ਹੈ ਕਿ ਸਮਾਂ ਆ ਗਿਆ, ਇੱਕਦਮ ਚੇਂਜ ਆਇਆ। ਇਹ ਨਹੀਂ ਹੁੰਦਾ ਕਿ ਸਾਰੇ ਹੀ ਬੰਦੇ ਇੱਕਦਮ ਪਰਫੈਕਟ ਹੋਣ, ਮੈਂ ਮਤਲਬ ਉਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ। ਪਰ ਇਹ ਹੈ ਵੀ ਪਰਫੈਕਟ ਹੋਇਆ ਜਾ ਸਕਦਾ। ਅੱਜ ਕੱਲ ਸਟੈਪਸ ਬੜੀਆਂ ਸੌਖੀਆਂ ਆ ਗਈਆਂ, ਉਹਦੇ ਚ ਕੀਤਾ ਜਾ ਸਕਦਾ। ਗੱਲ ਐਡ ਕਰਨਾ ਚਾਹਾਂਗੀ ਇੱਥੇ, ਜੇ ਟੀਚਰ ਆ ਤਾਂ ਆਪਾਂ ਇਹ ਮੰਨ ਕੇ ਚੱਲੀਏ ਕਿ ਉਹਨਾਂ ਨੂੰ ਸਾਰਾ ਕੁਝ ਹੀ ਆਉਂਦਾ, ਪਰ ਉਹ ਸਿੱਖ ਸਕਦੇ ਆ। ਜਿਵੇਂ ਐਜੂਕੇਸ਼ਨ ਡਿਪਾਰਟਮੈਂਟ ਇਸ ਵੇਲੇ ਇਨ ਸ਼ਾਰਟ ਦੇ ਨਾਲ ਵੀਡੀਓਜ਼ ਤੁਸੀਂ ਕਿਵੇਂ ਬਣਾਉਣੀਆਂ, ਦੀਪ ਜੀ ਇਹਦੇ ਬਾਰੇ ਜ਼ਿਆਦਾ ਅੱਛੀ ਤਰ੍ਹਾਂ ਜਾਣਦੇ ਹੋ। ਜੀ ਨਵਜੋਤ ਕਰ ਮੈਮ, ਤੁਹਾਡਾ ਆਖਰੀ ਕਮੈਂਟ ਪਲੀਜ਼। ਹੁਣ ਸਮਾਂ ਸਾਡੇ ਕੋਲ ਨਹੀਂ ਹੈਗਾ। ਨਵਜੋਤ ਕਰ ਮੈਮ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਮਾਈਕ ਮਿਊਟ ਹੋਇਆ ਹੋਇਆ ਨਵਜੋਤ ਮੈਮ। ਹੈਲੋ ਜੀ ਮੈਡਮ, ਆ ਰਹੀ ਆਵਾਜ਼? ਨਵਜੋਤ ਮੈਡਮ ਆ ਰਹੀ ਆਵਾਜ਼? ਮੈਂ ਇਹ ਕਹਿਣਾ ਚਾਹਾਂਗੀ ਇਸ ਨੌਜਵਾਨ ਨੂੰ ਕਿ ਹਰ ਕਾਲਜ ਦੇ ਵਿੱਚ ਕੰਪਿਊਟਰ ਡਿਪਾਰਟਮੈਂਟ ਹੈ, ਔਰ ਅਸੀਂ ਜਦੋਂ ਇਹ ਪ੍ਰੋਬਲਮ ਸ਼ੁਰੂ ਹੋਈ ਹੈ ਇੱਕਦਮ ਨਾਲ ਦੀ ਨਾਲ ਹੀ ਆਪਣੇ ਕੰਪਿਊਟਰ ਟੀਚਰਸ ਨੂੰ ਕਹਿਤਾ ਸੀਗਾ ਕਿ ਸਾਰੇ ਟੀਚਰਸ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਆਨਲਾਈਨ ਕਲਾਸਿਸ ਤੇ ਉਹਨਾਂ ਨੂੰ ਟ੍ਰੇਨ ਕਰ ਦਿਓ ਫਟਾਫਟ। ਔਰ ਉਹ ਪੂਰੀ ਟ੍ਰੇਨਿੰਗ ਦੇ ਨਾਲ ਹੀ ਕਲਾਸਿਸ ਸ਼ੁਰੂ ਹੋਈਆਂ, ਔਰ ਸਾਰੇ ਟੀਚਰ ਨੇ ਉਹ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਹੈ ਫਰਜ਼ ਨਿਭਾ ਰਹੇ ਆ ਇਸ ਵੇਲੇ। ਜੀ ਦੋਸਤੋ, ਗੱਲਾਂ ਤਾਂ ਬਹੁਤ ਸਾਰੀਆਂ ਨੇ, ਸਵਾਲ ਵੀ ਬਹੁਤ ਸਾਰੇ ਨੇ। ਜਗਦੀਪ ਨੇ ਜਿਹੜਾ ਸਵਾਲ ਕੀਤਾ ਇਹਦੀਆਂ ਪਰਤਾਂ ਵੀ ਬਹੁਤ ਡੂੰਘੀਆਂ ਨੇ, ਤੇ ਇਸ ਤੇ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੋਲੋਜੀ ਦਾ ਸੰਕਟ ਕਾਲ ਦੇ ਵਿੱਚ ਕੀ ਰੋਲ ਹੈ, ਇਸ ਤੇ ਆਪਾਂ ਵੱਖਰਾ ਪ੍ਰੋਗਰਾਮ ਵੀ ਕਰਾਂਗੇ। ਤੇ ਹੁਣ ਕਿਉਂਕਿ ਵਕਤ ਨਹੀਂ ਹੈਗਾ, ਇਸ ਕਰਕੇ ਮੈਂ ਚਰਚਾ ਨੂੰ ਇੱਥੇ ਵਿਰਾਮ ਦਿੰਦਾ ਤੇ ਮੈਡਮ ਸੋਹਲ ਨੂੰ ਕਹੂੰਗਾ ਕਿ ਉਹ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਨ ਜਿਹੜੇ ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਜੀ ਡਾਕਟਰ ਸਾਹਿਬ, ਇੱਕ ਸਵਾਲ ਹੈ, ਕੋਈ ਸ਼ਿੱਦਤ ਨਾਲ ਪੁੱਛਣਾ ਚਾਹ ਰਿਹਾ, ਦੇਖੋ ਕੌਣ ਨੇ? ਕੋਈ? ਹਾਂਜੀ ਪਲੀਜ਼। ਇਹਨਾਂ ਦਾ ਨੈਟਵਰਕ ਪੂਰਾ ਹੈ, ਥੋੜਾ ਜੁੜ ਨਹੀਂ ਰਹੇ। ਗੁਰਦੇਵ ਸਿੰਘ ਦੇਵ ਜੀ ਨੇ, ਕੋਈ ਨਹੀਂ, ਚਲੋ ਸਾਡੇ ਨਾਲ ਲਗਾਤਾਰ ਜੁੜਦੇ ਨੇ। ਇਹਨਾਂ ਦੇ ਸਵਾਲ ਆਪਾਂ ਕੱਲ ਨੂੰ ਸ਼ਾਮਲ ਕਰ ਲਾਂਗੇ। ਤੁਸੀਂ ਪਲੀਜ਼ ਧੰਨਵਾਦੀ ਜਿਹੜੇ ਲਫ਼ਜ਼ ਨੇ ਉਹ ਸਾਡੇ ਜੀ ਅੱਜ ਦੀ ਇਸ ਵਿਚਾਰ ਚਰਚਾ ਚ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੇ ਸਾਡੇ ਬਹੁਤ ਹੀ ਸਮਰੱਥ, ਐਨਰਜੈਟਿਕ ਯੰਗ ਯੂਥ ਨਾਲ ਜੁੜੇ ਹੋਏ ਪਿਆਰੇ ਮੁਹੱਬਤੀ ਸੱਜਣ ਡਾਕਟਰ ਨਵਜੋਤ ਕੌਰ, ਗੁਰਮੀਤ ਸਿੰਘ ਜੌੜਾ ਜੀ ਤੇ ਗੁਰਸੇਵਕ ਲੰਬੀ, ਬਹੁਤ ਹੀ ਵਧੀਆ ਗੱਲਾਂ ਹੋਈਆਂ। ਸ਼ਾਇਦ ਅਸੀਂ ਕਦੇ ਇੰਨਾ ਨਿੱਠ ਕੇ ਸਾਹਮਣੇ ਬਹਿ ਕੇ ਵੀ ਕਦੀ ਇਸ ਤਰ੍ਹਾਂ ਗੱਲਾਂ ਨਹੀਂ ਕੀਤੀਆਂ ਹੋਣਗੀਆਂ ਜਿਵੇਂ ਅਸੀਂ ਅੱਜ ਇੱਕ ਦੂਜੇ ਨੂੰ ਜਾਣਿਆ, ਸਮਝਿਆ ਆ, ਇੱਕ ਦੂਜੇ ਦੇ ਵਿਚਾਰਾਂ ਨਾਲ ਸਾਂਝ ਪਾਈ ਆ। ਤੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਜੀਵਨ ਜਾਤ ਦਾ ਹਿੱਸਾ ਹੋਣੀਆਂ ਚਾਹੀਦੀਆਂ। ਅਸੀਂ ਸ਼ੇਅਰਿੰਗ ਨਹੀਂ ਕਰਦੇ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਗੱਲ ਸ਼ੇਅਰ ਕਰੋ। ਕਿਸੇ ਨੂੰ ਘਰੇ ਤਕਲੀਫ ਹੈ, ਕਿਸੇ ਦੀ ਲੜਾਈ ਹੋ ਗਈ, ਕੋਈ ਵੀ ਸਮੱਸਿਆ, ਤੁਸੀਂ ਇੱਕ ਦੂਜੇ ਨਾਲ ਸ਼ੇਅਰ ਕਰੋ। ਕੋਈ ਗੱਲ ਨਹੀਂ, ਅਸੀਂ ਮਾੜੇ ਵੀ ਪੈ ਜਾਾਂਗੇ, ਕੋਈ ਚੱਕਰ ਨਹੀਂ। ਤੁਸੀਂ ਮਤਲਬ ਉਸ ਸਾਂਝ ਦੇ ਨਾਲ ਜਿਹੜੀ ਇੱਕ 2 ਪਲ ਦੀ 4 ਪਲ ਦੀ ਕਿਸੇ ਬੱਚੇ ਨੂੰ ਬੜਾ ਠੁੰਮਣਾ ਦਿੰਦੀ ਹੈ। ਤੁਸੀਂ ਕਈ ਵਾਰੀ ਤੁਸੀਂ ਸੁਸਾਈਡਲ
ਐਜ ਤੋਂ ਬੱਚਿਆਂ ਨੂੰ ਬਚਾ ਲੈਂਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ, ਲੋਕਾਂ ਨਾਲ ਗੱਲਾਂ ਕਰਕੇ। ਇੱਥੋਂ ਤੱਕ ਕਿ ਹੁਣ ਅਸੀਂ ਸਾਡੇ ਟੀਚਰਸ ਨੇ, ਕਈਆਂ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਆ ਤਾਂ ਉਹਨਾਂ ਨੂੰ ਐਕਸਕਿਊਜ਼ ਕਰ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ, ਚਲੋ ਇੱਕ ਦੂਜੇ ਦੇ ਨਾਲ ਰਲ ਕੇ ਚੱਲਣਾ। ਸੋ ਇਹ ਸਮਾਜ ਹੈ ਤੇ ਇਹਦੇ 'ਚ ਜਿਹੜੀ ਅੱਜ ਦੀ ਗੱਲਬਾਤ ਆ ਉਹਦੇ 'ਚੋਂ ਮੈਨੂੰ ਇਹ ਵੀ ਲੱਗਦਾ ਕਿ ਅਸੀਂ ਬੱਚਿਆਂ ਨੂੰ ਜੀਵਨ ਜਾਂਚ ਨਹੀਂ ਦੱਸਦੇ। ਅਸੀਂ ਕਦੇ ਬੱਚਿਆਂ ਨੂੰ ਖੁਸ਼ ਹੋਣਾ ਹੀ ਨਹੀਂ ਦੱਸਿਆ ਕਿ ਬੱਚੇ ਖੁਸ਼ ਹੋ ਕੇ ਨੱਚ ਖਾਂ ਭਲਾ, ਅੱਜ ਚਲੋ ਤੁਸੀਂ ਫ੍ਰੀ ਸਟਾਈਲ ਨੱਚੋ। ਕਦੀ ਕੁੜੀਆਂ ਨੂੰ ਤਾਂ ਮੈਨੂੰ ਲੱਗਦਾ ਨਹੀਂ ਕਦੇ, ਅਸੀਂ ਤਾਂ ਵੈਸੇ ਆਦਤ ਹੈ ਕਿ ਕਾਲਜ ਦੇ ਵਿੱਚ ਵੀ ਬੱਚੇ ਚਲੋ ਹੁਣ ਤੁਸੀਂ ਆਪਣਾ ਨੱਚ ਲਓ, ਪਾਰਟੀ ਹੈ ਤੇ ਹੁਣ ਤੁਸੀਂ ਕਰ ਲਓ। ਯਾਨੀ ਅਸੀਂ ਆਪਣੀਆਂ ਐਨਰਜੀਜ਼ ਨੂੰ ਸਹੀ ਪਾਸੇ, ਹੱਸਣਾ ਖੇਡਣਾ, ਮਨ ਦਾ ਚਾਅ ਨੂੰ ਵਿਹਾਰਕ ਰੂਪ ਚ ਕਦੀ ਨਹੀਂ ਉਹਨੂੰ ਅਪਲਾਈ ਕੀਤਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਬੱਚਿਆਂ ਨੂੰ, ਜੇ ਅਸੀਂ ਹੁਣ ਜੇਕਰ ਐਜੂਕੇਸ਼ਨ ਦੀ ਗੱਲ ਕੀਤੀ ਹੈ ਤਾਂ ਇਹ ਠੀਕ ਹੈ ਕਿ ਅਸੀਂ ਨਸ਼ਿਆਂ ਲਈ ਬੱਚਿਆਂ ਦੇ ਉਹ ਡਰੱਗ ਅਬਿਊਜ਼ ਦਾ ਪੇਪਰ ਪਾ ਦਿੱਤਾ, এনवायरमेंट ਸੰਬੰਧੀ ਸੁਚੇਤਤਾ ਪੈਦਾ ਕਰ ਦਿੱਤੀ। ਤੇ ਅੱਜ ਸਾਡੇ ਨਾਲ ਕਾਲੋ ਮੈਡਮ ਨੇ, ਸਤਿੰਦਰ ਕੌਰ ਕਾਲੋ, ਉਹਨਾਂ ਦੇ ਬਾਰ-ਬਾਰ ਮੈਸੇਜ ਆ ਰਹੇ ਸੀ ਕਿ ਸਕੂਲ ਐਜੂਕੇਸ਼ਨ ਦੇ ਵਿੱਚ ਮੋਰਲ ਸਿੱਖਿਆ ਜਿਹੜੀ ਹੈਗੀ ਆ, ਨੈਤਿਕ ਸਿੱਖਿਆ ਦਾ ਉਹਨੂੰ ਸਿਲੇਬਸ ਦਾ ਹਿੱਸਾ ਬਣਾ ਦਿੱਤਾ। ਤੇ ਇਹਦੇ ਲਈ ਮੇਰਾ ਖਿਆਲ ਆਪਣੇ ਚੱਠਾ ਸਾਹਿਬ ਨੇ, ਜਿਹੜੇ ਅਜੈਬ ਸਿੰਘ ਚੱਠਾ, ਉਹਨਾਂ ਨੇ ਬਹੁਤ ਸਰਗਰਮੀ ਨਾਲ, ਉਹਨਾਂ ਦੀ ਟੀਮ ਨੇ ਕੰਮ ਕੀਤਾ। ਸੋ ਹਰ ਮਨੁੱਖ ਜਿਹੜਾ ਨਾ ਉਹ ਚੰਗੇ ਵੱਲ ਤੁਰਿਆ ਹੁੰਦਾ, ਹਰ ਮਨੁੱਖ ਹੀ ਚੰਗਾ ਹੁੰਦਾ, ਚੰਗਾ ਕੰਮ ਕਰਨਾ ਚਾਹੁੰਦਾ ਹੁੰਦਾ ਸਮਰੱਥਾ ਅਨੁਸਾਰ। ਤੇ ਜਿੱਥੇ ਕਿਤੇ ਕੋਈ ਕਮੀ ਪੇਸ਼ੀ ਆਉਂਦੀ ਹੈ ਜਾਂ ਸਾਨੂੰ ਲੱਗਦਾ ਕਿ ਏਦਾਂ ਨਹੀਂ, ਤਾਂ ਉੱਥੇ ਜ਼ਰੂਰ ਸਾਨੂੰ ਇੱਕ ਦੂਜੇ ਦਾ ਸਹਿਯੋਗ ਕਰਨਾ ਚਾਹੀਦਾ ਹੈ। ਆਪਸੀ ਮਨ ਮੁਟਾਵ ਵੀ ਸਾਂਝੇ ਮੰਚ ਤੋਂ ਉਹਨਾਂ ਦਾ ਗਿਲੇ ਸ਼ਿਕਵੇ ਦੂਰ ਕਰ ਲੈਣੇ ਚਾਹੀਦੇ। ਸੋ ਨੌਜਵਾਨਾਂ ਨੂੰ ਅਸੀਂ ਜ਼ਰੂਰ ਹੀ ਕੋਈ ਚੰਗੀ ਸੇਧ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ। ਇੱਕ ਗੱਲ ਆਈ ਕਿ ਅਸੀਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਾਕਟਰ ਦੀਪ ਹੋਰਾਂ ਨਾਲ ਸਾਡੀ ਰੋਜ਼ ਹੀ ਇਸ ਗੱਲ ਤੇ ਗੱਲ ਹੁੰਦੀ ਆ ਕਿ ਹੁਣ ਨੌਜਵਾਨਾਂ ਬਾਰੇ ਵੀ ਆ ਰਿਹਾ ਹੈਗਾ। ਅਸੀਂ 4-5 ਬੱਚੇ ਜਿਹੜੇ ਨੇ ਯੂਥ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਕਿਵੇਂ ਦਾ ਮਹਿਸੂਸ ਕੀਤਾ। ਸੋ ਪ੍ਰੋਗਰਾਮ ਬਹੁਤ ਨੇ ਇਸ ਮੰਚ ਤੇ ਮੈਨੂੰ ਲੱਗਦਾ ਕਿ ਮਹੀਨੇ ਤੋਂ ਵੀ ਅੱਗੇ ਸਾਨੂੰ ਤੁਰਦੇ ਹੀ ਰਹਿਣਾ ਪੈਣਾ। ਤੁਸੀਂ ਤੁਰ ਲੈਣਾ ਜੀ, ਬੜੇ ਹਿੰਮਤੀ ਹੋ। ਜੀ ਜੀ। ਤੇ ਇੱਕ ਹੋਰ ਵੀ ਹੈ, ਇੱਕ ਸਾਨੂੰ ਨਵੀਂ ਇੱਕ ਹੋਰ ਵੀ ਗੱਲ ਸਮਝ ਆਈ ਹੈ ਕਿ ਜਿਨ੍ਹਾਂ ਨੂੰ ਕਿਸੇ ਸਾਡੇ ਰਾਈਟਰ ਹੀ ਨੇ, ਉਹਨਾਂ ਨੂੰ ਕਰੋਨਾ ਹੋਇਆ ਸੀ ਤੇ ਉਹ ਕਰੋਨਾ ਤੋਂ ਸਰਵਾਈਵ ਕਰ ਗਏ। ਬਹੁਤ ਅੱਛਾ, ਉਹਨਾਂ ਦੀ ਹੁਣ ਸਿਹਤ ਠੀਕ ਹੈ, ਤੰਦਰੁਸਤ ਹੈ। ਤਾਂ ਅਸੀਂ ਉਹਨਾਂ ਨੂੰ ਵੀ ਆਪਣੇ ਦਰਸ਼ਕਾਂ ਨਾਲ ਉਹਨਾਂ ਦੀਆਂ ਗੱਲਾਂ ਵੀ ਕਰਾਵਾਂਗੇ ਤਾਂ ਕਿ ਇਹ ਬਹੁਤ ਵਧੀਆ ਹੋਏਗਾ, ਬਹੁਤ ਵਧੀਆ ਰਹੇਗਾ ਜੀ ਜੀ। ਇਹਦੇ ਨਾਲ ਫਿਰ ਅਸੀਂ ਮਤਲਬ ਅਸੀਂ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਹਾਂ, ਇਕੱਲਾ ਸਾਹਿਤ ਨਹੀਂ ਹੈ, ਜ਼ਿੰਦਗੀ ਨੂੰ ਸਮਝਣ ਸਮਝਾਉਣ ਦੀ ਜਿਹੜੀ ਹੈ ਨਾ ਜੀ, ਜ਼ਿੰਦਗੀ ਜ਼ਿੰਦਾਬਾਦ। ਹਾਂਜੀ ਹਾਂਜੀ। ਸੋ ਅਸੀਂ ਕੋਸ਼ਿਸ਼ ਕਰਾਂਗੇ, ਸਾਡੇ ਨਾਲ ਜੁੜੇ ਰਹੋ, ਤੁਸੀਂ ਵੀ ਰੋਜ਼ ਸਾਨੂੰ ਸੁਝਾਅ ਦਿੰਦੇ ਰਹੋ। ਤੇ ਬਹੁਤ ਸ਼ੁਕਰੀਆ ਤੁਹਾਡਾ। ਮੈਂ ਕੁਝ ਨਾਮ ਜਿਹੜੇ ਅੱਜ ਸਾਡੇ ਨਾਲ ਜੁੜੇ ਨੇ, ਰਾਜਵਿੰਦਰ ਕੌਰ ਢਿੱਲੋਂ, ਬਰਜਿੰਦਰ ਚੌਹਾਨ, ਬਲਵਿੰਦਰ ਸਿੰਘ, ਜਸਪਾਲ ਘਈ, ਬਮਲਜੀਤ ਕੌਰ ਮਾਨ, ਕੇਦਾਰਨਾਥ ਕੇਦਾਰ, ਸ਼ਿਵ ਦੁਲਾਰ ਸਿੰਘ ਢਿੱਲੋਂ, ਮੇਰਾ ਖਿਆਲ ਡੀਸੀ ਸਾਹਿਬ ਨੇ, ਸੁਨੀਲ ਚੰਦਿਆਨਵੀ, ਸਤੀਸ਼ ਗੁਲਾਟੀ, ਸੁਨੀਤਾ ਸ਼ਰਮਾ, ਹਰਜਿੰਦਰ ਪਾਲ ਕੌਰ, ਇਹ ਵੀ ਬੜੇ ਐਨਰਜੈਟਿਕ ਪ੍ਰਿੰਸੀਪਲ ਨੇ ਉਧਰ ਗੁਰਦਾਸਪੁਰ ਸਾਈਡ, ਨਰਿੰਦਰ ਸਿੰਘ ਚੱਕਲ ਯੂਕੇ ਤੋਂ, ਵੀਨਾ ਅਰੋੜਾ, ਨਰਿੰਦਰਪਾਲ ਕੰਗ, ਇੰਦਰੇਸ਼ ਮੀਤ ਸਿੰਘ, ਗੁਰਵਿੰਦਰ ਸਿੰਘ ਚਾਹਲ ਜਰਨਲਿਸਟ ਨੇ, ਜਗਦੀਸ਼ ਸਚਦੇਵਾ ਨਾਟਕਕਾਰ, ਸੋਨੂ ਸੋਢੀ, ਜਸਪ੍ਰੀਤ ਗਿੱਲ, ਕਮਲਪ੍ਰੀਤ ਸੰਧੂ ਸੰਘੇੜਾ, ਪੁਸ਼ਪਿੰਦਰ ਜੋਸਨ, ਹਰਦੀਪ ਸਿੱਧੂ, ਬਲਜਿੰਦਰ ਜੌੜਕੀਆਂ, ਸਰਨਜੀਤ ਸਿੰਘ ਭਗਤਾ, ਗੁਰਬਿੰਦਰ ਧਾਲੀਵਾਲ, ਕੁਲਵਿੰਦਰ ਮਠਾੜੂ, ਅਮਰਜੀਤ ਸਿੰਘ, ਜਨਮੇਜਾ ਸਿੰਘ ਜੌਹਲ, ਭੁਵਨੇਸ਼ ਜੰਡਾਈ, ਇਹ ਹਰਿਆਣਾ ਤੋਂ ਨੇ। ਡਾਕਟਰ ਦੀਪ, ਤੁਹਾਡੇ ਬਾਰੇ ਬਹੁਤ ਅੱਛੇ ਕਮੈਂਟ ਕਰ ਰਹੇ ਸੀਗੇ ਇਹ ਕਿ ਸਾਡਾ ਹੀਰਾ ਹੈਗਾ ਹਰਿਆਣੇ ਦਾ। ਮੈਂ ਕਿਹਾ ਜੀ ਅਸੀਂ ਹੁਣ ਪੰਜਾਬ 'ਚ ਰੱਖ ਲਿਆ ਤੁਹਾਡਾ ਹੀਰਾ। ਬੀਬਾ ਬਲਵੰਤ, ਰੂਪ ਢਿੱਲੋਂ, ਗੁਰਬਰਿੰਦਰ ਧਾਲੀਵਾਲ, ਸੁਖਵਿੰਦਰ ਪਾਪੀ, ਨਗਿੰਦਰ ਬੀ ਢਿੱਲੋਂ, ਇੰਦਰਪ੍ਰੀਤ ਸਿੰਘ ਧਾਮੀ, ਡਾਕਟਰ ਗਗਨਦੀਪ ਕੌਰ ਦਿੱਲੀ ਤੋਂ। ਇਹ ਮੈਡਮ ਨੇ ਵੀ ਆਨਲਾਈਨ ਬਹੁਤ ਸਾਰੇ ਕੰਮ ਕੀਤੇ ਨੇ, ਪ੍ਰਦਰਸ਼ਨੀ ਵੀ ਲਾਈ ਹੈ ਕਲਾਵਾਂ ਦੀ, ਔਰ ਇਹਦੇ ਫੁਲਕਾਰੀ ਕੰਪੀਟੀਸ਼ਨ ਕੀਤਾ। ਤੇ ਜਿਹੜੀਆਂ ਹੈਗੀਆਂ ਨੇ ਸਕਿੱਲ, ਸੌਫਟ ਸਕਿੱਲਸ ਤੇ ਬੱਚਿਆਂ ਨੂੰ, ਕਮਿਊਨੀਕੇਸ਼ਨ ਸਕਿੱਲਸ ਤੇ ਹੁਣੇ ਪਿੱਛੇ ਜੇ ਸਾਡੇ ਕਾਲਜ ਦੇ ਬੱਚਿਆਂ ਨੂੰ ਵੀ ਇਹਨਾਂ ਨੇ ਵੈਬੀਨਾਰ ਕੀਤਾ ਸੀਗਾ। ਸੋ ਕਮਲਜੀਤ ਦੋਸਾਂਝ ਨੱਤ, ਸੁਖਦਰਸ਼ਨ ਕੌਰ, ਨਰਿੰਦਰਪਾਲ ਕੰਗ, ਪੁਸ਼ਪਿੰਦਰ ਜੋਸਨ, ਸਤਿੰਦਰ ਕੌਰ ਕਾਲੋਂ, ਹਰਜੀਤ ਕੌਰ ਬਮਰਾ, ਮੀਨਾਕਸ਼ੀ ਮਨਹਰ, ਪ੍ਰੀਤਮ ਸਿੰਘ ਖੰਗੂੜਾ,
ਨਾਇਬ ਸਿੰਘ ਮੰਡੇਰ, ਰਾਜਵਿੰਦਰ ਕੌਰ ਢਿੱਲੋਂ, ਵੀਨਾ ਅਰੋੜਾ, ਡਾਕਟਰ ਗੁਰਪ੍ਰੀਤ ਸਿੰਘ ਸਿੱਧੂ, ਇੱਕ ਹੋਰ ਸੰਸਥਾ ਹੈ ਸਰਬੱਤ ਦਾ ਭਲਾ, ਉਹ ਕੁਲਵਿੰਦਰ ਮਠਾੜੂ, ਪਰਮਜੀਤ ਕੌਰ, ਰੂਪ ਢਿੱਲੋਂ, ਸੁਖਦਰਸ਼ਨ ਕੌਰ, ਬੇਅੰਤ ਭੁੱਲਰ, ਜਤਿੰਦਰ ਕੌਰ, ਦੀਪ ਜਗਦੀਪ, ਕਮਲਜੀਤ ਦੋਸਾਂਝ, ਸੁਖਜੀਵਨ ਸਿੰਘ, ਗੁਰਵਿੰਦਰ ਸਿੰਘ ਚਾਲੇ ਅੱਗੇ ਆ ਗਿਆ, ਰਵਿੰਦਰ ਸਿੰਘ ਸਹਿਰਾ, ਸੁਖਵਿੰਦਰ ਕੌਰ, ਪੁਸ਼ਵਿੰਦਰ ਖੋਖਰ, ਗੁਰਚਰਨ ਕੋਚਰ, ਪ੍ਰਭਮੀਤ ਸਿੰਘ, ਇਹ ਜਰਨਲਿਸਟ ਨੇ, ਰਾਜਵਿੰਦਰ ਕੌਰ ਢਿੱਲੋਂ, ਦੈਨ ਸੁਖਵਿੰਦਰ ਕੌਰ ਔਲਖ, ਸਤਨਾਮ ਰੰਧਾਵਾ, ਸਰਨਜੀਤ ਸਿੰਘ ਭਗਤਾ, ਸੁਨੀਤਾ ਸ਼ਰਮਾ, ਮੀਨਾਕਸ਼ੀ ਰਠੌਰ, ਦਿਲ ਨਿੱਜਰ USA ਤੋਂ, ਮੰਜੂ ਲਤਾ ਸ਼੍ਰੀਵਾਤਸਵ। ਸੋ ਇਹ ਸਾਰੇ ਅੱਜ ਸਾਡੇ ਨਾਲ ਜੁੜੇ ਹੋਏ ਇਹਨਾਂ ਸਾਰੇ ਦਰਸ਼ਕਾਂ ਦਾ, ਸਰੋਤਿਆਂ ਦਾ, ਔਰ ਜਿਨ੍ਹਾਂ ਨੇ ਅੱਜ ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਵੈਸੇ ਆਪਾਂ ਮੈਡਮ ਏਦਾਂ ਕਰਿਆ ਕਰੀਏ, ਦੂਜੇ ਚੌਥੇ ਜਾਂ ਹਫਤੇ 'ਚ ਇੱਕ ਵਾਰੀ ਏਦਾਂ ਹੀ ਮੀਟਿੰਗ ਕਰ ਲਿਆ ਕਰੀਏ। ਤੁਹਾਡੀ ਆਵਾਜ਼ ਇੰਨੀ ਪਿਆਰੀ ਹੈ ਸੁਣ ਕੇ, ਹਾਂ ਬਹੁਤ ਚੰਗਾ ਲੱਗਦਾ, ਬੜੇ ਮੋਹ ਬੰਦੇ ਬੋਲ ਹੁੰਦੇ ਆ ਤੁਹਾਡੇ। ਜੀ ਜੀ ਬਹੁਤ ਪਿਆਰੇ ਲੱਗਦੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਧੰਨਵਾਦ ਸੋਨ ਮੈਮ, ਬਹੁਤ ਬਹੁਤ ਤੁਹਾਡਾ ਤੇ ਸਾਰੇ ਸਾਡੇ ਮਹਿਮਾਨਾਂ ਦਾ, ਡਾਕਟਰ ਨਵਜੋਤ ਕੌਰ ਦਾ, ਜੋੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਗੁਰਸੇਵਕ ਲੰਬੀ ਜੀ ਤੇ ਸਾਰੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਦਾ ਪੂਰੀ ਦੁਨੀਆ ਦੇ ਵਿੱਚੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਕੱਲ ਅਸੀਂ ਇਸੇ ਸਮੇਂ ਇਸੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ ਸੰਦਲੀ ਪੈੜਾਂ ਵਾਲੇ ਬਲਜੀਤ ਸਿੰਘ ਨੂੰ, ਦੂਰਦਰਸ਼ਨ ਵਾਲਿਆਂ ਨੂੰ, ਤੇ ਮੀਡੀਆ, ਸਾਹਿਤ ਤੇ ਸੱਭਿਆਚਾਰ ਬਾਰੇ ਉਹਨਾਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂਗੇ। ਉਹ ਬਹੁਤ ਖੂਬਸੂਰਤ ਇਨਸਾਨ ਨੇ, ਬਹੁਤ ਖੂਬਸੂਰਤ ਭਾਸ਼ਾ ਹੈ ਉਹਨਾਂ ਕੋਲੇ, ਬਹੁਤ ਖੂਬਸੂਰਤ ਸੱਭਿਆਚਾਰਕ ਸਮਝ ਹੈ ਉਹਨਾਂ ਕੋਲੇ, ਤੇ ਉਹਨਾਂ ਨਾਲ ਸਿਰਜਣਾ ਦੇ ਪਲਾਂ ਦੇ ਰੂਪ ਦੇ ਵਿੱਚ ਅਸੀਂ ਅਮਰਜੀਤ ਕੌਂਕੇ ਹੋਰਾਂ ਦੀਆਂ ਕਵਿਤਾਵਾਂ ਨੂੰ ਮਾਣਾਂਗੇ। ਸੋ ਕੱਲ ਦਾ ਪ੍ਰੋਗਰਾਮ ਵੀ ਇਸੇ ਤਰ੍ਹਾਂ ਖੂਬਸੂਰਤ ਰਹਿਣਾ ਜਿਵੇਂ ਹੁਣ ਵਾਲੇ ਪ੍ਰੋਗਰਾਮ ਰਹੇ ਨੇ। ਸਵਾਲ ਬਹੁਤ ਸਾਰੇ ਨੇ, ਸਵਾਲਾਂ ਨੂੰ ਪੈਦਾ ਕਰਨਾ ਹੀ ਸਾਡਾ ਪਰਪਸ ਹੈ, ਜਵਾਬ ਆਪਾਂ ਇਸ ਖਿੜਕੀ ਤੋਂ ਬਾਹਰ ਲੱਭਾਂਗੇ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਨਾਲ ਜੁੜਨ ਲਈ। ਮਿਲਦੇ ਹਾਂ ਕੱਲ ਆਪਾਂ 24 ਘੰਟੇ ਬ੍ਰੇਕ ਤੋਂ ਬਾਅਦ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਮੈਡਮ, ਸਤਿ ਸ਼੍ਰੀ ਅਕਾਲ।